पंजाब दी रोई एक राई रो रो रोई थी पंजाब दी तू लिख लिख मारी वैन वैन अज लखा थियां रोंदी लकातियां रोंदियां अज लकातियां रोंदियां तेनू वारस शानू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੰਬਰ 1984 ਵਿੱਚ ਭਾਰਤ ਵਿੱਚ ਸਰਕਾਰੀ ਤੌਰ ਤੇ ਕਤਲ ਕੀਤੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਕੈਨੇਡਾ ਅੰਟੇਰੀਓ ਦੇ ਵੱਖ-ਵੱਖ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਜਥੇਬੰਦੀਆਂ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੌਰਾਨ ਨਵੰਬਰ ਦਾ ਮਹੀਨਾ ਉਹਨਾਂ ਸਿੱਖਾਂ ਨੂੰ ਸਮਰਪਿਤ ਕੀਤਾ ਗਿਆ। ਸਾਡੇ ਵਿਸ਼ੇਸ਼ ਸੱਦੇ ਤੇ ਸਰਦਾਰ ਜਰਨੈਲ ਸਿੰਘ ਇੰਡੀਆ ਤੋਂ ਸਪੈਸ਼ਲ ਇੱਥੇ ਆਏ ਨੇ। ਅਸੀਂ ਉਹਨਾਂ ਦਾ ਵੌਇਸ ਆਫ ਸਿੱਖਸ ਦੇ ਸਟੂਡੀਓ ਦੇ ਵਿੱਚ ਵੈਲਕਮ ਕਰਦੇ ਹਾਂ। ਜਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਇੰਡੀਆ ਤੋਂ ਆਪਣਾ ਸਮਾਂ ਕੱਢਿਆ। ਸਭ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਦੱਸੋ ਸਰੋਤਿਆਂ ਨੂੰ ਜੀ। ਹੁਣ ਤਾਂ ਮੈਂ ਕਹਿੰਦੇ ਨੱਕ ਨੱਥ ਖਸਮ ਹੱਥ ਕੇ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ, ਤੇ ਜਿਸ ਪਾਸੇ ਉਸ ਪਰਮਾਤਮਾ ਨੇ ਲਾਉਣਾ ਹੈ ਮਤਾ ਕਰੇ ਪੂਰਬ ਕੇ ਤਾਈਂ ਪੱਛਮ ਨਹੀਂ ਲੈ ਜਾ। ਮੈਂ ਤਾਂ ਜਰਨਲਿਜ਼ਮ ਵਿੱਚ ਆਪਣਾ ਕੈਰੀਅਰ ਲੈ ਕੇ ਤੁਰਿਆ ਸੀ, ਪਰ ਹਾਂ ਨਿਸ਼ਾਨਾ ਮੇਰਾ ਉਸ ਵੇਲੇ ਵੀ 1984 ਦਾ ਕਤਲੇਆਮ ਸੀ, ਪਰ ਹੁਣ ਉਸ ਨੂੰ ਦੂਜੇ ਢੰਗ ਦੇ ਨਾਲ ਜਰਨਲਿਸਟ ਤੋਂ ਐਕਟਿਵਿਸਟ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 84 ਨੂੰ ਲੈ ਕੇ, ਤਾਂ ਕਿ ਉਹਨਾਂ ਨੂੰ ਸ਼ਰਮਿੰਦਾ ਕੀਤਾ ਜਾ ਸਕੇ ਜਿਨ੍ਹਾਂ ਨੇ ਹਜ਼ਾਰਾਂ ਮਾਸੂਮ ਲੋਕਾਂ ਦਾ ਕਤਲੇਆਮ ਕਰ ਦਿੱਤਾ ਤੇ ਉਸ ਤੋਂ ਬਾਅਦ 28 ਸਾਲ ਹੋ ਗਏ ਪਰ ਨਿਆਂ ਨਹੀਂ ਹੋਣ ਦਿੱਤਾ। ਉਹ ਝੂਠੀਆਂ ਅਦਾਲਤਾਂ ਨਿਆਂ ਕਰਨਗੀਆਂ ਕਿ ਨਹੀਂ ਕਰਨਗੀਆਂ ਇਹ ਨਹੀਂ ਪਤਾ, ਕਿਉਂਕਿ ਜੇ ਕੋਈ ਕਿਸੇ ਇੱਕ ਅੱਧੇ ਨੂੰ ਸਜ਼ਾ ਹੋ ਵੀ ਗਈ ਤੇ ਉਹਨੂੰ ਨਿਆਂ ਨਹੀਂ ਕਹਿ ਸਕਦੇ, ਪਰ ਦੁਨੀਆ ਦੀ ਅਦਾਲਤ ਦੇ ਸਾਹਮਣੇ, ਲੋਕ ਅਦਾਲਤ ਦੇ ਸਾਹਮਣੇ ਇਹਨਾਂ ਨੂੰ ਸ਼ਰਮਿੰਦਿਆਂ ਤੇ ਕਾਤਲ ਦਰਿੰਦਾ ਸਾਬਿਤ ਕੀਤਾ ਜਾ ਸਕੇ, ਇਸ ਮੁਹਿੰਮ ਨੂੰ ਲੈ ਕੇ ਮੈਂ ਤੁਰਿਆ ਹੋਇਆ। ਅੱਛਾ ਜੀ, ਨਵੰਬਰ 1984 ਦੇ ਵਿੱਚ ਜਦੋਂ ਸਿੱਖ ਕਤਲ ਕੀਤੇ ਜਾ ਰਹੇ ਸੀ, ਤੁਹਾਡੀ ਕਿੰਨੀ ਉਮਰ ਸੀ? ਮੈਂ ਉਸ ਵੇਲੇ 11 ਸਾਲ ਦਾ ਸੀ ਤੇ ਜਿੱਥੋਂ ਤੱਕ ਮੈਨੂੰ ਯਾਦ ਪੈਂਦਾ ਉਸ ਵੇਲੇ ਆਪਾਂ ਜਦੋਂ ਇੰਦਰਾ ਗਾਂਧੀ ਦਾ ਉੱਥੇ ਮਾਰੀ ਗਈ ਆ ਤੇ ਉਹਦੇ ਅਗਲੇ ਦਿਨ ਅਸੀਂ ਖੇਡਣ ਗਏ ਹੋਏ ਸੀ, ਕਿਉਂਕਿ ਸਾਡੇ ਮਾਪਿਆਂ ਨੂੰ ਚੇਤੇ ਵਿੱਚ ਵੀ ਨਹੀਂ ਸੀ ਕਿ ਕੋਈ ਇਹੋ ਜਿਹਾ ਕਾਰਾ ਵਰਤੇਗਾ, ਕਿਉਂਕਿ ਕਹਿੰਦੇ ਨੇ ਸੁੱਤੇ ਹੋਏ ਸ਼ੇਰ ਦੀ ਪੂੰਛ ਨੂੰ ਹੱਥ ਪਾਉਣ ਵਾਲੀ ਗੱਲ ਸੀ, ਕਿਸੇ ਨੇ ਸੋਚਿਆ ਨਹੀਂ ਸੀ ਕਿ ਸਿੱਖਾਂ ਨਾਲ ਐਸਾ ਹੋ ਸਕਦਾ। ਉਦੋਂ ਵਾਪਸੀ 'ਚ ਜਦੋਂ ਆ ਰਹੇ ਸੀ ਤੇ ਉਸ ਵੇਲੇ ਮੈਂ ਆਪਣੇ ਗੁਰਦੁਆਰਾ ਸਾਹਿਬ ਨੂੰ ਅੱਗ ਲੱਗਦੇ ਹੋਏ ਵੇਖਿਆ। ਉਹ ਨਾਲੇ ਦੇ ਉਸ ਪਾਰ ਸੀ ਤੇ ਇਸ ਕਰਕੇ ਸਾਨੂੰ ਆਵਾਜ਼ਾਂ ਆ ਰਹੀਆਂ ਸੀ ਤੇ ਕਾਲਾ ਧੂਆਂ ਤੇ ਅੱਗ ਦੀ ਲਪਟਾਂ ਨਿਕਲ ਰਹੀਆਂ ਸੀ। ਸੋਚਿਆ ਸੀ ਕਿ ਇੱਕ ਵਾਰ ਜਾ ਕੇ ਦੇਖੀਏ, ਪਰ ਮੇਰੇ ਵੱਡੇ ਭਰਾ ਨੇ ਕਿਹਾ ਕਿ ਬਹੁਤ ਲੇਟ ਹੋ ਗਏ ਆ, ਅਸੀਂ ਹੁਣ ਘਰ ਨੂੰ ਚੱਲਦੇ ਆ, ਬਾਅਦ ਚੋਂ ਦੇਖਾਂਗੇ। ਸ਼ਾਇਦ ਜੇ ਮੈਂ ਉਸ ਪਾਸੇ ਚਲਾ ਜਾਂਦਾ ਤੇ ਇੱਥੇ ਨਾ ਬੈਠਾ ਹੁੰਦਾ। ਘਰ ਵਾਪਸ ਆ ਗਏ, ਘਰ ਆਏ ਤੇ ਮਾਂ ਸਾਡੀ ਬੜੀ ਪਰੇਸ਼ਾਨ ਸੀ। ਉਹਨਾਂ ਨੇ ਇੱਕ ਦੋ ਸਾਡੇ ਲਾਈਆਂ ਵੀ ਕਿ ਤੁਸੀਂ ਸਵੇਰ ਦੇ ਕਿੱਥੇ ਹੋ, ਮੁੰਡੇ ਭੇਜੇ ਵੀ ਸੀ ਦੇਖਣ ਵਾਸਤੇ ਕਿ ਕਿੱਥੇ ਚਲ ਗਏ ਆ। ਉਸ ਤੋਂ ਬਾਅਦ ਸਾਨੂੰ ਲਿਜਾ ਕੇ, ਸਾਨੂੰ ਸਮਝ ਨਹੀਂ ਸੀ ਆ, ਸਾਨੂੰ ਕਹਿੰਦੇ ਅੰਦਰ ਘਰ ਦੇ ਕਮਰੇ ਸਭ ਤੋਂ ਅੰਦਰਲੇ ਚੱਲ ਜਾਓ, ਅੰਦਰਲੇ ਕਮਰੇ 'ਚ ਜਾ ਕੇ ਉਹਦੇ ਉੱਪਰ ਛੱਤੀ ਦੇ ਉੱਤੇ ਸਾਨੂੰ ਛੁਪਾਤਾ। ਉਹ ਪਰਛੱਤੀ ਤੇ ਵੀ ਉਹ ਸਮਾਨ ਬੜਾ ਪੁਰਾਣਾ ਪਿਆ ਸੀ, ਉਹਦੇ ਵੀ ਪਿੱਛੇ ਕਹਿੰਦੇ ਛੁਪ ਜਾਓ। ਤੇ ਅਸੀਂ ਕਿਹਾ ਪਤਾ ਨਹੀਂ ਕੀ ਹੋ ਰਿਹਾ, ਕਿ ਰੋੜਾ ਬੜਾ ਪੈ ਰਿਹਾ ਸੀ ਬਾਹਰ। ਸਾਡੇ ਘਰ ਦੇ ਸਾਹਮਣੇ, ਨਾਲੇ ਦੇ ਬਿਲਕੁਲ ਸਾਹਮਣੇ ਜੀਪ ਸਿੱਖਾਂ ਦੀ ਜਲਾਈ ਹੋਈ ਸੀ ਤੇ ਕਹਿੰਦੇ ਸੀ ਲੋਕ ਦੁਕਾਨਾਂ ਲੁੱਟੀਆਂ ਜਾ ਰਹੀਆਂ, ਅੱਗਾਂ ਲਾ ਰਹੇ ਆ, ਤੇ ਅਸੀਂ ਉੱਥੇ ਛੁਪੇ ਰਹੇ। ਤੇ ਇਹ ਮੈਨੂੰ ਯਾਦ ਆਉਂਦਾ। ਉਹਦੇ ਬਾਅਦ ਅਸੀਂ ਇੱਕ ਅੱਧੇ ਦਿਨ ਬਾਅਦ ਨਿਕਲੇ ਤੇ ਦੇਖਿਆ ਕਿ ਸਾਡੇ ਮੁਹੱਲੇ ਵਾਲੇ ਕਹਿੰਦੇ ਜੀ ਅਸੀਂ ਹੁਣ ਮੋਰਚਾ ਜਿਹਾ ਲਾ ਰਹੇ ਹਾਂ ਜੀ, ਅਸੀਂ ਪਹਿਰਾ ਦੇਵਾਂਗੇ ਜੀ, ਹਮਲਾ ਹੋਣਾ। ਹੁਣ ਤਾਂ ਹਮਲੇ ਹੋ ਗਏ, ਹੁਣ ਕਾਹਦੇ ਹਮਲੇ ਹੋਣੇ ਆ? ਤੇ ਉਹਨਾਂ ਨੂੰ ਇਹ ਡਰ ਲੱਗ ਰਿਹਾ ਸੀ ਕਿ ਸਿੱਖ ਕਿਤੇ ਹਮਲਾ ਨਾ ਕਰ ਦੇਣ। ਉਹ ਏਦਾਂ ਦੀਆਂ ਗੱਲਾਂ ਮੈਨੂੰ ਚੇਤੇ ਆ। ਮੈਨੂੰ ਯਾਦ ਹੈ ਕਿ ਸਾਡੀ ਮਾਸੀ ਨੇ ਫੋਨ ਕੀਤਾ
ਜਿਹੜੀ ਜੋਗਿੰਦਰ ਕੌਰ, ਹਾਂ, ਹਾਂ। ਉਹਨਾਂ ਨੇ ਘਰ ਫੋਨ ਕੀਤਾ ਕਿ ਵੀ ਉੱਥੇ ਜਿਹੜੇ ਕਾਬਲ ਸਿੰਘ ਰਾਗੀ ਹੈ, ਉਹਨਾਂ ਨੇ ਦੇਖਿਆ ਕਿ ਏਮਸ ਵਾਲੇ ਪਾਸੇ ਸਫਦਰਜੰਗ ਇਨਕਲੇਵ ਦੇ ਨੇੜੇ ਉੱਥੇ ਕਾਫੀ ਅੱਗਾਂ ਲਾਈਆਂ ਜਾ ਰਹੀਆਂ, ਸਿੱਖਾਂ ਨੂੰ ਭੜਕਾਇਆ, ਸਿੱਖਾਂ ਦੇ ਖਿਲਾਫ ਭੜਕਾਇਆ ਜਾ ਰਿਹਾ। ਤੇ ਉਹ ਚੀਜ਼ ਸਾਡੇ ਸਾਹਮਣੇ ਆਈ। ਸਾਡੇ ਮਾਮਿਆਂ ਦਾ ਉੱਥੇ ਟੈਕਸੀ ਸਟੈਂਡ ਸੀ, ਉੱਥੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਮੇਰਾ ਵੱਡਾ ਭਰਾ ਜਿਹੜਾ ਗੁਰਚਰਨ ਸਿੰਘ ਸਭ ਤੋਂ ਵੱਡਾ, ਉਹ ਬਚਪਨ 'ਚ ਹੀ ਪੋਲੀਓ ਹੋ ਜਾ ਕਰ, ਇੱਕ ਪੈਰੋਂ ਦਾ ਕੰਮ ਨਹੀਂ ਬਹੁਤਾ ਕਰਦਾ, ਤੇ ਉਹਨੂੰ ਵੀ ਉਹ ਜਦੋਂ ਘਰੋਂ ਨਿਕਲਿਆ ਸਾਡੇ ਤੇ ਉਹਨੂੰ ਮਾਰਿਆ ਕੁੱਟਿਆ ਗਿਆ ਉਸ ਵੇਲੇ। ਤੇ ਇਹ ਮੇਰੇ ਬਚਪਨ ਦੀਆਂ ਯਾਦਾਂ 84 ਦੀਆਂ ਜਿਹੜੀਆਂ ਕਿ ਬਹੁਤ ਹੀ ਮੈਨੂੰ ਅੱਜ ਤਾਈਂ ਤੰਗ ਕਰਦੀਆਂ। ਫਿਰ ਤੁਸੀਂ ਜਰਨਲਿਜ਼ਮ ਸਟਾਰਟ ਕੀਤਾ ਜੀ? ਉਹਦੇ ਬਾਅਦ ਮੈਂ ਕਾਲਜ ਗਿਆ, ਉੱਥੇ ਵੀ ਮੈਂ ਦੇਖਿਆ ਇੱਕ ਬਾਇਸ ਚੱਲਦਾ ਸੀ ਉਹ ਸਿੱਖਾਂ ਦੇ ਪ੍ਰਤੀ। ਪੂਰਾ ਜਿਹੜਾ ਮੀਡੀਆ ਸੀ ਨਾ, ਉਹਨੇ ਇੱਕ ਜਿੱਦਾਂ ਕਹਿੰਦੇ ਨਾ ਵਿਸ ਘੋਲਣ ਦਾ ਕੰਮ ਕਰਦਾ ਸੀ ਹਰ ਗੱਲ ਦੇ ਉੱਤੇ। ਸਿੱਖ ਆਤੰਕਵਾਦੀ, ਸਿੱਖ ਉਗਰਵਾਦੀ, ਇਹ ਸੁਣ ਕੇ ਮੈਨੂੰ ਬੜਾ ਇਹਦੇ ਉੱਤੇ ਉਹ ਹੁੰਦਾ ਸੀ। ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਸਿੱਖ ਉਗਰਵਾਦੀ ਨਹੀਂ ਹੁੰਦਾ, ਸਿੱਖ ਆਤੰਕਵਾਦੀ ਨਹੀਂ ਹੁੰਦਾ, ਸਿੱਖ ਨਿਆਂ ਦੇ ਲਈ ਲੜਦਾ ਆਇਆ, ਸਿੱਖਾਂ ਦੀਆਂ ਇਹ ਪਰੰਪਰਾਵਾਂ ਨੇ, ਸਿੱਖ ਕਿਸੇ ਨਿਰਦੋਸ਼ ਨੂੰ ਨਹੀਂ ਮਾਰ ਸਕਦਾ। ਕਿਉਂਕਿ ਉਹ ਬਾਰ-ਬਾਰ ਕਹਿੰਦੇ ਸੀ ਜੇ ਸਿੱਖਾਂ ਨੇ ਐਵੇਂ ਕਰਤਾ, ਸਿੱਖ ਨੇ ਉਗਰਵਾਦੀਆਂ ਨੇ ਕਰਤਾ। ਮੈਂ ਹਮੇਸ਼ਾ ਬਾਰ-ਬਾਰ ਨੂੰ ਕਾਊਂਟਰ ਕਰਦਾ ਹੁੰਦਾ ਸੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬਾਬੇ ਨਾਨਕ ਨੇ ਜਿਹੜਾ ਧਰਮ ਚਲਾਇਆ, ਪਿਆਰ ਦਾ ਧਰਮ ਚਲਾਇਆ, ਅਸੀਂ ਦੂਜਿਆਂ ਕੁਰਬਾਨੀਆਂ ਕਰਦੇ। ਪਰ ਇੰਨਾ ਜ਼ਿਆਦਾ ਉਹਨਾਂ ਨੇ ਉਸ ਵੇਲੇ ਵਿਸ਼ ਘੋਲਿਆ ਹੋਇਆ ਸੀ। ਉਸ ਵੇਲੇ ਦੂਰਦਰਸ਼ਨ ਦਾ ਚੈਨਲ ਹੁੰਦਾ ਸੀ, ਇਹ ਅਖਬਾਰਾਂ ਟੋਟਲ ਤੌਰ ਦੇ ਉੱਤੇ ਸਿੱਖਾਂ ਨੂੰ ਜਿੱਦਾਂ ਕਹਿੰਦੇ ਨਾ ਆਈਸੋਲੇਟ ਕਰਨ 'ਚ ਲੱਗੀਆਂ ਹੋਈਆਂ ਸੀ, ਤੇ ਬਾਰ-ਬਾਰ ਜਿਹੜੀਆਂ ਖਬਰਾਂ ਸੀ ਉਹ ਗਲਤ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਸੀ। ਇਹ ਚੀਜ਼ਾਂ ਦੇਖ ਕੇ ਮੇਰੇ ਦਿਲ 'ਚ ਆਉਂਦਾ ਸੀ ਕਿ ਇਹ ਮੀਡੀਆ ਬਾਇਸ ਕਿਉਂ ਹੈ ਨਾ, ਇਸ ਮੀਡੀਆ ਨੂੰ ਜੁਆਇਨ ਕਰਨਾ ਚਾਹੀਦਾ। ਤੇ ਉਸੇ ਦੌਰਾਨ ਮੈਂ ਦਿੱਲੀ ਪਬਲਿਕ ਲਾਇਬ੍ਰੇਰੀ 'ਚ ਗਿਆ ਤੇ ਕਿਤਾਬ ਪੜ੍ਹਨ ਲਈ ਗਿਆ ਜਿਹੜੀ ਪੁਰਾਣੀ ਦਿੱਲੀ ਦੇ ਸਾਹਮਣੇ। ਤੇ ਮੈਂ ਉੱਥੇ ਜਾ ਕੇ ਦੇਖਿਆ ਕਿ 3-4 ਦਹਾਕਿਆਂ ਦਾ ਰਿਕਾਰਡ ਪਿਆ। ਤੇ ਮੈਂ ਉਹਨਾਂ ਅਖਬਾਰਾਂ ਦਾ ਰਿਕਾਰਡ ਦੇਖਣਾ ਸ਼ੁਰੂ ਕਰ ਦਿੱਤਾ ਕਿ 84 'ਚ ਕੀ ਕਵਰ ਕੀਤਾ ਗਿਆ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਉਹਦੇ ਵਿੱਚ ਜਿਹੜਾ ਹਜ਼ਾਰਾਂ ਲੋਕ ਕਤਲ ਹੋ ਰਹੇ ਦਿੱਲੀ ਦੇ ਅੰਦਰ, ਉਹਦੀ ਕੋਈ ਖਬਰ ਨਹੀਂ। ਮਾੜੀ ਮੋਟੀ ਕਿਸੇ ਅਖਬਾਰ ਨੇ ਲਿਖਿਆ ਕਿ ਛਿੱਟ-ਪੁੱਟ ਹਿੰਸਾ ਕੀ ਘਟਨਾ ਹੈ, ਬਸ ਇਹ ਤੋਂ ਵੱਧ ਕੁਝ ਵੀ ਨਹੀਂ। ਮੈਂ ਹੈਰਾਨ ਰਹਿ ਗਿਆ ਕਿ ਨਿਊਜ਼ ਐਂਡ ਵਿਊਜ਼ ਦੋ ਚੀਜ਼ਾਂ ਵੱਖਰੀਆਂ ਹੁੰਦੀਆਂ। ਕਿ ਤੁਸੀਂ ਜਦੋਂ ਇੱਕ ਨਿਊਜ਼ ਹੈ ਉਹ ਦੇਣੀ ਲਾਜ਼ਮੀ ਹੈ, ਖਬਰ ਤਾਂ ਦੇਣੀ ਪਏਗੀ। ਜੇ ਇੰਦਰਾ ਗਾਂਧੀ ਮਾਰੀ ਗਈ ਹੈ ਤੇ ਖਬਰ ਦਿੱਤੀ ਹੈ, ਤੇ ਜੇ ਸੈਂਕੜੇ ਹਜ਼ਾਰਾਂ ਲੱਖਾਂ ਸਿੱਖ ਕਤਲ ਹੋ ਰਹੇ ਨੇ ਤੇ ਉਹ ਖਬਰ ਦੇਣੀ ਪਏਗੀ। ਪਰ ਉਹਦੇ 'ਚ ਕੋਈ ਖਬਰ ਨਹੀਂ ਸੀ, ਬਿਲਕੁਲ ਜਿੱਦਾਂ ਕਹਿੰਦੇ ਨਾ ਕਿ ਉਹਨਾਂ ਨੇ ਉਹਨੂੰ ਸੈਂਸਰ ਕੀਤਾ ਹੋਇਆ ਸੀ। ਮੈਂ ਬੜਾ ਹੈਰਾਨ ਹੋਇਆ ਕਿ ਸਿੱਖਾਂ ਦੇ ਜਰਨਲਿਜ਼ਮ 'ਚ ਵੀ ਇਹ ਹਾਲਤ ਹੈ। ਤੇ ਮੈਨੂੰ ਲੱਗਾ ਕਿ ਜਰਨਲਿਜ਼ਮ ਜੁਆਇਨ ਕਰਨਾ ਚਾਹੀਦਾ, ਕਿ ਸਾਨੂੰ ਇੱਕ ਬਾਇਸ ਜਿਹੜਾ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਉਹਦੇ ਬਾਅਦ ਮੈਂ ਜਰਨਲਿਜ਼ਮ ਜੁਆਇਨ ਕੀਤਾ। ਮੈਂ YMCA ਤੋਂ ਕੋਰਸ ਕੀਤਾ ਜਰਨਲਿਜ਼ਮ ਦਾ, ਮਿਹਨਤ ਕਰਕੇ ਨੈਸ਼ਨਲ ਮੀਡੀਆ 'ਚ ਆਪਣੀ ਥਾਂ ਬਣਾਈ। ਤਕਰੀਬਨ 15 ਕੁ ਸਾਲ ਮੈਂ ਉੱਥੇ ਨੈਸ਼ਨਲ ਮੀਡੀਆ ਦੇ ਵਿੱਚ ਰਿਹਾ। ਪਾਰਲੀਮੈਂਟ ਕਵਰ ਕੀਤੀ, ਡਿਫੈਂਸ ਕਵਰ ਕੀਤਾ, ਹੋਮ ਮਿਨਿਸਟਰੀ ਕਵਰ ਕੀਤੀ, ਤੇ ਆਪਣਾ ਪੋਲੀਟੀਕਲ ਪਾਰਟੀਆਂ ਵੀ ਕਵਰ ਕਰਦਾ ਰਿਹਾ। ਤੇ ਇਸ ਕਰਕੇ ਮੇਰੇ ਦਿਲ 'ਚ ਗੱਲ 84 ਦੀ ਹੀ ਸੀ, ਜਿਸ ਨੂੰ ਮੈਂ ਲੈ ਕੇ ਇਸ ਮੀਡੀਆ ਨੂੰ ਜੁਆਇਨ ਕੀਤਾ। ਤੁਹਾਨੂੰ ਲੱਗਦਾ ਵੀ ਜਿਹੜਾ ਸਿੱਖ ਕਤਲੇਆਮ ਕੀਤਾ ਗਿਆ, ਸਿੱਖ ਬਹੁਤ ਦੇਰ ਇਹਨੂੰ ਦੰਗੇ ਹੀ ਕਹਿੰਦੇ ਰਹੇ। ਮੈਨੂੰ ਲੱਗਦਾ ਦੰਗਿਆਂ ਤੇ ਨਸਲਕੁਸ਼ੀ ਦੇ ਵਿੱਚ ਥੋੜਾ ਜਿਹਾ ਤੁਸੀਂ ਥੋੜਾ ਜਿਹਾ ਨਹੀਂ, ਬਹੁਤ ਵੱਡਾ ਫਰਕ ਹੁੰਦਾ ਹੈ। ਇਹ ਦੰਗੇ ਤੁਸੀਂ ਕਹਿ ਲਓ, ਭਾਵੇਂ ਗੁਜਰਾਤ ਜਿਹੜੇ ਦੰਗੇ ਹੋਏ ਉਹਦੇ 'ਚ ਕਿਉਂਕਿ 250 ਹਿੰਦੂ ਵੀ ਮਾਰਿਆ ਗਿਆ, ਜਾਂ ਮੇਰਠ 'ਚ ਦੰਗੇ ਹੋ ਗਏ, ਜਾਂ ਭਾਗਲਪੁਰ 'ਚ ਦੰਗੇ ਹੋ ਗਏ। ਇਹ ਤਾਂ ਸਿੱਖ ਕਤਲੇਆਮ ਹੋਇਆ। ਮੈਂ ਇੱਕ ਗੱਲ ਕਹਿੰਦਾ, ਸਿੱਖ ਨਾਲ ਤਾਂ ਦੰਗਾ ਹੋ ਹੀ ਨਹੀਂ ਸਕਦਾ। ਦੰਗਾ ਤਦ ਹੁੰਦਾ ਜਦੋਂ ਦੋ ਹੱਥਾਂ ਤਾੜੀ ਵੱਜਦੀ ਹੈ, ਜਦੋਂ ਨਫ਼ਰਤ ਦੋਵੇਂ ਪਾਸੇ ਹੋਏ। ਸਿੱਖ ਦੇ ਹਿਰਦੇ ਵਿੱਚ ਨਫ਼ਰਤ ਕਿਸੇ ਲਈ ਨਹੀਂ ਹੈ। ਉਹ ਕਿਸੇ ਨੂੰ ਇਸ ਕਰਕੇ ਨਹੀਂ ਮਾਰ ਸਕਦਾ ਕਿ ਉਹ ਇਸ ਧਰਮ ਦਾ ਬੰਦਾ ਹੈ, ਇਸ ਕਰਕੇ ਨਹੀਂ ਮਾਰ ਸਕਦਾ। ਤੇ ਸਿੱਖਾਂ ਨਾਲ ਜਦੋਂ ਵੀ ਹੋਇਆ, ਘੱਲੂਘਾਰਾ ਹੀ ਹੋਇਆ। ਭਾਵੇਂ ਪਹਿਲਾ ਘੱਲੂਘਾਰਾ, ਭਾਵੇਂ ਦੂਜਾ ਘੱਲੂਘਾਰਾ, ਤੇ ਭਾਵੇਂ ਇਹ ਤੀਜਾ ਘੱਲੂਘਾਰਾ। ਇਹ ਵੀ ਘੱਲੂਘਾਰਾ ਸੀ। ਘੱਲੂਘਾਰਾ ਇਨ ਸੈਂਸ, ਇਹ 52 ਨੰਬਰ ਪੇਜ ਨਾਨਾਵਟੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਮੋਤੀ ਸਿੰਘ ਦਾ ਹਲਫਨਾਮਾ, ਉਹਦੇ 2 ਪੋਤੇ ਮਾਰੇ ਗਏ ਸੀ, ਉਹਨੇ ਕੋਟ ਕੀਤਾ ਹੈ ਜੋ ਉਹਨੇ ਸੱਜਣ ਕੁਮਾਰ ਨੂੰ ਕਹਿੰਦੇ ਹੋਏ ਸੁਣਿਆ। ਉਹ ਕਹਿੰਦਾ ਕਿ ਰੋਸ਼ਨ ਸਿੰਘ ਔਰ ਭਾਗ ਸਿੰਘ ਨੂੰ ਜਿੰਨੇ ਮਾਰਿਆ, ਉਹਨੂੰ 1-1000 ਰੁਪਇਆ, ਜਿਹੜਾ ਹੋਰ ਸਿੱਖ ਦਾ ਕਤਲ ਕਰੇਗਾ ਉਹਨੂੰ ਮੈਂ 500-500 ਰੁਪਏ ਦੇਵਾਂਗਾ। ਉਹਦੇ ਬਾਅਦ ਉਸ ਇਲਾਕੇ ਸੁਲਤਾਨਪੁਰੀ ਦੇ ਉਸ ਇਲਾਕੇ ਦੇ ਵਿੱਚ 400 ਸਿੱਖਾਂ ਦਾ ਕਤਲ ਹੋਇਆ ਅੱਧੇ ਘੰਟੇ ਦੇ ਅੰਦਰ ਅੰਦਰ। ਇਹ ਇਸ ਕਰਕੇ ਇਹ ਇੱਕ ਘੱਲੂਘਾਰਾ ਸੀ, ਇਹ ਇੱਕ ਮੈਸੇਕਰ ਸੀ। ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹਦੇ ਵਿੱਚ ਪ੍ਰਸ਼ਾਸਨ, ਪੁਲਿਸ, ਸਰਕਾਰ ਸਾਰੇ ਸ਼ਾਮਲ ਸੀ। ਕਿਉਂਕਿ ਨੁਕਸਾਨ ਜੇ ਦੰਗਾ ਹੁੰਦਾ ਹੈ, ਜੇ ਕੋਈ ਭੜਕ ਜਾਂਦਾ ਹੈ, ਤੇ ਉਹਦੇ ਵਿੱਚ ਨੁਕਸਾਨ ਉਧਰ ਵੀ ਹੋਣਾ ਚਾਹੀਦਾ, ਇੱਧਰ ਵੀ ਹੋਣਾ ਚਾਹੀਦਾ। ਇੱਥੇ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ। ਦੂਜੀ ਗੱਲ, ਦੰਗੇ ਦੇ ਅੰਦਰ ਤੁਸੀਂ ਦੇਖੋਗੇ ਕਿ ਉਹ ਇੱਕਦਮ ਭੜਕਦਾ। ਇੰਦਰਾ ਗਾਂਧੀ ਮਾਰੀ ਗਈ 31 ਅਕਤੂਬਰ ਨੂੰ ਸਵੇਰੇ 10 ਵਜੇ ਦੇ ਕਰੀਬ, ਤੇ ਅਗਲੇ ਦਿਨ 9 ਵਜੇ ਤੱਕ ਕਿਸੇ ਸਿੱਖ ਦੇ ਕਤਲ ਦੀ ਕੋਈ ਖਬਰ ਨਹੀਂ ਆਈ। ਹਾਂ, ਕਿਤੇ ਨਾ ਕਿਤੇ ਕਿਸੇ ਦੀ ਪੱਗ ਲਾਤੀ, ਕਿਸੇ ਦਾ ਸਕੂਟਰ ਨੂੰ ਗਿਰਾ ਦਿੱਤਾ, ਇਹੋ ਜਿਹੀਆਂ ਛੁੱਟ-ਪੁੱਟ ਘਟਨਾਵਾਂ ਸ਼ੁਰੂ ਹੋ ਗਈਆਂ, ਕਿਤੇ ਨਾ ਕਿਤੇ ਹਲਕੀ ਆਈਆਂ।
ਪਰ ਇਹ ਵੱਡੇ ਲੈਵਲ ਦੇ ਉੱਤੇ ਕਤਲੇਆਮ ਨਹੀਂ ਸ਼ੁਰੂ ਹੋਇਆ। ਜਦੋਂ ਦੰਗਾ ਹੁੰਦਾ ਉਹ ਕਿਸੇ ਮਸਲੇ ਦੇ ਉੱਤੇ ਇੱਕਦਮ ਭੜਕਦਾ ਹੈ। ਉਸ ਵੇਲੇ ਐਦਾਂ ਨਹੀਂ ਹੁੰਦਾ ਕਿ ਪਲਾਨ ਕਰਕੇ ਚਿੱਟਾ ਪਾਊਡਰ ਤਿਆਰ ਕਰੋ ਜੀ, ਇੱਥੋਂ ਟ੍ਰੇਨਾਂ ਲਗਾਓ, ਰੋਹਤਕ ਤੋਂ ਟ੍ਰੇਨ ਲਗਾਈ ਗਈ, ਡੀਟੀਸੀ ਦੀਆਂ ਬੱਸਾਂ, ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਲਿਆਈਆਂ ਗਈਆਂ, ਸਿੱਖਾਂ ਦੀਆਂ ਵੋਟਰ ਲਿਸਟਾਂ ਕੱਢੀਆਂ ਗਈਆਂ ਤੇ ਇਸ ਤਰ੍ਹਾਂ ਦੇ ਨਾਲ ਡਰਾਈਵਰਾਂ ਦੀਆਂ ਡਿਊਟੀਆਂ ਲਾ ਕੇ ਤੁਸੀਂ ਕਿੱਥੇ ਕਿੱਥੇ ਕਤਲੇਆਮ ਕਰਨ ਵਾਸਤੇ ਕ੍ਰਿਮੀਨਲਸ ਨੂੰ ਜੇਲ੍ਹਾਂ ਤੋਂ ਛੱਡ ਕੇ ਲਿਆਂਦਾ ਗਿਆ। ਇਹ ਇੱਕ ਕਤਲੇਆਮ ਵੈਲ ਪਲਾਨਡ ਸਪਾਂਸਰਡ ਟੈਰਰਿਜ਼ਮ ਜਿਹਨੂੰ ਮੈਂ ਕਹਿੰਦਾ ਸਟੇਟ ਟੈਰਰਿਜ਼ਮ ਸੀ। ਇਹ ਕਦੇ ਵੀ ਦੰਗਾ ਨਹੀਂ ਕਹਾਇਆ ਜਾਂਦਾ। ਇਹਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਜਦੋਂ गिरफ्तार किए गए 236 के 250 बंदे गिरफ्तार किए गए, वो सारे दे सारे सिख सी, मारे भी सिख जा रहे सी ते गिरफ्तार भी सिख हो रहे सी। कि इहनूं तुसीं दंगा कह सकते हो? ते अज तक न्याय नहीं होण दिता, पुलिस ने FIR नहीं दर्ज कीतियां। अगर दंगा सी, अगर दोष नहीं सी तो FIR दर्ज, ते इस करके एक घल्लूकारा कंटिन्यू कर रहा अज तक। इस करके इहनूं दंगा कहना बिल्कुल ही गलत होवेगा। ਦੂਸਰੀ ਗੱਲ, ਤੁਹਾਨੂੰ ਕੀ ਲੱਗਦਾ ਵੀ ਪੁਲਿਸ ਦਾ ਕੀ ਰੋਲ ਸੀ ਤੇ ਨੇਤਾਵਾਂ ਦਾ ਕੀ ਰੋਲ ਸੀ ਇਹਦੇ ਵਿੱਚ? ਦੇਖੋ, ਪੁਲਿਸ ਦਾ ਰੋਲ ਪੂਰੀ ਤਰ੍ਹਾਂ ਦੇ ਨਾਲ ਇਸ ਕਤਲੇਆਮ ਕਰਾਉਣ ਦੇ ਵਿੱਚ ਸੀ। ਜਿਹੜਾ 32 ਨੰਬਰ ਬਲਾਕ ਦੀ ਮੈਂ ਗੱਲ ਕੀਤੀ ਤ੍ਰਿਲੋਕਪੁਰੀ ਦੇ ਅੰਦਰ, ਉੱਥੇ ਸਿੱਖ ਆਪਣਾ ਮੁਕਾਬਲਾ ਕਰ ਰਹੇ ਸੀ। ਤਕਰੀਬਨ 400-500 ਸਿੱਖ ਸੀਗੇ ਤੇ ਉਹ ਭੀੜ ਭਾਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੀ, ਪਰ ਜਦੋਂ 400-500 ਸਿੱਖ ਵੀ ਖੜਾ ਹੋਏ ਨਾ ਤੇ ਉਹ ਅੱਗੇ ਨਹੀਂ ਵੱਧ ਸਕੇ। ਉਹਨਾਂ ਨੇ ਕਈ ਦਫਾ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਪਿੱਛੇ ਭਜਾ ਦਿੱਤਾ। ਹੁਣ ਜਿਹੜਾ ਹੈ ਇਹ SHO ਸ਼ੂਰਵੀਰ ਤਿਆਗੀ ਉੱਥੇ ਆਉਂਦਾ, ਉਹ ਆ ਕੇ ਕਹਿੰਦਾ ਕਿ ਤੁਸੀਂ ਆਪਣੇ ਆਪਣੇ ਹਥਿਆਰ ਛੱਡ ਦਿਓ, ਆਪਣੇ ਆਪਣੇ ਘਰਾਂ ਨੂੰ ਅਲੱਗ-ਅਲੱਗ ਚਲੇ ਜਾਓ, ਪੁਲਿਸ ਆ ਗਈ ਹੈ, ਲਾਅ ਐਂਡ ਆਰਡਰ ਸਾਡੀ ਜ਼ਿੰਮੇਵਾਰੀ ਹੈ, ਇਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਉਹ ਸਿੱਖ 32 ਨੰਬਰ ਬਲਾਕ ਦੇ ਭਰੋਸਾ ਕਰ ਲੈਂਦੇ ਨੇ, ਆਪਣੇ ਆਪਣੇ ਘਰਾਂ 'ਚ ਅਲੱਗ-ਅਲੱਗ ਚਲੇ ਜਾਂਦੇ ਨੇ। ਉਹ ਜਿਹੜੇ ਯੂਨਾਈਟਿਡ ਸੀ ਪਹਿਲਾਂ ਅਲੱਗ-ਅਲੱਗ ਹੋ ਗਏ, ਪੁਲਿਸ ਨੇ ਮਿਲ ਕੇ ਹਮਲਾ ਕਰਾ ਦਿੱਤਾ ਉਹਨਾਂ ਦੇ ਉੱਤੇ ਤੇ ਉੱਥੇ 400 ਤੋਂ ਵੱਧ ਸਿੱਖਾਂ ਦਾ ਇੱਕੋ ਬਲਾਕ ਦੇ ਅੰਦਰ ਕਤਲ ਕਰਤਾ। ਕੋਈ ਬੀਬੀ ਨਹੀਂ ਬਚੀ ਜਿਹੜੀ ਵਿਧਵਾ ਨਾ ਹੋਈ ਹੋਏ, ਕੋਈ ਬੱਚਾ ਨਹੀਂ ਬਚਿਆ ਜਿਹੜਾ ਅਨਾਥ ਨਾ ਹੋਇਆ ਹੋਵੇ। ਜਦ ਕਿ ਉਹਦੇ ਨਾਲ ਹੀ ਲੱਗਦਾ 29 ਨੰਬਰ ਬਲਾਕ ਹੈ, ਉਸੇ ਜਗ੍ਹਾ ਤੇ ਉਹਨਾਂ ਨੇ ਪੁਲਿਸ ਦੀ ਗੱਲ ਨਹੀਂ ਮੰਨੀ। ਉਹ ਕਹਿੰਦੇ ਨਹੀਂ ਅਸੀਂ ਨਹੀਂ ਮੰਨਾਂਗੇ, ਅਸੀਂ ਆਪਣੇ ਧਿਆਨ ਛੱਡਾਂਗੇ, ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਉੱਥੇ ਕਤਲੇਆਮ ਨਹੀਂ ਹੋਇਆ। ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਕਤਲੇਆਮ ਨਹੀਂ ਹੋਇਆ। ਪਰ ਜਿਨ੍ਹਾਂ ਨੇ ਇਹ ਪੁਲਿਸ ਦੀ ਗੱਲ ਮੰਨੀ, ਪੁਲਿਸ ਨੇ ਉਹਨਾਂ ਦਾ ਕਤਲੇਆਮ ਕਰਾ ਦਿੱਤਾ। ਸਰਾਏ ਰੋਹਿਲਾ ਦੇ ਅੰਦਰ ਵੀ ਸਿੱਖਾਂ ਦੇ ਕਤਲੇਆਮ ਕਰਾਇਆ ਗਿਆ। ਉੱਥੇ ਗੁਰਦੁਆਰਾ ਸਾਹਿਬ ਨੂੰ ਬਚਾ ਰਹੇ ਸੀ ਤੇ ਪੁਲਿਸ ਨੇ ਜਾ ਕੇ ਹਮਲਾ ਕਰਕੇ ਉੱਥੇ ਸਿੱਖ ਮਾਰ ਦਿੱਤੇ। ਸਤਪਾਲ ਕੌਰ ਜੀ ਦੀ ਮੈਂ ਕਹਾਣੀ ਆਪਣੀ ਕਿਤਾਬ 'ਚ ਲਿਖੀ ਹੈ, ਉਹ ਬੱਚੀ ਦੇ ਭਰਾ ਨੂੰ ਉਹਦੇ ਸਾਹਮਣੇ ਪੁਲਿਸ ਵਾਲੇ ਨੇ ਕਤਲੇਆਮ ਕਰਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਬਤ ਹੋ ਚੁੱਕੀਆਂ, ਇਹ ਉਹਨਾਂ ਦੇ ਗਵਾਹੀਆਂ ਵਿਟਨੈਸ ਦੇ ਆਧਾਰ ਦੇ ਉੱਤੇ ਮੈਂ ਕਹਿ ਰਿਹਾ। ਇਹ ਆਸ਼ਰਮ ਜਿਹੜਾ ਸਾਡੇ ਲਾਜਪਤ ਨਗਰ ਦੇ ਨੇੜੇ ਪੈਂਦਾ, ਉੱਥੇ ਪੁਲਿਸ ਦੀ ਜੀਪ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਸਿੱਖਾਂ ਨੇ ਹਿੰਦੂਆਂ ਦੀਆਂ ਲਾਸ਼ਾਂ ਮਤਲਬ ਕੱਟ ਕੇ ਤੇ ਪੰਜਾਬ ਤੋਂ ਭੇਜੀਆਂ ਤੇ ਉਹਨਾਂ ਨੇ ਜ਼ਹਿਰ ਮਿਲਾ ਦਿੱਤਾ ਹੈ। ਇਹ ਪੁਲਿਸ ਅਫਵਾਹਾਂ ਆਪ ਉਡਾ ਰਹੀ ਸੀ। ਇਹ ਪੁਲਿਸ ਕੰਮ ਕਰ, ਜੇ ਕਿਸੇ ਨੇ ਫੋਨ ਕੀਤਾ ਪੁਲਿਸ ਨੂੰ ਤੇ ਉਹ ਕਹਿੰਦੇ ਕਿ ਤੁਸੀਂ ਆਪਣਾ ਨੰਬਰ ਤੇ ਐਡਰੈਸ ਦੇ ਦਿਓ, ਤੁਹਾਨੂੰ ਸਾੜਨ ਵਾਸਤੇ ਵੀ ਆ ਰਹੇ ਨੇ। ਇਹ ਕੰਮ ਪੁਲਿਸ ਕਰ ਰਹੀ ਸੀ, ਇਹ ਰੋਲ ਪੁਲਿਸ ਦਾ ਸੀ। ਔਰ ਇਸੇ ਕਰਕੇ ਕਿਉਂਕਿ ਸਿੱਧੇ ਤੌਰ ਤੇ ਪੁਲਿਸ ਸ਼ਾਮਲ ਸੀ, ਉਹਨਾਂ ਨੇ ਅੱਗੇ FIR ਨਹੀਂ ਕਰ ਦਿੱਤੀਆਂ। ਜੇ ਕਿਸੇ ਨੇ FIR ਦਰਜ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਪੁੱਠਾ ਟੰਗ ਦਿੱਤਾ ਗਿਆ। ਕਹਿੰਦੇ ਜਿੱਥੇ ਤੇਰਾ ਭਰਾ ਭੇਜਿਆ ਉੱਥੇ ਭੇਜ ਜਾਾਂਗੇ, ਤੇਰੀ ਧੀਆਂ ਨੂੰ ਨੰਗੀ ਕਰਕੇ ਅਸੀਂ ਥਾਣੇ ਬਿਠਾ ਲਾਂਗੇ ਜੇ ਤੂੰ FIR ਦਰਜ ਕਰਾਏਗਾ। ਤੇ ਇਹ ਰੋਲ ਪੁਲਿਸ ਦਾ ਸੀ, ਜਿਸ ਪੁਲਿਸ ਨੂੰ ਰਿਸਪੌਂਸਿਬਿਲਿਟੀ ਸੀ ਕਿ ਉਹ ਕਤਲੇਆਮ ਜਿਹੜਾ ਹੋਇਆ ਉਸ ਨੂੰ ਰੋਕਦੀ, ਉਹ ਪੁਲਿਸ ਆਪ। ਮੈਂ ਗੱਲ ਸਿਰਫ ਕੋਈ ਤੋਹਮਤ ਨਹੀਂ ਲਾ ਰਿਹਾ, ਇੱਕ ਬਕਾਇਦਾ ਕੁਸਮਲਤਾ ਮਿੱਤਲ ਕਮੇਟੀ ਦੀ ਰਿਪੋਰਟ ਹੈ ਜਿਹੜੀ ਸਰਕਾਰ ਨੇ ਆਪ ਬਣਾਈ ਸੀ, ਜਿਨੇ ਕਿਹਾ ਕਿ 72 ਪੁਲਿਸ ਅਫਸਰ ਸਿੱਧੇ ਤੌਰ ਤੇ ਦੋਸ਼ੀ ਹੈ, ਇਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਲਗਾ ਕੇ ਕਾਰਵਾਈ ਕਰਨੀ ਚਾਹੀਦੀ ਹੈ। ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨੇ ਕਿਹਾ DSP ਸੇਵਾ ਦਾਸ ਇਹ ਪੁਲਿਸ ਦੇ ਨਾਂ ਦੇ ਉੱਤੇ ਕਲੰਕ ਹੈ। ਉਹਨੇ ਕਿਹਾ ਕਿ ਇਹ ਸ਼ੂਰਵੀਰ ਤਿਆਗੀ ਵਰਗਿਆਂ ਦੇ ਕ੍ਰਿਮੀਨਲ ਚਾਰजेस ਲੱਗਣੇ ਚਾਹੀਦੇ ਨੇ, ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਸਾਰੇ ਪ੍ਰਮੋਟ ਕਰ ਦਿੱਤੇ ਗਏ। ਇਹ ਸਰਕਾਰ ਉਹਨਾਂ ਦੇ ਨਾਲ ਮਿਲੀ ਹੋਈ ਸੀ। ਇਸ ਪੁਲਿਸ ਨੇ ਉਹ ਰੋਲ ਅਦਾ ਕੀਤਾ ਹੈ ਜਿਸ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਔਰ ਇਹਨਾਂ ਨੇ ਇਸ ਕਰਕੇ ਸਜ਼ਾਵਾਂ ਤੇ ਕਿੱਥੋਂ ਆਉਣੀਆਂ ਜਦ ਤਫਤੀਸ਼ ਹੀ ਪੁਲਿਸ ਨੇ ਕਰਨੀ ਹੈ, ਕੇਸ ਹੀ ਪੁਲਿਸ ਨੇ ਕਰ। ਔਰ ਕਈ ਕੇਸ ਐਦਾਂ ਦੇ ਆ ਜਿਨ੍ਹਾਂ ਵਿੱਚ ਜਦੋਂ ਬੜਾ ਰੋਲਾ ਪਿਆ ਕਿ ਇਹ ਕਤਲੇਆਮ ਹੋਇਆ, ਖਬਰ ਆ ਗਈ ਇੰਡੀਅਨ ਐਕਸਪ੍ਰੈਸ ਚ ਬਾਅਦ ਚੋਂ 3 ਦਿਨਾਂ ਬਾਅਦ, ਤੇ
FIR ਜਿਹੜੀ ਦਰਜ ਕੀਤੀ ਗਈ ਉਹ 3 ਲੈਣਾ ਦੀ FIR ਕੀ ਇਸ ਬਲਾਕ ਦੇ ਅੰਦਰ ਭੀੜ ਨੇ ਹਮਲਾ ਕੀਤਾ ਤੇ ਇੰਨੇ ਕਿ ਸਿੱਖਾਂ ਦਾ ਕਤਲ ਹੋ ਗਿਆ। ਕਿਸਨੇ ਕੀਤਾ, ਕੌਣ ਉਹਨਾਂ ਨੂੰ ਲੀਡ ਕਰ ਰਿਹਾ ਸੀ, ਕਿੱਥੋਂ ਹਥਿਆਰ ਲਏ ਸੀ, ਇਹ ਕਿਸ ਢੰਗ ਨਾਲ ਹੋਇਆ, ਕੋਈ ਉਹਦੇ ਵਿੱਚ ਦਰਜ ਨਹੀਂ, ਕੋਈ ਦੋਸ਼ੀ ਨਹੀਂ, ਕਿਸੇ ਦੇ ਉੱਤੇ ਕੋਈ ਇਲਜ਼ਾਮ ਨਹੀਂ। ਹੁਣ ਇਸ FIR ਦੇ ਦਰਜੇ ਉੱਤੇ ਸਰਕਾਰ ਕੇਸ ਕਿਤੇ ਚਲੇਗਾ? ਕੇਸ ਚੱਲ ਹੀ ਨਹੀਂ ਸਕਦਾ, ਕਿਉਂਕਿ ਜਦੋਂ ਦੇ ਤੁਸੀਂ ਕੋਈ ਦੋਸ਼ੀ ਨਹੀਂ ਦੱਸਿਆ ਕਿਹਦੇ ਚਲੇ ਹਵਾ 'ਚ ਤਾਂ ਨਹੀਂ ਕੇਸ ਚੱਲਦਾ ਕਿ ਭਾਈ ਇਹ ਲੋਕ ਆਏ ਸੀ, ਇਹ ਇਲਜ਼ਾਮ ਲੱਗਾ, ਇਹਨਾਂ ਨੂੰ ਇਹ ਲੀਡ ਕਰ ਰਹੇ ਸੀ, ਇਹ ਨੇਤਾ ਦੇ ਸ਼ਾਮਲ ਸੀ। ਜਦ ਕੋਈ ਹੈ ਹੀ ਨਹੀਂ ਤੇ ਕੇਸ ਕਿਵੇਂ ਚੱਲ ਜਾਏਗਾ? ਇਹ ਇਦਾਂ ਦੇ ਕੰਮ ਪੁਲਿਸ ਨੇ ਕੀਤੇ ਆ। ਤੁਹਾਨੂੰ ਕੀ ਲੱਗਦਾ ਵੀ ਇਹ ਪਹਿਲਾਂ ਹੁਣ 28 ਸਾਲ ਹੋ ਗਏ ਇਸ ਕਤਲੇਆਮ ਹੋਏ ਨੂੰ, ਜੇ ਆਪਾਂ ਸਾਰੇ ਪਜ਼ਲਸ ਟੁਗੇਦਰ ਕਰਦੇ ਹਾਂ, ਜਿੱਦਾਂ ਸੋਨੀਆ ਗਾਂਧੀ ਇੰਟਰਵਿਊ ਦੇ ਰਹੀ ਆ ਕਿ ਮੇਰੀ ਸੱਸ ਇੰਦਰਾ ਗਾਂਧੀ ਨੂੰ ਪਹਿਲਾਂ ਪਤਾ ਸੀ ਕਿ ਮੈਂ ਆਈ ਵਿਲ ਬੀ ਡਨ, ਮੇਰਾ ਮਰਡਰ ਹੋ ਜਾਏਗਾ ਜਾਂ ਵਾਟਐਵਰ, ਤੁਹਾਨੂੰ ਲੱਗਦਾ ਇਹ ਪਹਿਲਾਂ ਤੋਂ ਹੀ ਪਲਾਨ ਕੀਤਾ ਹੋਇਆ ਸੀ ਕਿ ਇੰਦਰਾ ਗਾਂਧੀ ਦੇ ਮਰਡਰ ਤੋਂ ਮਗਰੋਂ ਪਲਾਨ ਕੀਤਾ ਗਿਆ ਸਿੱਖਾਂ ਨੂੰ? ਦੇਖੋ, ਜਿਸ ਢੰਗ ਦੇ ਨਾਲ ਕਤਲੇਆਮ ਹੋਇਆ ਉਹਦੇ ਤੋਂ ਲੱਗਦਾ ਕਿ ਕੋਈ ਨਾ ਕੋਈ ਯੋਜਨਾ ਪਹਿਲੇ ਵੀ ਹੋ ਸਕਦੀ ਹੈ। ਕੁਝ ਮੈਂ ਕਿਤਾਬ ਪੜ੍ਹੀ ਹੈ, ਜਿੱਦਾਂ ਡਾਕਟਰ ਸੰਗਤ ਸਿੰਘ ਦੀ ਪੜ੍ਹੀ, ਆਪਰੇਸ਼ਨ ਵੁੱਡਰੋਜ਼ ਦੀ ਗੱਲ ਕਰਦੇ ਹੈ ਤੇ ਉਹਦੇ 'ਚ ਕਹਿੰਦੇ ਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ, ਕਿਉਂਕਿ ਜਿਹੜਾ ਇਹਨਾਂ ਦਾ ਆਪਣਾ ਵਿਦੇਸ਼ ਸਚਿਵ ਸੀ MK ਵਲੀ, ਉਹਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਗੱਲ ਕਹੀ ਸੀ, ਉਹਨੇ BBC ਨੂੰ ਇੰਟਰਵਿਊ 'ਚ ਕਹਿੰਦਾ ਕਿ ਅਸੀਂ ਸਿੱਖਾਂ ਦੀ ਪੰਜਾਬ ਦੇ ਵਿੱਚ ਕਮਰ ਤੋੜ ਦਿੱਤੀ ਹੈ ਤੇ ਹੁਣ ਅਸੀਂ ਇਹਨਾਂ ਨੂੰ ਬਾਕੀ ਜਗ੍ਹਾ ਦੇਖਾਂਗੇ। ਯਾਨੀ ਕਿ ਸਿੱਖ ਜਿਹੜੇ ਨੇ ਅਪਰਾਧੀ ਨੇ ਤੇ ਅਸੀਂ ਉਹਨਾਂ ਦੀ ਕਮਰ ਇੱਥੇ ਤੋੜ ਦਿੱਤੀ, ਹੁਣ ਬਾਕੀ ਜਗ੍ਹਾ ਦੇਖਾਂਗੇ। ਔਰ ਉਹਦੇ ਬਾਅਦ ਨਵੰਬਰ ਦੇ ਵਿੱਚ ਇਹ ਪੂਰੇ ਯੋਜਨਾਬੱਧ ਢੰਗ ਦੇ ਨਾਲ ਹੁੰਦਾ ਤੇ ਇਸ ਕਰਕੇ ਮੇ ਬੀ ਇਟਸ ਪੋਸੀਬਲ ਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਣਾ ਸੀ ਉਹਦੇ ਤੋਂ ਪਹਿਲਾਂ ਫਿਰ ਸਿੱਖਾਂ ਦੇ ਖਿਲਾਫ ਇੱਕ ਮਾਹੌਲ ਕ੍ਰੀਏਟ ਕਰਕੇ ਸ਼ਾਇਦ ਇਸ ਤਰ੍ਹਾਂ ਦਾ ਕੋਈ ਕਤਲੇਆਮ ਕਰਾਉਣ ਦੀ ਇਹਨਾਂ ਦੀ ਸਾਜ਼ਿਸ਼ ਸੀ ਪਹਿਲੇ ਤੋਂ। ਕਿਉਂਕਿ ਜਿਸ ਢੰਗ ਨਾਲ ਇਹਨਾਂ ਨੇ ਪੁਲਿਸ ਨੂੰ ਵੀ ਲਾਮਬੰਦ ਕਰ ਲਿਆ, ਜਿਸ ਢੰਗ ਦੇ ਨਾਲ ਇਹਨਾਂ ਨੇ ਮੀਡੀਆ ਨੂੰ ਵੀ ਨਾਲ ਲੈ ਲਿਆ ਤੇ ਜਿਸ ਢੰਗ ਦੇ ਨਾਲ ਇਹਨਾਂ ਨੇ ਆਰਮੀ ਨੂੰ ਵੀ ਕੋਈ ਐਕਸ਼ਨ ਕਰਨ ਤੋਂ ਰੋਕ ਲਿਆ, ਨਾ ਕਰਨ ਦਿੱਤਾ, ਤੇ ਉਹਦੇ ਤੋਂ ਸਾਬਤ ਹੁੰਦਾ ਕਿ ਇਹ ਗੱਲ ਤਾਂ ਸਾਬਿਤ ਹੈ ਕਿ ਸਾਜ਼ਿਸ਼ ਸੀ, ਯੋਜਨਾਬੱਧ ਢੰਗ ਨਾਲ ਪਲਾਨ ਕਰਕੇ ਮੈਸੇਕਰ ਕੀਤਾ ਗਿਆ। ਹੁਣ ਇਹਦੀ ਯੋਜਨਾ ਪਹਿਲੇ ਬਣੀ ਕਿ ਨਹੀਂ ਬਣੀ ਇਹ ਅਜੇ ਸਾਡੇ ਕੋਲ ਸਬੂਤ ਤਾਂ ਨਹੀਂ, ਪਰ ਜਿਹਨੂੰ ਕਹਿੰਦੇ ਨਾ ਕਿ ਸਰਕਮਸਟੈਂਸਸ ਐਵੀਡੈਂਸ ਦੇ ਅਨੁਸਾਰ ਲੱਗਦਾ ਹੈ ਕਿ ਇਹਨਾਂ ਦੀ ਕੋਈ ਨਾ ਕੋਈ ਯੋਜਨਾ ਪੂਰੇ ਦੇਸ਼ ਦੇ ਅੰਦਰ ਸਿੱਖਾਂ ਨੂੰ ਸਬਕ ਸਿਖਾਉਣ ਦੀ ਸੀ। ਹੁਣ ਵੀ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਨੇ ਉਹ ਕਹਿੰਦੇ ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ, ਮੇਰੇ ਦਿਮਾਗ 'ਚ ਕਈ ਵਾਰੀ ਗੱਲ ਆਉਂਦੀ ਹੁੰਦੀ ਆ ਵੀ ਜੇ ਰਾਵਣ ਨੂੰ ਕਿੰਨੀ ਦੇਰ ਤੋਂ ਜਲਾਉਂਦੇ ਆ ਰਹੇ ਨੇ, ਜਾਂ ਰਾਵਣ ਨੂੰ ਜਾਂ ਹੋਰ ਅਸੀਂ ਬਰਸ਼ੀਆਂ ਸ਼ਹੀਦੀਆਂ ਮਨਾਉਂਦੇ ਆ, ਭਗਤ ਸਿੰਘ ਦਾ ਜਨਮ ਦਿਨ ਜਾਂ ਮਹਾਤਮਾ ਗਾਂਧੀ ਦਾ ਜਨਮ ਦਿਨ ਜਾਂ ਨਹਿਰੂ ਦਾ, ਜੇ ਉਹ ਨਹੀਂ ਭੁੱਲੇ ਤੇ ਸਿੱਖ ਕਿਵੇਂ ਭੁੱਲ ਜਾਣੇ? ਤੁਹਾਨੂੰ ਲੱਗਦਾ ਵੀ ਇਹ ਵਾਜਬ ਗੱਲ ਆ? ਡਾਕਟਰ ਮਨਮੋਹਨ ਸਿੰਘ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ? ਇਹ ਇੱਕ ਕਾਇਰਤਾ ਦੀ ਗੱਲ ਹੈ ਤੇ ਇਹ ਇੱਕ ਕਿਸੇ ਡਰ ਤੋਂ ਪੁੱਜੀ ਹੋਈ ਮਾਨਸਿਕਤਾ ਹੈ ਕਿ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਭੁੱਲ ਜਾਓ ਕਿ ਅਪਰਾਧ ਨਹੀਂ ਹੋਇਆ, ਕਿ ਡਾਕਟਰ ਮਨਮੋਹਨ ਸਿੰਘ ਨੂੰ ਆਪਣੇ ਘਰ ਤੇ ਹੋਇਆ ਹਮਲਾ ਭੁੱਲ ਗਿਆ, ਕਿ ਉਹਨੂੰ ਲੱਗਦਾ ਕਿ ਮੈਂ ਮੰਤਰੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ ਤੇ ਹੁਣ ਮੈਂ ਇਸ ਕਤਲੇਆਮ ਦੇ ਉੱਤੇ ਪਰਦਾ ਪਾ ਦਿਆਂ। ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2005 ਦੇ ਅੰਦਰ ਪਾਰਲੀਮੈਂਟ ਦੇ ਅੰਦਰ ਇਹ ਭਰੋਸਾ ਦਿਵਾਇਆ ਸੀ ਕਿ ਮੈਂ ਜਗਦੀਸ਼ ਟਾਈਟਲਰ ਨੂੰ ਮਿਨਿਸਟਰੀ ਤੋਂ ਹਟਾ ਰਿਹਾ ਤੇ ਮੈਂ ਇਹਨਾਂ ਕਾਤਲਾਂ ਦੇ ਖਿਲਾਫ ਸਜ਼ਾਵਾਂ ਦੇ ਵਾਸਤੇ ਮੈਂ ਕੇਸ ਕਰਾਂਗਾ। ਮੈਂ ਉਸੇ ਪਾਰਲੀਮੈਂਟ ਦੇ ਅੰਦਰ ਕਵਰ ਕਰ ਰਿਹਾ ਸੀ, ਰਾਜ ਸਭਾ ਦੀ ਪ੍ਰੈਸ ਗੈਲਰੀ 'ਚ ਮੈਂ ਬੈਠਾ ਸੀ ਕਿਉਂਕਿ ਪਾਰਲੀਮੈਂਟ ਦੀ ਪ੍ਰੋਸੀਡਿੰਗ ਮੈਂ ਕਵਰ ਕਰਦਾ ਹੁੰਦਾ ਸੀ। ਮੈਨੂੰ ਯਾਦ ਹੈ, ਮੇਰੀ ਅੱਖਾਂ ਦੇ ਸਾਹਮਣੇ ਇਹਨਾਂ ਕੰਨਾਂ ਨਾਲ ਸੁਣਿਆ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਹ ਗੱਲ ਕਹੀ। ਪਰ 2005 ਤੋਂ ਲੈ ਕੇ 2009 ਆ ਗਿਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਉਹ ਸਾਨੂੰ ਭੁਲਵਾਉਣਾ ਚਾਹੁੰਦੇ ਸੀ। ਤੇ ਉਸ ਵੇਲੇ ਇਹ ਕਿਉਂ ਕਹਿ ਰਹੇ ਸੀ ਕਿ ਅਸੀਂ CBI ਨੂੰ ਕਹਾਂਗੇ ਕਿ ਉਹ ਦੇਖੇ ਕਿ ਇਹਨਾਂ ਦੇ ਖਿਲਾਫ ਕੀ ਲੀਗਲ ਐਕਸ਼ਨ ਲਿੱਤਾ ਜਾ ਸਕਦਾ। ਇਹਨਾਂ ਨੇ ਜਦੋਂ 2009 ਦਾ ਇਲੈਕਸ਼ਨ ਅਨਾਉਂਸ ਕਰ ਦਿੱਤਾ ਗਿਆ, ਉਸ ਇਲੈਕਸ਼ਨ ਅਨਾਉਂਸ ਕਰਕੇ ਜਦੋਂ ਮਾਡਲ ਕੋਡ ਆਫ ਕੰਡਕਟ ਇਲੈਕਸ਼ਨ ਦਾ ਲਾਗੂ ਹੋ ਗਿਆ, ਸਜ਼ਾਵਾਂ ਤਾਂ ਕੀ ਦਿਵਾਉਣੀਆਂ ਸੀ। ਇਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ CBI ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦਿੰਦੇ ਆ, ਸੱਜਣ ਕੁਮਾਰ ਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਨੇ, ਉਹਦੇ ਖਿਲਾਫ ਜਿਹੜੇ ਗਵਾਹ ਨੇ ਉਹ ਭਰੋਸੇ ਲਾਇਕ ਨਹੀਂ ਨੇ। ਇਹ ਇਹਨਾਂ ਨੇ ਕੀਤਾ ਇੱਕ ਸਾਜ਼ਿਸ਼ ਕਰਕੇ 84 ਦਾ ਮਸਲਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਖਤਮ ਕਰਨਾ ਚਾਹ ਰਹੀ ਸੀ ਜਾਂਦੇ ਜਾਂਦੇ। ਉਸ ਵੇਲੇ ਇੱਥੇ ਕਲੀਨ ਚਿਟ ਦਿੱਤੀ, ਨਾਲ ਹੀ ਸੱਜਣ ਕੁਮਾਰ ਤੇ ਟਾਈਟਲਰ ਵਰਗਿਆਂ ਨੂੰ ਇਹਨਾਂ ਨੇ ਟਿਕਟਾਂ ਦੇ ਦਿੱਤੀਆਂ ਕਾਂਗਰਸ ਪਾਰਟੀ ਦੀਆਂ। ਉਸ ਵੇਲੇ ਵੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚੁੱਪ ਰਹੇ ਕਿ ਭੁੱਲ ਜਾਣਾ ਚਾਹੀਦਾ। ਤੇ ਇਹਦੇ ਨਾਲ ਹੀ ਇਹ ਗੱਲ ਕਲੀਅਰ ਹੋ ਗਈ ਮੇਰੇ ਮਨ ਦੇ ਅੰਦਰ ਕਿ ਨਾ ਤਾਂ ਦੁਬਾਰਾ ਕਮਿਸ਼ਨ ਬਣਨਾ, 99 ਕਮਿਸ਼ਨ ਤੋਂ ਬਾਅਦ ਕੋਈ ਕਮਿਸ਼ਨ ਨਹੀਂ ਬਣਿਆ 84 ਨੂੰ ਲੈ ਕੇ, ਇਟ ਵਾਸ ਦ ਲਾਸਟ ਕਮਿਸ਼ਨ।
ਤੇ ਨਾ ਕੋਈ ਰਿਪੋਰਟ ਪੇਸ਼ ਹੋਣੀ ਪਾਰਲੀਮੈਂਟ ਦੇ ਅੰਦਰ, ਤੇ ਜਦੋਂ ਪਾਰਲੀਮੈਂਟ ਦੀ ਰਿਪੋਰਟ ਨਹੀਂ ਪੇਸ਼ ਹੋਣੀ ਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ। ਨੰਬਰ 2, ਤੇ ਜੇ CBI ਨੇ ਕਲੀਨ ਚਿਟ ਦੇ ਦਿੱਤੀ ਤੇ ਉਹਨੇ ਕਹਿ ਦਿੱਤਾ ਕਿ ਵੀ ਆਰ ਨਾਟ ਇੰਟਰਸਟਿਡ ਇਨ ਪਰਸੂਇੰਗ ਦਿਸ ਕੇਸ ਐਨੀ ਫਰਦਰ, ਤੇ ਕਲੋਜ਼ਰ ਰਿਪੋਰਟ ਫਾਈਲ ਕਰ ਰਹੇ ਆ ਤੇ ਸਾਡੇ ਕੋਲ ਕੋਈ ਸਬੂਤ ਨਹੀਂ ਹੈ, ਤੇ ਫਿਰ ਭਲਾ ਕਿਹੜਾ ਕੇਸ ਚੱਲਣਾ ਹੈ ਤੇ ਕਿਹੜੀ ਕਿਸੇ ਨੇ ਕੋਈ ਗੱਲ ਨਿਆਂ ਦੀ ਕਰਨੀ ਹੈ। ਤੀਜੀ ਗੱਲ, ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਪਾਰਲੀਮੈਂਟ ਇਲੈਕਸ਼ਨ ਲੜਨ ਦੀਆਂ, ਤੇ ਜੇ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਤੇ ਇਹਨਾਂ ਦੀਆਂ 7 ਸੀਟਾਂ ਜਿੱਤੇ ਨੇ ਦਿੱਲੀ ਦੇ ਅੰਦਰ, ਇਹਦਾ ਮਤਲਬ ਸੱਜਣ ਕੁਮਾਰ ਦਾ ਟਾਈਟਲ ਨੂੰ ਜਿੱਤਣਾ ਸੀ। ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦਿੱਤੀ ਸੀ, ਉਹਦਾ ਭਰਾ ਜਿੱਤ ਗਿਆ। ਟਾਈਟਲਰ ਦੇ ਘਰਦਿਆਂ ਨੂੰ ਨਹੀਂ ਟਿਕਟ ਦਿੱਤੀ ਪਰ ਦੂਜੇ ਨੂੰ ਦਿੱਤੀ ਸੀ, ਉਹ ਵੀ ਜਿੱਤ ਗਿਆ। ਇਹਦਾ ਮਤਲਬ ਹੈ ਕਿ ਇਹਨਾਂ ਨੇ ਫੇਰ ਜਿੱਤ ਕੇ ਮੰਤਰੀ ਬਣ ਜਾਣਾ ਸੀ ਤੇ 84 ਦਾ ਸਾਰਾ ਸਿੱਖ ਕਤਲੇਆਮ ਦਾ ਜਿਹੜਾ ਮਸਲਾ ਸੀ ਉਹ ਖਤਮ ਹੋ ਜਾਣਾ ਸੀ। ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਾਨੂੰ ਕਹਿੰਦੇ ਆ ਭੁੱਲ ਜਾਓ, ਤੇ ਫਿਰ ਜਦੋਂ ਉਹ ਤੋਂ ਬਾਅਦ ਮੈਨੂੰ ਜੁੱਤੀ ਸੁੱਟਣੀ ਪਈ ਜਦੋਂ 2 ਅਪ੍ਰੈਲ 2009 ਨੂੰ ਪੀ ਚਿਦੰਬਰਮ ਨੇ ਇਹ ਕਿਹਾ ਕਿ ਆਈ ਐਮ ਵੈਰੀ ਹੈਪੀ ਮਾਈ ਫਰੈਂਡਸ ਹੈਵ ਬੀਨ ਐਗਜ਼ੋਰਟਡ ਬਾਈ CBI, ਮੈਂ ਬੜਾ ਖੁਸ਼ ਹਾਂ ਮੇਰੇ ਮਿੱਤਰ ਛੱਡ ਦਿੱਤੇ ਗਏ। 5 ਦਿਨ ਬਾਅਦ ਮੈਂ ਉਹਨੂੰ 7 ਅਪ੍ਰੈਲ 2009 ਨੂੰ ਉਹਦੀ ਪ੍ਰੈਸ ਕਾਨਫਰੰਸ ਸੀ ਕਾਂਗਰਸ ਹੈੱਡਕੁਆਟਰ ਦੇ ਅੰਦਰ, ਤੇ ਮੈਂ ਉਹਨੂੰ ਪੁੱਛਿਆ ਤੂੰ ਖੁਸ਼ੀ ਕਿਵੇਂ ਜਤਾ ਰਹੇ ਹੈ? ਮੈਂ ਕਿਹਾ ਜੇ ਮੋਦੀ ਛੁੱਟ ਜਾਏਗਾ ਤੇ ਬੋਲੇਗਾ ਮੈਂ ਖੁਸ਼ ਹਾਂ, ਜੇ ਉੜੀਸਾ ਦੇ ਕਾਤਲ ਛੁੱਟ ਜਾਣਗੇ ਤੇ ਕਹੇਗਾ ਮੈਂ ਖੁਸ਼ ਹਾਂ, ਤੇ ਜੇ ਮੈਂ ਕਿਹਾ ਪੰਡਤਾਂ ਦੇ ਕਾਤਲ ਵੀ ਜੇ ਛੁੱਟ ਗਏ ਜੇ ਕਸ਼ਮੀਰ ਦੇ ਅੰਦਰ ਜੇ ਉਹਨਾਂ ਨੂੰ ਮਾਰਿਆ ਗਿਆ, ਨਿਰਦੋਸ਼ ਕਿਸੇ ਨੂੰ ਵੀ ਮਾਰਿਆ ਜਾ ਸਕਦਾ, ਤੇ ਤੂੰ ਕਹੇਗਾ ਕਿ ਮੈਂ ਖੁਸ਼ ਹਾਂ? ਤੇ ਉਹ ਕਹਿੰਦਾ ਨਹੀਂ, ਤੁਸੀਂ ਯੂ ਆਰ ਯੂਜ਼ਿੰਗ ਦਿਸ ਪਲੇਟਫਾਰਮ ਫॉर योर ਏਜੰਡਾ। ਮੈਂ ਕਹਿੰਦਾ ਯੂ ਹੈਵ ਮੇਡ ਅ ਸਟੇਟਮੈਂਟ that I am very happy, I am asking clarification, ਜਵਾਬ ਦੇ ਮੈਨੂੰ ਇਹਦਾ। ਕਹਿੰਦਾ ਮੈਂ ਕਾਊਂਟਰ ਕੁਐਸਚਨ ਨਹੀਂ ਕਰਨ ਦੀ ਲੋੜ ਹੈ ਕਿ ਬਸ I don't want to get into any argument ਵਿੱਚ, ਮੈਂ ਬਹਿਸ ਨਹੀਂ ਕਰਨੀ, ਉਹਨੂੰ ਬਿਠਾ ਦਿਓ। ਉਸ ਵੇਲੇ ਮੈਂ ਜੁੱਤੀ ਲਾਈ ਤੇ ਸੁੱਟੀ, ਮੈਂ ਕਿਹਾ ਆਈ ਪ੍ਰੋਟੈਸਟ। ਹਾਂ ਮੈਂ ਤਿਆਰ ਹੋ ਕੇ ਗਿਆ ਸੀ ਜੁੱਤੀ ਸੁੱਟਣ, ਮੈਂ ਕਹਿ ਸਕਦਾ, ਪਰ ਇੱਕ ਗੱਲ ਮੈਂ ਸੋਚੀ ਸੀ, ਜੇ ਇਹਨੇ ਕਿਹਾ ਕਿ ਅਸੀਂ ਕਾਤਲਾਂ ਦੇ ਖਿਲਾਫ ਕਾਰਵਾਈ ਕਰਾਂਗੇ, ਹੋਮ ਮਿਨਿਸਟਰ ਹੈ ਤੇ ਅਸੀਂ ਕੇਸ ਦਰਜ ਕਰਾਂਗੇ, ਜੇ ਕਹਿਣਗੇ ਕਿ ਅਸੀਂ ਟਿਕਟਾਂ ਕੱਟ ਦਿੰਨੇ ਆ ਤੇ ਮੈਂ ਨਹੀਂ ਮਾਰਾਂਗਾ। ਪਰ ਮੈਨੂੰ ਭਰੋਸਾ ਸੀ 99.9% ਕਿ ਇਹਨਾਂ ਨੇ ਇਹ ਸਮਝ ਲਿਆ ਹੈ ਕਿ ਸਿੱਖ ਹੁਣ ਬਿਲਕੁਲ ਅਸੀਂ ਕੁੱਟ ਲਏ ਆ, ਇਹਨਾਂ ਨੂੰ ਕੋਈ ਲੋੜ ਕੋਈ ਇਹਨਾਂ ਦੇ ਤੇ ਇਨਸਾਫ ਦੇਣ ਦੀ ਕੋਈ ਲੋੜ ਨਹੀਂ, ਤੇ ਟਿਕਟਾਂ ਦੇ ਕੇ ਇਹਨਾਂ ਨੂੰ ਵੀ ਬਰੀ ਕਰਾ ਲੈਣੇ ਆ ਸਰਕਾਰ ਜਾਂਦੇ ਜਾਂਦੇ। ਇਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਦੋਂ ਜੁੱਤੀ ਪਈ ਉਸ ਵੇਲੇ ਫਿਰ ਟਿਕਟਾਂ ਕੱਟੀਆਂ ਗਈਆਂ ਦੋਨਾਂ ਦੀਆਂ, ਤੇ ਕਾਂਗਰਸ ਪਾਰਟੀ ਨੇ ਕਿਹਾ ਹੁਣ ਸਿੱਖਾਂ ਦੀ ਭਾਵਨਾਵਾਂ ਸਮਝਦੇ ਆ। ਇਹੀ ਹੋਮ ਮਿਨਿਸਟਰ ਨੇ ਜਿਹੜਾ ਪਹਿਲੇ ਕਹਿੰਦਾ ਸੀ ਮੈਂ ਬੜਾ ਖੁਸ਼ ਹਾਂ ਕਿ ਕਾਤਲ ਛੁੱਟ ਗਏ, ਉਹ ਕਹਿੰਦਾ ਕਿ ਗ੍ਰੀਵੈਂਸਸ ਆਰ ਲੈਜੀਟਿਮੇਟ, ਇਨਫ ਪੀਪਲ ਹੈਵ ਨਾਟ ਬੀਨ ਪਨਿਸ਼ਡ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2 ਦਿਨ ਬਾਅਦ ਕਿਹਾ ਦੇਰ ਆਏ ਦੁਰਸਤ ਆਏ, ਟਿਕਟਾਂ ਕੱਟਣ ਤੋਂ ਬਾਅਦ। ਜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ, ਮੈਂ ਅੱਜ ਵੀ ਅਪੀਲ ਕਰਦਾ, ਜੇ ਤੁਹਾਡੇ ਦਿਲ 'ਚ ਇਹ ਭਾਵਨਾ ਹੈ, ਤੁਹਾਡੀ ਜੇ ਇੰਨੀ ਹਿੰਮਤ ਨਹੀਂ ਪੈਂਦੀ ਹੈ, ਤੁਸੀਂ ਜਰਨੈਲ ਸਿੰਘ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹ ਜੁੱਤੀ ਸੁੱਟੇ ਤੇ ਮੈਂ ਉਹਨਾਂ ਦੀ ਟਿਕਟਾਂ ਕੋਈ ਕੱਟੀਆਂ ਜਾਂ ਤੇ ਮੈਂ ਕੋਈ ਗੱਲ ਕਰਾਂ, ਤੇ ਫਿਰ ਤੁਸੀਂ ਘੱਟੋ ਘੱਟ ਸਾਨੂੰ ਭੁੱਲਣ ਦੀ ਗੱਲ ਨਾ ਕਰੋ। ਮੈਂ ਬੇਨਤੀ ਕਰਦਾ ਕਿ ਤੁਸੀਂ ਇਹ ਹਿੰਮਤ ਦਿਖਾਓ, ਤੁਸੀਂ ਬਹੁਤ ਵੱਡਾ ਰਾਜ ਕਰ ਲਿਆ ਹੋ। ਸ਼ਾਇਦ ਮੇਰੇ ਖਿਆਲ ਨਹਿਰੂ ਨੇ ਵੀ ਇੰਨਾ ਰਾਜ ਨਹੀਂ ਕੀਤਾ। ਤੁਸੀਂ ਘੱਟੋ ਘੱਟ ਉਹਨਾਂ ਪੀੜਤਾਂ ਦੀ ਕਲੋਨੀਜ਼ ਤੇ ਜਾਓ, ਅੱਜ ਤੱਕ ਨਹੀਂ ਗਏ ਤੁਸੀਂ, ਉਹਨਾਂ ਦੇ ਸਿਰ ਤੇ ਜਾ ਕੇ ਹੱਥ ਤੇ ਰੱਖੋ। ਤੁਸੀਂ ਅੱਜ ਤੱਕ ਤੁਸੀਂ ਇਹ ਨਹੀਂ ਕੀਤਾ। ਇਹਨਾਂ ਕਾਤਲਾਂ ਨੂੰ ਜਿਹੜੇ ਤੁਹਾਡੀ ਪਾਰਟੀ 'ਚ ਬੈਠੇ ਨੇ, ਆਰਗੇਨਾਈਜੇਸ਼ਨ 'ਚ ਬੈਠੇ ਨੇ, ਇਹਨਾਂ ਨੂੰ ਪਾਰਟੀ 'ਚੋਂ ਬਾਹਰ ਤੇ ਕਢਵਾਓ। ਘੱਟੋ ਘੱਟ ਇਹ ਸਿੱਖ ਇਤਿਹਾਸ ਨੂੰ ਕਲੰਕਿਤ ਨਾ ਕਰਿਆ ਜੇ। ਠੀਕ ਹੈ, ਦੇਸ਼ ਦੀਆਂ, ਮੈਂ ਨਹੀਂ ਕਹਿੰਦਾ ਕਿ ਮਨਮੋਹਨ ਸਿੰਘ ਕਾਬਲ ਬੰਦਾ ਨਹੀਂ ਹੈ, ਮੈਂ ਨਹੀਂ ਕਹਿੰਦਾ ਕਿ ਉਹ ਇਮਾਨਦਾਰ ਬੰਦਾ ਨਹੀਂ ਹੈ, ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਸਿੱਖ ਏਜੰਡੇ ਨੂੰ ਲਾਗੂ ਕਰ ਦਿਓ। ਤੁਸੀਂ ਸੈਕੂਲਰ ਕੰਟਰੀ ਜਿਹੜੀ ਕਹਾਉਂਦੀ ਹੈ ਉਹਦੇ ਹੈੱਡ ਬਣੇ ਹੋ, ਪਰ ਕੀ ਸਿੱਖ ਉਸ ਦੇਸ਼ ਦੇ ਫਿਰ ਨਾਗਰਿਕ ਨਹੀਂ? ਫਿਰ ਤੁਸੀਂ ਜੇ ਉਹਨਾਂ ਦੇ ਨਾਲ ਕਤਲੇਆਮ ਹੋਇਆ ਤਾਂ ਉਹਨੂੰ ਭੁੱਲਣ ਦੀ ਗੱਲ ਕਿਉਂ ਕਹਿੰਦੇ ਹੋ? ਕੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਗੁਜਰਾਤ ਦੇ ਮੁਸਲਮਾਨਾਂ ਨੂੰ ਕਹਿਣਗੇ ਕਿ ਭੁੱਲ ਜਾਓ 2000 ਦੇ 2 ਦੰਗੇ? ਉਹਨਾਂ ਨੂੰ ਤਾਂ ਨਹੀਂ ਕਹਿੰਦੇ, ਉਹਨਾਂ ਨੂੰ ਕਹਿੰਦੇ ਯਾਦ ਰੱਖੋ। ਉੱਥੇ ਸੋਨੀਆ ਗਾਂਧੀ ਵੀ ਜਾ ਕੇ ਜਾਂਦੀ ਹੈ ਮੌਤ ਦਾ ਸੌਦਾਗਰ ਹੈ, ਤੇ 84 ਦੇ ਮੌਤ ਕੇ ਸੌਦਾਗਰ ਕਿਉਂ ਹੈ? ਇਹ ਭੁੱਲਣ ਦੀ ਬਿਮਾਰੀ ਨਹੀਂ ਲਾਉਣੀ ਚਾਹੀਦੀ। ਬੰਦਾ ਭੁੱਲਦਾ ਤਦ ਹੈ ਜਦੋਂ 70-80 ਸਾਲ ਦਾ ਹੋ ਜਾਂਦਾ ਨਾ, ਕਹਿੰਦੇ ਜੀ ਹੁਣ ਤਾਂ ਇਹ ਤਾਂ ਹੁਣ 70-72 ਗਿਆ, ਹੁਣ ਇਹਨੂੰ ਨਹੀਂ ਸਮਝ ਆਉਂਦੀ। ਇਹ ਕੌਮ ਤਾਂ ਅਜੇ ਜਵਾਨ ਹੋ ਰਹੀ ਹੈ। ਇਹ ਕੌਮ ਤਾਂ ਦੁਨੀਆ ਦਾ ਸਭ ਤੋਂ ਪੁੰਗਰਦਾ ਹੋਇਆ ਧਰਮ ਹੈ, ਸਭ ਤੋਂ ਜਵਾਨ ਧਰਮ ਹੈ। ਇਹਨੂੰ ਬੁੱਢਿਆਂ ਦੀ ਬਿਮਾਰੀ ਨਹੀਂ ਲੱਗਣੀ, ਤੇ ਨਾ ਅਸੀਂ ਲਾਉਣ ਵਾਲੇ ਹਾਂ। ਸਾਡੀ ਅਰਦਾਸ ਕਹਿੰਦੀ ਹੈ ਜਿਨ੍ਹਾਂ ਸਿੰਘਾਂ ਧਰਮੇਸ਼ ਤੇ ਬੰਦ ਕਟਾਏ, ਖੋਪੜੀਆਂ ਲੋਹਾਂ ਚਰਖੜੀਆਂ ਤੇ ਚੜੇ, ਅਸੀਂ ਆਪਣਾ ਇਤਿਹਾਸ ਨਹੀਂ ਭੁੱਲਦੇ। ਹਾਂ, ਅਸੀਂ ਕਿਸੇ ਨਿਰਦੋਸ਼ ਨੂੰ ਨਹੀਂ ਕਹਿੰਦੇ ਫਾਂਸੀ ਚੜਾ ਦਿਓ, ਅਸੀਂ ਨਹੀਂ ਕਹਿੰਦੇ ਕਿਸੇ ਨੂੰ ਗੋਲੀ ਮਾਰ ਦਿਓ, ਪਰ ਜਿਨ੍ਹਾਂ ਨੇ ਕਤਲੇਆਮ ਕੀਤਾ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ। ਜੇ ਸਾਨੂੰ ਇਹ ਸਲਾਹ ਦਿੰਦੇ ਹੋ ਤੇ ਪਾਰਲੀਮੈਂਟ 'ਚ ਅਮੈਂਡਮੈਂਟ ਲਿਆਓ ਕਿ ਜੇ ਮਾਈਨੋਰਟੀਜ਼ ਨੂੰ ਅਸੀਂ ਨਹੀਂ ਨਿਆਂ ਦੇ ਸਕਦੇ ਔਰ 27-28 ਸਾਲ ਲੰਘ ਜਾਣ ਤੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ ਚਾਹੀਦੀ, ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਭੁੱਲ ਜਾਓ। ਅਗਰ ਹਿੰਮਤ ਹੈ ਫਿਰ ਅਮੈਂਡਮੈਂਟ ਲਿਆਓ ਤੇ ਕਹਿ ਦਿਓ ਕਿ ਅਸੀਂ ਕਨਸਟੀਟਿਊਸ਼ਨ ਕਰਦੇ ਹਾਂ। ਜੇ ਤੁਹਾਡਾ ਸੰਵਿਧਾਨ, ਤੁਹਾਡਾ ਕਾਨੂੰਨ ਅਗਰ ਕਹਿੰਦਾ ਕਿ ਅਪਰਾਧੀ ਨੂੰ ਇਹ ਜਿਹੜੇ ਹੁਣ 25 ਸਾਲ ਬਾਅਦ ਸਜ਼ਾ ਦਿੱਤੀ ਹੈ ਉਹਨਾਂ ਸਿੰਘਾਂ ਨੂੰ ਜਿਹੜੇ ਇੱਕੋ ਬੈਂਕ ਡਕੈਤੀ ਦੇ ਮਾਮਲੇ ਤੁਸੀਂ ਸਾਰਿਆਂ ਨੂੰ ਸਜ਼ਾ ਦੇ ਦਿੱਤੀ 10-10 ਸਾਲ ਦੀ, ਔਰ ਉਹਦੇ 23 ਬੰਦੇ ਤੁਸੀਂ ਐਨਕਾਊਂਟਰ ਕਰ ਚੁੱਕੇ ਹੋ, ਤੇ ਸਾਡੇ ਵਾਸਤੇ ਕਿਉਂ ਕਹਿੰਦੇ ਭੁੱਲ ਜਾਓ? ਇਹ ਕਿਉਂ ਨਹੀਂ ਉੱਥੇ ਸਲਾਹ ਦਿੱਤੀ ਕਿ ਤੁਸੀਂ ਭੁੱਲ ਜਾਓ? ਤੇ ਇਹ ਸਲਾਹ ਨਾ ਸਿੱਖਾਂ ਨੇ ਕਦੇ ਮੰਨੀ ਹੈ ਤੇ ਨਾ ਕਦੇ ਮੰਨਣਗੇ।
ਦੂਸਰੀ ਗੱਲ ਜਰਨੈਲ ਸਿੰਘ ਜੀ 28 ਸਾਲ ਹੋ ਗਏ ਇਸ ਘੱਲੂਘਾਰੇ ਨੂੰ, ਅਜੇ ਤੱਕ ਇਨਸਾਫ ਤਾਂ ਮੈਨੂੰ ਲੱਗਦਾ ਜੇ ਹੁਣ ਇਨਸਾਫ ਦੇ ਵੀ ਦੇਣ ਉਹ ਕੋਈ ਬਾਹਰ ਸਵਾਲ ਨਹੀਂ ਹੋਣਾ, ਕਿਉਂਕਿ 28 ਸਾਲ ਹੋ ਗਏ ਉਹਨਾਂ ਨੇ ਮਿਨਿਸਟਰੀਆਂ ਭੋਗੀਆਂ, ਉਹ ਕੌਂਸਲਰ ਤੋਂ ਲੈ ਕੇ ਮਿਨਿਸਟਰ ਬਣ ਗਏ, ਸੈਂਟਰ ਗਵਰਨਮੈਂਟ 'ਚ ਚਲੇ ਗਏ, ਉਹਨਾਂ ਨੂੰ ਤੁਹਾਡੇ ਵਰਗੇ ਇੱਕ ਸਿੱਖ ਨੇ ਜੁੱਤੀ ਮਾਰ ਕੇ ਅਹਿਸਾਸ ਕਰਾਇਆ, ਨਹੀਂ ਤਾਂ ਉਹਨਾਂ ਦੀਆਂ ਟਿਕਟਾਂ ਨਹੀਂ ਸੀ ਕੱਟੀਆਂ ਜਾਣੀਆਂ ਜਦੋਂ ਤੁਸੀਂ ਕਹਿ ਰਹੇ ਆ। ਤੁਹਾਨੂੰ ਨਹੀਂ ਲੱਗਦਾ ਵੀ ਇਹ ਸਾਰਾ ਕੁਝ ਦੂਸਰੀਆਂ ਪਾਰਟੀਆਂ ਵੀ ਉਨੀਆਂ ਜ਼ਿੰਮੇਵਾਰ ਆ, ਕਿਉਂਕਿ 28 ਸਾਲਾਂ ਦੇ ਵਿੱਚ ਬੀਜੇਪੀ ਨੇ ਵੀ ਰਾਜ ਕੀਤਾ, ਕਾਂਗਰਸ ਨੇ ਵੀ ਰਾਜ ਕੀਤਾ, ਇਹ ਸਾਰੇ ਇਕੁਅਲ ਨਹੀਂ, ਇਹ ਸਾਰੇ ਜ਼ਿੰਮੇਵਾਰ ਨਹੀਂ ਇਸ ਕਾਂਡ ਲਈ? ਪਹਿਲੀ ਗੱਲ ਤਾਂ ਇੱਕ ਬਿਲਕੁਲ ਠੀਕ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਇਸ ਕਰਕੇ ਜੇ ਅੱਜ ਕਹੀਏ ਕਿ ਨਿਆਂ ਹੋ ਜਾਏਗਾ, ਨਿਆਂ ਦਾ ਕੋਈ ਮਤਲਬ ਨਹੀਂ। ਹਾਂ, ਫਿਰ ਵੀ ਜਿਹੜੇ ਕਾਤਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ, ਇਹਦੇ ਲਈ ਲੜਾਈ ਅਸੀਂ ਲੜਦੇ ਰਹਾਂਗੇ। ਜਿੱਥੋਂ ਤੱਕ ਤੁਸੀਂ ਕਿਹਾ ਕਿ ਬਾਕੀ ਦੋਸ਼ੀ ਨਹੀਂ ਨੇ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਸ ਵੇਲੇ ਇਹ ਕਤਲੇਆਮ ਹੋਇਆ ਉਸ ਵੇਲੇ ਕਾਂਗਰਸ ਪਾਰਟੀ ਪਾਵਰ ਵਿੱਚ ਸੀ। ਉਸ ਵੇਲੇ ਜੇ ਡਾਇਰੈਕਸ਼ਨਸ ਦਿੱਤੀਆਂ ਗਈਆਂ ਤੇ ਉਹ ਸਰਕਾਰ ਵੱਲੋਂ ਦਿੱਤੀਆਂ ਗਈਆਂ, ਇਸ ਕਰਕੇ ਸਭ ਤੋਂ ਵੱਡਾ ਦੋਸ਼ ਉਸੇ ਪੋਲੀਟੀਕਲ ਪਾਰਟੀ ਦਾ ਹੈ। ਤੇ ਜੇ ਨਿਆਂ ਨਹੀਂ ਹੋਣ ਦਿੱਤਾ, ਜੇ 28 ਸਾਲਾਂ ਵਿੱਚ 20 ਸਾਲ ਇਹਨਾਂ ਦੀ ਪਾਰਟੀ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਪਾਵਰ ਵਿੱਚ ਰਹੀ ਤੇ ਮੰਤਰੀ ਬਣਾ ਦਿੱਤੇ ਗਏ ਉਹ ਕਾਤਲ, ਸਜ਼ਾਵਾਂ ਨਹੀਂ ਹੋਣ ਦਿੱਤੀਆਂ, ਤੇ ਬਹੁਤ ਵੱਡਾ ਦੋਸ਼ ਕਾਂਗਰਸ ਪਾਰਟੀ ਦਾ ਹੈ। ਲੇਕਿਨ ਇਨ ਬਿਟਵੀਨ, ਕਿਉਂਕਿ ਮੈਂ ਇਸ ਕਰਕੇ ਕਹਿਣਾ ਕਿ ਜਦੋਂ ਵੀਪੀ ਸਿੰਘ ਦੀ ਵੀ ਸਰਕਾਰ ਥੋੜੀ ਜਿਹੀ ਬਣੀ ਸੀ, ਉਹਨੇ ਕੁਝ ਸਟੈਪ ਚੁੱਕੇ ਸੀ ਕਿ ਸਿੱਖਾਂ ਦੇ ਲਈ, ਪਰ ਉਹਦੇ ਬਾਅਦ ਜਦੋਂ ਇਹਨਾਂ ਦੀ ਸਰਕਾਰ ਬਣੀ ਤੇ ਇਹਨਾਂ ਨੇ ਵੀ ਮਿਨਾਰਟੀ ਕਮਿਸ਼ਨ ਬਣਾਇਆ, ਪਰ ਮੈਂ ਫਿਰ ਵੀ ਕਹਿਣਾ ਕਿ ਜੋ ਰੋਲ ਆਪੋਜੀਸ਼ਨ ਨੂੰ ਵੀ ਅਦਾ ਕਰਨਾ ਚਾਹੀਦਾ ਸੀ ਉਹ ਉਸ ਤਰ੍ਹਾਂ ਦੇ ਨਾਲ ਆਪਣਾ ਰੋਲ ਅਦਾ ਨਹੀਂ ਕਰ ਸਕੀ, ਕਿਉਂਕਿ ਜਿਸ ਤਰ੍ਹਾਂ ਦੇ ਨਾਲ 2002 ਦੇ ਜਿਹੜੇ ਦੰਗੇ ਹੋਏ ਆ ਉਹਦੇ ਵਿੱਚ 10 ਬੰਦਿਆਂ ਨੂੰ ਅੱਜ ਫਾਂਸੀ ਸੁਣਾਤੀ, 175 ਬੰਦਿਆਂ ਨੂੰ ਅੱਜ ਉਮਰ ਕੈਦ ਹੋ ਚੁੱਕੀ ਹੈ, ਤੇ ਉਹਦੇ ਵਿੱਚ ਮਾਇਆ ਕੋਡਨਾਨੀ ਮਿਨਿਸਟਰ ਜਿਹੜੀ 28 ਸਾਲ ਉਹਨੂੰ ਉਮਰ ਕੈਦ ਹੋਈ ਹੈ। ਜਿਹੜਾ ਪਿੱਛੇ ਅਮਿਤ ਸ਼ਾਹ ਜਿਹੜਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਉੱਤੇ ਕੇਸ ਚੱਲ ਰਿਹਾ ਹੈ, ਉੱਥੇ ਮੋਦੀ ਨੂੰ ਬੁਲਾ ਕੇ ਉਹਨਾਂ ਦੀ ਜਿਹੜੀ SIT ਬੈਠੀ ਹੈ ਉਹ ਉਹਨੂੰ ਗ੍ਰਿਲ ਕਰਦੀ ਹੈ, ਉਹਨੂੰ ਕਹਿੰਦੀ ਹੈ ਤੂੰ ਇਹਦੇ ਜਵਾਬ ਦੇ, ਬਿਠਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੀ ਇੰਟਰੋਗੇਸ਼ਨ ਕੀਤੀ ਗਈ, ਪਰ ਇਸ ਪਾਸੇ ਕੁਝ ਨਹੀਂ ਕੀਤਾ ਗਿਆ। ਤੇ ਇਸ ਕਰਕੇ ਦੋਸ਼ੀ ਘੱਟ ਵੱਧ ਸਾਰੇ ਨੇ, ਪਰ ਵੱਡਾ ਦੋਸ਼ ਜ਼ਾਹਰ ਤੌਰ ਦੇ ਉੱਤੇ ਕਾਂਗਰਸ ਪਾਰਟੀ ਨੂੰ ਜਾਂਦਾ ਹੀ ਹੈ। ਜਿਹੜਾ ਕਤਲੇਆਮ ਹੋਇਆ ਇਹ ਲੋਕਲ ਲੋਕਾਂ ਨੇ ਕੀਤਾ ਕਿ ਬਾਹਰੋਂ ਲੋਕ ਲੈ ਕੇ ਆਂਦੇ ਗਏ, ਪਲਾਂਟ ਕੀਤੇ ਗਏ? ਦੇਖੋ, ਇਹਦੇ ਵਿੱਚ ਕਿਸੇ ਅੜੋਸੀ ਪੜੋਸੀ ਨੇ ਚੁੱਕ ਕੇ ਹਮਲਾ ਨਹੀਂ ਕੀਤਾ। ਹਾਂ, ਕੁਝ ਜਿਹੜੀਆਂ ਬਸਤੀਆਂ ਨੇ ਉਹਨਾਂ ਦੇ ਵਿੱਚ ਆਸ-ਪਾਸ ਲੱਗਦੀਆਂ ਬਸਤੀਆਂ ਤੋਂ ਹਮਲਾ ਕਰਾਇਆ, ਜਿਨ੍ਹਾਂ ਨੂੰ ਸ਼ਰਾਬਾਂ ਪਿਆ ਕੇ ਉਹਨਾਂ ਨੂੰ ਕਹਿ ਕੇ ਜਿੰਨੀ ਮਰਜ਼ੀ ਲੁੱਟਮਾਰ ਕਰ ਲਓ, ਜਿੰਨੇ ਮਰਜ਼ੀਆਂ ਨੂੰ ਮਾਰ ਦਿਓ। ਹਰਿਆਣੇ ਤੋਂ ਮੈਂ ਤੁਹਾਨੂੰ ਦੱਸਿਆ ਨਾ ਟ੍ਰੇਨ ਆਈ ਸੀ, ਉਹ ਟ੍ਰੇਨ ਭਰ ਕੇ ਕਾਤਲਾਂ ਦੀ ਲਿਆਂਦੀ ਗਈ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਲਿਆ ਕੇ, ਕਿਉਂਕਿ ਜਿਹੜਾ ਸਾਡੇ ਦਿੱਲੀ ਵਿੱਚ ਵੀ ਲਾਜਪਤ ਨਗਰ ਮੈਂ ਆਪਣਾ ਜਾਣਦਾ, ਜਦੋਂ ਹਮਲਾ ਹੋਇਆ ਤੇ ਹਮਲਾ ਕਰਨ ਵਾਲੇ ਬਾਹਰੋਂ ਆਏ ਸੀ, ਪਰ ਉਹਨਾਂ ਦੇ ਨਾਲ ਸਾਥ ਦੇਣ ਵਾਸਤੇ ਲੋਕਲ ਕਾਂਗਰਸ ਦੇ ਲੀਡਰ ਨਾਲ ਸੀ, ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿਹੜੇ ਸਿੱਖ ਦਾ ਘਰ ਕਿੱਥੇ। ਹਾਂ, ਜਦੋਂ ਉਹਨਾਂ ਨੇ ਇਹ ਸਭ ਸ਼ੁਰੂ ਕੀਤਾ ਤੇ ਲੁੱਟ-ਪਾਟ ਕਰਨ ਵਾਸਤੇ ਜਦੋਂ ਲਾਲਚ 'ਚ ਆ ਕੇ ਕੁਝ ਅੜੋਸੀ ਪੜੋਸੀ ਵੀ ਜਾ ਕੇ ਦੁਕਾਨਾਂ ਵਿੱਚ ਲੁੱਟ-ਪਾਟ ਕਰਕੇ ਆ ਗਏ, ਚਲੋ ਉਹ ਕਹਿੰਦੇ ਬਹਿੰਦੀ ਗੰਗਾ 'ਚ ਹੱਥ ਧੋ ਲਈਏ, ਇਹ ਕੀਤਾ। ਪਰ ਇਹ ਨਹੀਂ, ਕਿਉਂਕਿ ਮੈਂ ਫਿਰ ਗੱਲ ਕਰ ਰਿਹਾ, ਜਦੋਂ ਦੰਗਾ ਹੁੰਦਾ ਨਾ ਫਿਰ ਹੁੰਦਾ ਕਿ ਅੜੋਸੀ ਪੜੋਸੀ ਆਪਸ 'ਚ ਲੜ ਪਏ, ਸਾਰਾ ਕੁਝ ਹੋ ਜਾਂਦਾ। ਪਰ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਉਹ ਇੱਕ ਮੈਸੇਕਰ ਪਲਾਨ ਢੰਗ ਦੇ ਨਾਲ ਹੈ, ਉਹਦੇ ਵਿੱਚ ਕਾਤਲ ਹਾਇਰ ਕੀਤੇ ਜਾਂਦੇ ਨੇ, ਕਾਤਲਾਂ ਨੂੰ ਲਿਆਇਆ ਜਾਂਦਾ, ਉਹਨਾਂ ਨੂੰ ਸ਼ਰਾਬਾਂ ਪਿਆਈਆਂ ਜਾਂਦੀਆਂ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਕਿਹਾ ਜਾਂਦਾ ਕਿ ਹੋਰ ਜਿੰਨੇ ਕਤਲ ਕਰੋਗੇ ਉਹਦੇ ਪੈਸੇ ਮਿਲਣਗੇ, ਪੁਲਿਸ ਤੁਹਾਡਾ ਸਾਥ ਦੇਗੀ, ਪੁਲਿਸ ਤੁਹਾਡੇ ਨਾਲ ਰਹੇਗੀ। ਤੇ ਇਸ ਕਰਕੇ ਮੈਂ ਫਿਰ ਕਹਿ ਦੇਣਾ, ਜੇ ਅਸੀਂ ਕਹੀਏ ਕਿ ਅੜੋਸੀ ਪੜੋਸੀਆਂ ਨੇ ਨਹੀਂ ਕੀਤਾ, ਹਾਂ ਕਈ ਜਗ੍ਹਾ ਦੇ ਉੱਤੇ ਅੜੋਸੀ ਪੜੋਸੀਆਂ ਨੇ ਗਲਤ ਰੋਲ ਅਦਾ ਕੀਤਾ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜਿਹੜੇ ਅਸੀਂ ਸਾਰਿਆਂ ਨੂੰ ਬਿਲਕੁਲ ਬਰੀ ਕਰ ਦਈਏ, ਕਿਉਂਕਿ ਕਿਤੇ ਨਾ ਕਿਤੇ ਉਸ ਮਾਹੌਲ ਜਿਹੜਾ ਕ੍ਰੀਏਟ ਕੀਤਾ ਸੀ, ਲੋਕਾਂ 'ਚ ਇੱਕ ਭਾਵਨਾ ਜ਼ਰੂਰ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਜਿੱਦਾਂ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਨੌਵੇਂ ਪਾਤਸ਼ਾਹ ਦੇ ਇਹ ਸ਼ਹੀਦੀ ਨੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਤਾ ਉਸ ਧਰਮ ਨੂੰ ਬਚਾਉਣ ਲਈ, ਇਹ ਅਕਿਰਤ ਘਣਤਾ ਦੀ ਹੱਦ ਨਹੀਂ ਤੁਹਾਨੂੰ ਲੱਗਦਾ? ਮੈਨੂੰ ਲੱਗਦਾ ਹੈ ਕਿ ਹੱਦ ਦੀ ਵੀ ਕੋਈ ਹੱਦ ਹੋਏਗੀ ਤੇ ਉਹ ਵੀ ਟੱਪੀ ਗਈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੇ ਸਾਕਾ,
ਧਰਮ ਹੇਤ ਤੀ ਜਿਨ ਕਰੀ ਸੀਸ ਦੀ ਆਪਸੀ ਨਾ ਉਚਰੀ। ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਤਿਲਕ ਜਨੇਊ ਨੂੰ ਰੱਖਣ ਵਾਸਤੇ ਐਡੀ ਵੱਡੀ ਕੁਰਬਾਨੀ ਕੀਤੀ ਹੈ, ਉਸ ਜਿੱਥੇ ਕੁਰਬਾਨੀ ਕੀਤੀ ਹੈ ਉਹਨਾਂ ਥਾਵਾਂ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਕਾਬਗੰਜ ਸਾਹਿਬ ਤੇ ਵੀ ਹਮਲਾ ਹੋਇਆ। ਮੁਖਤਿਆਰ ਸਿੰਘ ਹੁਣ ਮੈਨੇਜਰ ਹੈ ਤੇ ਮੈਂ ਹੁਣੀ ਆਉਣ ਤੋਂ ਪਹਿਲਾਂ ਕੈਨੇਡਾ ਫੇਰੀ ਤੋਂ ਪਹਿਲਾਂ ਵੀ ਉਹਨੂੰ ਮਿਲ ਕੇ ਆਇਆ ਸੀ, ਅਸੀਂ ਉਹਦੇ ਨਾਲ ਵੀ ਗੱਲਬਾਤ ਹੋ ਰਹੀ ਸੀ। ਉਹਦਾ ਹਲਫਨਾਮਾ ਹੈ ਜਿਹਦੇ 'ਚ ਉਹ ਕਹਿੰਦਾ ਹੈ ਕਿ ਬਾਹਰ ਇਹ ਸਾਰੇ ਕਾਤਲ ਖੜੇ ਸੀ, ਬਸੰਤ ਸਾਠੇ, ਕਮਲ ਨਾਥ, ਸੁਭਾਸ਼ ਟੰਡਨ, ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ। ਉਸ ਗੁਰਦੁਆਰਾ ਸਾਹਿਬ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਭਾਈ ਲੱਖੀ ਸ਼ਾਹ ਵਣਜਾਰੇ, ਉਸ ਥਾਂ ਦੇ ਉੱਤੇ ਮੈਂ ਇੱਕ ਹੋਰ ਗੱਲ ਇੱਥੇ ਦੱਸ ਦਿਆਂ, ਭਾਈ ਲੱਖੀ ਸ਼ਾਹ ਵਣਜਾਰੇ ਦਾ ਪਿੰਡ ਸੀ ਹੈ ਜਿੱਥੇ ਇਹ ਪਾਰਲੀਮੈਂਟ ਬਣੀ ਹੈ, ਜਿੱਥੇ ਇਹ ਸੈਂਟਰਲ ਸੈਕਟਰੀਏਟ ਬਣਿਆ, ਜਿੱਥੇ ਇਹ ਨਾਰਥ ਬਲਾਕ ਸਾਊਥ ਬਲਾਕ ਬਣੇ ਹੈ। ਇਹ ਜਿੰਨਾ ਵੀ ਅੱਜ ਸਰਕਾਰ ਜਿੱਥੋਂ ਚੱਲਦੀ ਹੈ ਇਹ ਸਾਰਾ ਭਾਈ ਲੱਖੀ ਸ਼ਾਹ ਵਣਜਾਰੇ ਦੀ ਥਾਂ ਸੀ, ਜਿਹਨੂੰ ਲੈ ਕੇ ਕੇਸ ਵੀ ਚੱਲਿਆ। ਤੇ ਜਦੋਂ ਇਹਨਾਂ ਨੇ ਗੁਰਦੁਆਰਾ ਕਾਬਗੰਜ ਸਾਹਿਬ ਦੀ ਪਹਿਲੇ ਅੰਗਰੇਜ਼ਾਂ ਦੇ ਵੇਲੇ ਜਦੋਂ ਰਾਜਧਾਨੀ ਕਲਕੱਤੇ ਤੋਂ ਦਿੱਲੀ ਲਿਆਂਦੀ ਤੇ ਇਹਦੀ ਦੀਵਾਰ ਵੀ ਤੋੜੀ ਸੀ, ਤੇ ਉਸ ਵੇਲੇ ਭਾਈ ਰਣਧੀਰ ਸਿੰਘ ਵਰਗਿਆਂ ਨੇ ਮੋਰਚੇ ਲਾ ਕੇ ਇਸ ਦੀਵਾਰ ਦੇ ਤੋੜਨ ਦੇ ਖਿਲਾਫ ਮੋਰਚੇ ਲਾਏ ਸੀ ਤੇ ਜੇਲ੍ਹਾਂ ਭੁਗਤੀਆਂ ਸੀ। ਤੇ ਉਸ ਦੇ ਉੱਤੇ ਇਹਨਾਂ ਨੇ ਵੀ ਹਮਲਾ ਕੀਤਾ ਤੇ ਇੱਕ ਬਾਬੇ ਨੇ ਆ ਕੇ ਹੱਥ ਜੋੜੇ, ਕਹਿੰਦਾ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਤੁਸੀਂ ਹਮਲਾ ਨਾ ਕਰੋ। ਉਹਨਾਂ ਨੇ ਉਸ ਬਾਬੇ ਨੂੰ ਅੱਗ ਲਾਤੀ, ਬਾਬੇ ਨੂੰ ਅੱਗ ਲਾ ਦਿੱਤੀ। ਉਹਦਾ ਮੁੰਡਾ 14-15 ਸਾਲ ਦਾ, ਉਹ ਤੋਂ ਵੇਖਿਆ ਨਹੀਂ ਗਿਆ, ਉਹ ਬਾਬੇ ਨੂੰ ਬਚਾਉਣ ਵਾਸਤੇ ਦੌੜਿਆ, ਇਹਨਾਂ ਨੇ ਉਹਨੂੰ ਵੀ ਅੱਗ ਲਾਤੀ। ਬੱਚਾ ਬਚ ਸਕਦਾ ਸੀ ਕਿਉਂਕਿ ਉਹ 60-65% ਜਲਿਆ ਸੀ, ਪਰ ਉਹਨੂੰ ਨਾ ਤੇ ਇਹਨਾਂ ਨੇ ਹਸਪੀਟਲ ਲਿਜਾਣ ਦਿੱਤਾ, ਨਾ ਉਹਨੂੰ ਪਾਣੀ ਪਿਆਉਣ ਦਿੱਤਾ, ਉਹ ਤੜਫ ਕੇ ਦਮ ਤੋੜ ਗਿਆ। ਇਹ ਇਹਨਾਂ ਨੇ, ਮੈਂ ਕਹਿੰਦਾ ਕਿ ਜੇ ਇਤਿਹਾਸ ਦੇ ਵਿੱਚ ਇਹ ਮਿਸਾਲ ਨਹੀਂ ਮਿਲਣੀ ਕਿ ਕਿਸੇ ਇੱਕ ਧਰਮ ਦੇ ਮੁਖੀ ਨੇ ਦੂਜੇ ਧਰਮ ਦੇ ਲਈ ਕੁਰਬਾਨੀ ਕਰਤੀ, ਇਹ ਮਿਸਾਲ ਕਦੇ ਵੀ ਨਹੀਂ ਮਿਲਣੀ। ਜਿੱਥੇ ਕੁਰਬਾਨੀ ਕੀਤੀ ਉਸ ਥਾਂ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਇਹ ਤਾਂ ਫਿਰ ਵੀ ਮੈਂ ਉਸ ਨੂੰ ਸਲੂਟ ਕਰਦਾ ਜਿਹੜਾ ਆਪਣਾ ਇੱਕ ਅਫਸਰ ਸੀ, ਮੇਰੇ ਧਿਆਨ ਚੋਂ ਨਿਕਲ ਰਿਹਾ ਉਹਨਾਂ ਦਾ ਨਾਮ, ਈਸਾਈ ਅਫਸਰ ਸੀ ਉਹਨੇ ਅਗਰ ਗੋਲੀ ਨਾ ਚਲਾਈ ਹੁੰਦੀ, ਸਿਰਫ ਇੱਕ ਥਾਂ ਤੇ ਗੋਲੀ ਚਲਾਈ ਹੈ ਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਉੱਤੇ ਵੀ ਅੱਗ ਲਾ ਦਿੱਤੀ ਜਾਣੀ ਸੀ, ਕਿਉਂਕਿ ਆਸ-ਪਾਸ ਅੰਮ੍ਰਿਤਵਾਜ ਕੰਪਨੀ ਦੇ ਜਿਹੜੇ ਦੁਕਾਨਾਂ ਨੂੰ ਉਹਨਾਂ ਨੂੰ ਅੱਗ ਲਾਈ ਜਾ ਚੁੱਕੀ ਸੀ। ਜਿੰਨੇ ਵੀ ਦਿੱਲੀ ਤੋਂ ਬਿਨਾਂ ਵੀ ਹੋਰ ਬਹੁਤ ਥਾਵਾਂ ਤੇ ਕਤਲੇਆਮ ਹੋਇਆ, ਬੋਕਾਰੋ, ਕਾਨਪੁਰ, ਤੁਹਾਨੂੰ ਲੱਗਦਾ ਵੀ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਸਟੇਟਾਂ 'ਚ ਕਤਲੇਆਮ ਹੋਇਆ, ਸਾਰੇ ਹਿੰਦੁਸਤਾਨ 'ਚ ਕਤਲੇਆਮ ਹੋਇਆ? ਉਸ ਵੇਲੇ ਜ਼ਿਆਦਾਤਰ ਜਗ੍ਹਾ ਦੇ ਉੱਤੇ ਕਾਂਗਰਸ ਦੀ ਹੀ ਸਰਕਾਰਾਂ ਸੀ। ਅੱਛਾ ਜੀ। ਤੇ ਉਸ ਵੇਲੇ ਤਕਰੀਬਨ ਇਹਨਾਂ ਦਾ ਜ਼ੋਰ ਚੱਲਦਾ ਸੀ ਤੇ ਹਮਲਾ ਜ਼ਿਆਦਾਤਰ ਜਿੱਥੇ ਵੀ ਹੋਇਆ। ਇੰਨਾ ਜ਼ਰੂਰ ਹੈ ਕਿ ਜਿੱਥੇ ਕਾਂਗਰਸੀ ਲੀਡਰਾਂ ਨੇ ਜਿਹੜਾ ਗਲਤ ਰੋਲ ਅਦਾ ਕੀਤਾ, ਪਰ ਪ੍ਰਸ਼ਾਸਨ ਦੇ ਨਾਲ ਸੀ ਨਾ, ਪ੍ਰਸ਼ਾਸਨ ਤੇ ਕੋਈ ਕਾਂਗਰਸੀ ਜਾਂ ਬੀਜੇਪੀ ਵਾਲੇ ਨਹੀਂ ਹੁੰਦਾ ਨਾ। ਜੇ ਕਾਨਪੁਰ ਦੇ ਅੰਦਰ ਜੇ ਕੈਪਟਨ ਬੈਰਤ ਦਾ ਹਲਫਨਾਮਾ, ਉਹ ਕੈਪਟਨ ਬੈਰਤ ਆਰਮੀ ਦਾ ਅਫਸਰ ਸੀ, ਉਹਨੇ ਸਾਹਮਣੇ ਦੇਖਿਆ 25 ਸਿੱਖਾਂ ਨੂੰ 2 ਘਰਾਂ 'ਚ ਅੱਗ ਲਾਉਣ ਜਾ ਰਹੀ ਹੈ ਭੀੜ, ਉਹ ਕਹਿੰਦਾ ਮੈਨੂੰ ਆਰਡਰ ਦਿਓ ਮੈਂ ਇਸ ਭੀੜ ਨੂੰ ਖਿੰਡਾ ਪੁੰਡਾ ਦਿਆਂ। ਪਰ ਉਸ ਵੇਲੇ ਜਿਹੜਾ ਉਹ ਯਾਦਵ ਸੀ, ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ, ਉਹ ਕਹਿੰਦਾ ਤੈਨੂੰ ਜੀਪ ਤੋਂ ਉਤਰਨ ਦੀ ਵੀ ਆਗਿਆ ਨਹੀਂ ਹੈ, ਤੂੰ ਇੱਥੋਂ ਨਿਕਲ ਜਾ, ਮੈਂ ਆਪੇ ਦੇਖ ਲਵਾਂ। ਇੱਕ ਲੇਡੀ ਮੈਜਿਸਟ੍ਰੇਟ ਨਾਲ ਖੜੀ ਸੀ, ਕਹਿੰਦਾ ਤੁਸੀਂ ਆਗਿਆ ਦੇ ਦਿਓ, ਉਹ ਕਹਿੰਦੀ ਮੈਂ ਵੀ ਕੋਈ ਆਗਿਆ ਨਹੀਂ ਦੇ ਸਕਦੀ। ਤੇ ਉਹਨਾਂ ਨੇ ਉਹਨਾਂ ਦਾ ਕਤਲੇਆਮ ਕਰ ਦਿੱਤਾ। ਇਹ ਕਾਨਪੁਰ ਦੇ ਅੰਦਰ ਹੋਇਆ। ਆਰਮੀ ਦੇ ਰੋਲ ਦੀ ਗੱਲ ਕਰ ਲਓ, ਜਿਸ ਆਰਮੀ ਨੇ ਜੂਨ 84 ਦੇ ਵਿੱਚ ਟੈਂਕ ਚੜਾਤੇ, ਮੋਰਟਾਰ ਚੜਾ ਦਿੱਤੇ, ਇੰਨਾ ਵੱਡਾ ਕਤਲੇਆਮ ਕਰ ਦਿੱਤਾ, when the situation was far more serious in November 1984, ਕਿਸੇ ਨੇ ਇੱਕ ਗੋਲੀ ਨਹੀਂ ਚਲਾਈ, ਕਿਸੇ ਨੇ ਇੱਕ ਸ਼ਾਟ ਤੱਕ ਨਹੀਂ ਮਾਰਿਆ। ਕਿਉਂ? ਉਹ ਫਿਰ ਆਰਮੀ ਕਿੱਥੇ ਚਲੀ ਗਈ? ਮਤਲਬ ਸਿੱਖ ਮਾਰੇ ਜਾਣਗੇ ਤੇ ਉਸ ਵੇਲੇ ਆਰਮੀ ਦੀ ਵੀ ਗੋਲੀ ਨਹੀਂ ਚੱਲੇਗੀ ਤੇ ਪੁਲਿਸ ਦੀ ਗੋਲੀ ਵੀ ਨਹੀਂ ਚੱਲੇਗੀ। ਤੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੋਏਗਾ ਤੇ ਟੈਂਕ ਲੈ ਕੇ ਚੜ ਜਾਣਗੇ। ਔਰ ਇਹ ਬਰਾੜ ਵਰਗੇ ਬਕਵਾਸ ਕਰਦੇ ਖੜੇ ਹੋ ਕੇ, ਜਿਨ੍ਹਾਂ ਨੇ ਉਸ ਵੇਲੇ ਸ਼ਰਧਾਲੂਆਂ ਨੂੰ ਉੱਥੇ ਕਤਲੇਆਮ ਕਰ ਦਿੱਤਾ, ਜਿੱਥੇ 57-58 ਬੰਦੇ ਇੱਕ ਕਮਰੇ ਦੇ ਅੰਦਰ ਦਮ ਘੁੱਟ ਕੇ ਮਾਰ ਦਿੱਤੇ ਗਏ, ਔਰ ਅੱਜ ਆ ਕੇ ਬਕਵਾਸ ਕਰਦੇ ਆ ਲੋਕ। ਇਸ ਕਰਕੇ ਇਹ ਆਰਮੀ ਦਾ ਰੋਲ ਕੀ ਰਿਹਾ, ਇਹ ਦੇਖਣ ਦੀ ਲੋੜ ਹੈ। ਈਵਨ ਰੰਗਨਾਥ ਮਿਸ਼ਰਾ ਇਹ ਆਪ ਕਹਿ ਗਿਆ, ਜਿਹੜਾ ਉਹਨਾਂ ਦਾ ਝੋਲੀ ਚੁੱਕ ਸੀ, ਬਾਅਦ ਰਾਜ ਸਭਾ ਦਾ ਮੈਂਬਰ ਬਣਿਆ, ਪਰ ਇੱਕ ਗੱਲ ਕਹਿ ਗਿਆ, ਕਹਿੰਦਾ ਅਗਰ ਆਰਮੀ ਡਿਪਲੋਏ ਕਰ ਦਿੱਤੀ ਜਾਂਦੀ ਤੇ ਘੱਟੋ ਘੱਟ 2-2.5 ਸਿੱਖਾਂ ਦਾ ਕਤਲੇਆਮ ਬਚਾਇਆ ਜਾ ਸਕਦਾ ਸੀ ਦਿੱਲੀ 'ਚ। ਸਰਕਾਰੀ ਫਿਗਰ 2733 ਦੀ ਹੈ ਤੇ ਉਹ ਕਹਿੰਦਾ ਕਿ 2000 ਘੱਟ ਤੋਂ ਘੱਟ ਬਚਾਏ ਜਾ ਸਕਦੇ ਜੇ ਆਰਮੀ ਲਗਾਤੀ। ਆਰਮੀ ਉੱਥੇ ਮੌਜੂਦ ਸੀ, ਬ੍ਰਿਗੇਡ ਉੱਥੇ ਮੌਜੂਦ ਸੀ। ਇੱਥੋਂ ਤੱਕ ਕਿ ਜਨਰਲ ਵੈਦਿਆ ਨੇ ਇਹ ਗੱਲ ਕਹੀ ਕਿ ਉਸ ਵੇਲੇ ਸਾਡੇ ਕੋਲ ਬ੍ਰਿਗੇਡ ਮੌਜੂਦ ਸੀ, ਸਾਡੇ ਕੋਲ ਆਰਮੀ ਮੌਜੂਦ ਸੀ, ਪਰ ਇਹ ਸਾਨੂੰ
ਡਿਪਲੋਏ ਨਹੀਂ ਕੀਤਾ ਗਿਆ। ਬ੍ਰਿਗੇਡੀਅਰ ਕੋਹਲੀ ਦਾ ਕਹਿਣਾ ਹੈ ਕਿ ਅਸੀਂ ਕਾਨਪੁਰ ਵਿੱਚ ਵੀ ਸੀ ਪਰ ਸਾਨੂੰ ਨਹੀਂ ਲਗਾਇਆ ਗਿਆ, ਸਾਨੂੰ ਕੋਈ ਆਗਿਆ ਨਹੀਂ ਦਿੱਤੀ ਗਈ, ਇਸ ਕਰਕੇ ਇਹ ਰੋਲ ਇਹਨਾਂ ਨੇ ਅਦਾ ਕੀਤਾ। ਜਨਰਲ ਜਗਜੀਤ ਸਿੰਘ ਅਰੋੜਾ ਉਹ ਵਾਰ ਹੀਰੋ ਰਹੇ ਆ, ਇੰਡੀਆ ਵਾਸਤੇ ਲੜਿਆ ਉਹਨਾਂ ਤੇ ਵੀ ਅਟੈਕ ਹੋਇਆ ਜਦੋਂ ਕਤਲੇਆਮ ਹੋ ਰਿਹਾ ਸੀ। ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾਦੇਸ਼ ਦੀ ਉਹ ਵਾਰ ਜਿੱਤੀ ਹੈ 1971 ਦੇ ਅੰਦਰ, ਜਦੋਂ 93,000 ਪਾਕਿਸਤਾਨ ਦਾ ਫੌਜੀ ਸਰੈਂਡਰ ਕਰਾਇਆ। ਇਹਦੇ ਵਿੱਚ ਮੇਨ ਰੋਲ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦਾ ਸੀ ਤੇ ਨਾਲ ਆਪਣਾ ਸ਼ਾਬੇਗ ਸਿੰਘ ਜੀ ਦਾ ਸੀ। ਇਹਨਾਂ ਨੇ ਜਿਹੜੀ ਉੱਥੇ ਉਹ ਆਪਣੀ ਜਿਹੜੀ ਕੋਸ਼ਿਸ਼ਾਂ ਦੇ ਨਾਲ ਉਹਨਾਂ ਨੂੰ ਸਰੈਂਡਰ ਕਰਾਇਆ। ਇਹ ਮੈਂ ਹੀ ਨਹੀਂ ਕਹਿੰਦਾ ਹੀਰੋ, ਫੀਲਡ ਮਾਰਸ਼ਲ ਮੋਨਿਕ ਸ਼ਾਹ ਜਿਹੜਾ ਹਿੰਦੁਸਤਾਨ ਦਾ ਆਰਮੀ ਦੇ ਚੀਫ ਤੋਂ ਉੱਪਰ ਦਾ ਵੀ ਜਿਹੜਾ ਅਹੁਦਾ ਹੁੰਦਾ ਉਹਨੂੰ ਮਿਲਿਆ ਅੱਜ ਤੱਕ, ਫੀਲਡ ਮਾਰਸ਼ਲ। ਉਹਦਾ ਕਹਿਣਾ ਹੈ ਜੱਗੀ won the battle and I got the battle। ਕਹਿੰਦਾ ਇਹ ਜਗਜੀਤ ਸਿੰਘ ਅਰੋੜਾ ਨੇ ਵਾਰ ਜਿੱਤੀ ਤੇ ਮੈਨੂੰ ਵਧਾ ਕੇ ਆਰਮੀ ਚੀਫ ਤੋਂ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ। ਤੇ ਉਸ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਤੇ ਹਮਲਾ ਹੋਇਆ 84 ਦੇ ਵਿੱਚ, ਤੇ ਉਹਨੇ ਜਦੋਂ ਇੰਦਰ ਕੁਮਾਰ ਗੁਜਰਾਲ ਨੂੰ ਜਿਹੜੇ ਹੁਣ ਪੂਰੇ ਹੋ ਗਏ ਜਿਹੜੇ ਬਾਅਦ ਚੋਂ ਪ੍ਰਧਾਨ ਮੰਤਰੀ ਬਣੇ ਸੀ, ਉਹਨਾਂ ਨੂੰ ਫੋਨ ਕਰਕੇ ਕਿਹਾ, ਉਸ ਵੇਲੇ ਉਹ ਪ੍ਰਧਾਨ ਮੰਤਰੀ ਨਹੀਂ ਸੀ, ਤੇ ਉਹਨਾਂ ਨੇ ਕਿਹਾ ਕਿ ਮੇਰੇ ਘਰ ਤੇ ਹਮਲਾ ਹੋ ਰਿਹਾ। ਉਹਨਾਂ ਨੇ ਕਿਹਾ ਮੈਂ ਗੱਡੀ ਭੇਜਦਾ, ਤੂੰ ਸਿਰ ਲੁਕਾ ਕੇ ਆ ਜਾ। ਕੀ ਸੋਚਿਆ ਹੋਏਗਾ ਉਸ ਲੈਫਟੀਨੈਂਟ ਜਨਰਲ ਜਗਜੀਤ ਸਿੰਘ। ਉਹਨਾਂ ਨੇ ਬਾਅਦ ਚੋਂ ਸਿੱਖ ਫੋਰਮ ਬਣਾਈ। ਸਰਕਾਰ ਜਦੋਂ ਇਹਦੀ 84 ਦੇ ਕਤਲੇਆਮ ਦਾ ਆਪਣਾ ਜਾਂਚ ਕਰਨ ਨੂੰ ਵੀ ਤਿਆਰ ਨਹੀਂ ਸੀ, ਉਹਨਾਂ ਨੇ RS ਨਰੂਲਾ ਕਮੇਟੀ ਬਣਾਈ। ਜਸਟਿਸ RS ਨਰੂਲਾ ਦੇ ਕਮੇਟੀ ਬਣਾ ਕੇ ਲੋਕਾਂ ਤੋਂ ਹਲਫਨਾਮੇ ਲੈਣੇ ਸ਼ੁਰੂ ਕੀਤੇ। ਉਹਨਾਂ ਨੂੰ ਆਪਣੇ ਘਰ ਤੋਂ ਦਫ਼ਤਰ ਚਲਾਉਣਾ ਪੈਂਦਾ ਸੀ, ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ। ਇੱਥੋਂ ਤੱਕ ਕਿ ਜੇ ਉਹਨਾਂ ਨੇ ਹਲਫਨਾਮੇ ਲੈ ਕੇ ਸਬੂਤ ਇਕੱਠੇ ਕੀਤੇ ਤੇ ਨਰਸਿਮਹਾ ਰਾਓ ਸਰਕਾਰ ਨੇ ਉਹਨਾਂ ਤੋਂ ਲੈ ਕੇ ਜ਼ਬਤੀ ਕਰ ਲਿਆ, ਬਾਹਰ ਹੀ ਨਹੀਂ ਆਉਣ ਦਿੱਤੇ। ਉਹ ਤਾਂ ਬਾਅਦ ਚੋਂ ਉਹਨਾਂ ਨੂੰ ਜਦੋਂ ਇਹ ਕਹਿਣਾ ਪਿਆ ਕਿ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਦਰਵਾਜ਼ਾ ਖਟਖਟਾਇਆ ਤਾਂ ਹਲਫਨਾਮੇ ਵਾਪਸ ਕੀਤੇ। ਇਹੋ ਜਿਹੀ ਇਹਨਾਂ ਦੀ ਬਦਨੀਅਤੀ ਸੀ। ਤੇ ਇਹ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਜਦੋਂ ਪੂਰੇ ਹੋਏ, ਜਿੰਨਾ ਮਿਲਟਰੀ ਸਨਮਾਨ ਉਸ ਨੂੰ ਮਿਲਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ। ਤੁਹਾਨੂੰ ਲੱਗਦਾ ਵੀ ਇਸ ਕਰਕੇ ਨਹੀਂ ਦਿੱਤਾ ਗਿਆ ਵੀ ਉਹ ਸਿੱਖ ਸੀ? ਇਸ ਕਰਕੇ ਕਿਉਂਕਿ ਉਹਨੇ 1984 ਦੇ ਕਤਲੇਆਮ ਦੇ ਖਿਲਾਫ ਆਵਾਜ਼ ਚੁੱਕੀ ਸੀ। ਉਹ ਕਹਿੰਦਾ ਸੀ ਮੈਂ ਸੋਲਜਰ ਆ ਤੇ ਮੈਂ ਜੇ ਉੱਥੇ ਬੰਗਲਾਦੇਸ਼ ਦੀ ਵਾਰ ਦੇ ਅੰਦਰ ਜਿੱਤਿਆ ਤੇ ਜੇ ਸਿੱਖਾਂ ਦੇ ਨਾਲ ਇਹ ਕਤਲੇਆਮ ਹੋ ਰਿਹਾ ਤੇ ਮੈਨੂੰ ਇਹਦੀ ਆਵਾਜ਼ ਵੀ ਚੁੱਕਣੀ ਹੈ, ਤੇ ਉਹਨੇ ਆਵਾਜ਼ ਚੁੱਕੀ ਸੀ। ਜਿਹੜਾ ਤੁਸੀਂ ਜਰਨਲਿਜ਼ਮ 'ਚ ਰਹੇ ਹੋ, ਜਿਹੜਾ ਅੱਜ ਇਲੈਕਟ੍ਰੋਨਿਕ ਮੀਡੀਆ ਬੜਾ ਮਜ਼ਬੂਤ ਆ, ਪਰ ਮੈਂ ਮਹਿਸੂਸ ਕਰਦਾ ਵੀ ਉਹ ਵੀ ਸਿੱਖਾਂ ਦੇ ਕਤਲੇਆਮ ਦੀ ਗੱਲ ਨਹੀਂ ਕਰਦਾ। ਦੇਖੋ ਗੱਲ ਕੀ ਹੈ ਕਿ ਇਹ ਪ੍ਰੋਪੇਗੈਂਡਾ ਜਿਹੜਾ ਉਸ ਵੇਲੇ ਸਰਕਾਰ ਨੇ ਰਚਿਆ, ਇੱਥੇ ਇੱਕ ਨਾਨਾਵਟੀ ਕਮਿਸ਼ਨ ਦੀ ਰਿਪੋਰਟ ਦੇ ਅੰਦਰ ਹੀ ਇੱਕ ਆਪਣੇ ਅਫਸਰ ਦਾ ਹਲਫਨਾਮਾ ਹੈ, ਨਾਮ ਮੈਨੂੰ ਫੇਰ ਭੁੱਲ ਰਿਹਾ, ਤੇ ਉਹਨਾਂ ਨੇ ਕਿਹਾ ਕਿ ਉਹ ਉਸ ਵੇਲੇ ਮਣੀ ਸ਼ੰਕਰ ਅਈਅਰ ਦੇ ਨਾਲ ਉਹਦੀ ਸਿਕਿਉਰਿਟੀ ਚ ਅਫਸਰ ਹੁੰਦਾ ਸੀ। ਉਹਨੇ ਕਿਹਾ ਕਿ ਮਣੀ ਸ਼ੰਕਰ ਅਈਅਰ ਨੇ ਮੈਨੂੰ ਕਿਹਾ ਕਿ ਮੈਨੂੰ ਜਿਹੜੀ ਜੌਬ ਦਿੱਤੀ ਗਈ ਹੈ ਉਹ ਮੈਨੂੰ ਪਸੰਦ ਨਹੀਂ ਹੈ। ਉਹਨੇ ਕਿਹਾ ਤੁਹਾਨੂੰ ਕੀ ਜੌਬ ਹੈ? ਉਹਨੇ ਕਿਹਾ ਮੇਰਾ ਕੰਮ ਹੈ ਕਿ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਤਿਆਰ ਕਰਕੇ ਪੂਰੀ ਦੁਨੀਆ ਭਰ 'ਚ ਫੈਲਾਣਾ। ਤੇ ਇਹ ਪ੍ਰੋਪੇਗੈਂਡਾ ਇਹਨਾਂ ਨੇ ਤਿਆਰ ਕਰਕੇ ਦੁਨੀਆ 'ਚ ਫੈਲਾਇਆ, ਔਰ ਕਾਫੀ ਹੱਦ ਤੱਕ ਉਹ ਮੀਡੀਆ ਜਿਹੜਾ ਅੱਜ ਦਾ ਹੈ ਉਹ ਵੀ ਉਸ ਪ੍ਰੋਪੇਗੈਂਡੇ ਦਾ ਸ਼ਿਕਾਰ ਹੈ। ਫੈਕਟਸ ਉਹਨਾਂ ਦੇ ਸਾਹਮਣੇ ਅੱਜ ਤੱਕ ਨਹੀਂ ਨੇ। ਸਾਡੇ ਤੇ ਕਿਉਂਕਿ ਦਿਲਾਂ ਤੇ ਬੀਤੀ ਆ, ਅਸੀਂ ਆਪਣੀ ਪਿੰਡੇ ਤੇ ਹੰਡਾਈ ਹੈ, ਇਸ ਕਰਕੇ ਸਾਨੂੰ ਉਹ ਫੈਕਟਸ ਪਤਾ ਨਹੀਂ, ਅਸੀਂ ਗੱਲ ਕਰਦੇ ਹਾਂ। ਪਰ ਜਿਹੜਾ ਇੰਡੀਆ ਦਾ ਦੂਜਾ ਮੀਡੀਆ ਹੈ ਉਹਨੂੰ ਉਹ ਸੱਚਾਈ ਦਾ ਨਹੀਂ ਪਤਾ। ਜਨਰੇਸ਼ਨ ਪੂਰੀ ਮੀਡੀਆ ਦੀ ਚੇਂਜ ਹੋ ਚੁੱਕੀ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਓਪਨ ਡਿਸਕਸ਼ਨ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਫੈਕਟਸ ਲੈ ਕੇ ਆਓ, ਅਸੀਂ ਆਪਣੇ ਫੈਕਟਸ ਲੈ ਕੇ ਆਉਂਦੇ ਹਾਂ, ਪਰ ਉਹ ਨਹੀਂ ਆਉਣ ਦਿੰਦੇ। ਮੀਡੀਆ ਦੇ ਅੰਦਰ, ਇੰਟੈਲੀਜੈਂਸ ਦੇ ਅੰਦਰ, ਜੁਡੀਸ਼ਰੀ ਦੇ ਅੰਦਰ, ਐਡਮਿਨਿਸਟ੍ਰੇਸ਼ਨ ਦੇ ਅੰਦਰ ਇਹ ਕਮਿਊਨਲ ਫੋਰਸਸ ਤਾਕਤ ਬਣ ਕੇ ਵੜ ਚੁੱਕੀਆਂ ਨੇ ਤੇ ਉਹ ਸਿੱਖਾਂ ਦੇ ਖਿਲਾਫ ਇੱਕ ਏਜੰਡਾ ਜ਼ਰੂਰ ਚਲਾਉਂਦੀਆਂ, ਪਰ ਸਾਰੇ ਕਮਿਊਨਲ ਨਹੀਂ ਹੁੰਦੇ। ਉਹਨਾਂ ਨੂੰ ਇਹਨਾਂ ਗੱਲਾਂ ਦੀ ਪਤਾ ਹੀ। 84 ਦਾ ਜੇਕਰ ਮੈਂ ਜੁੱਤੀ ਮਾਰ ਕੇ ਇਸ਼ੂ ਖੜਾ ਕੀਤਾ ਤੇ ਮੈਨੂੰ ਮੀਡੀਆ ਵਾਲੇ ਇਹੀ ਵਿਜ਼ੂਅਲ ਵਾਲੇ ਕਹਿੰਦੇ 84 ਚ ਕੀ ਹੋਇਆ ਸੀ, ਕਿਉਂਕਿ ਉਸ ਵੇਲੇ ਸਿਰਫ ਇੱਕ ਚੈਨਲ ਸੀ ਦੂਰਦਰਸ਼ਨ। ਇਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੀ ਹੋਣਾ ਚਾਹੀਦਾ ਹੈ, ਮਤਲਬ ਕਿਸ ਤਰ੍ਹਾਂ ਕਿੱਥੇ ਵਿਕਟਿਮ ਕਿੱਥੇ ਰਹਿੰਦੇ ਨੇ, ਇਹ ਵਿਡੋ ਕਲੋਨੀ ਕਿੱਥੇ ਹੈ, ਇਹਨਾਂ ਨੂੰ ਪਤਾ ਹੀ ਨਹੀਂ ਸੀ। ਕਿਉਂਕਿ ਇਹਨਾਂ ਦੇ ਵਾਸਤੇ ਇਹਨਾਂ ਦੀ ਅੱਖਾਂ ਦੇ ਸਾਹਮਣੇ 2002 ਦੇ ਗੁਜਰਾਤ ਦੇ ਦੰਗੇ ਹੋਏ ਸੀ, ਪਰ 84 ਦੇ ਕਤਲੇਆਮ ਵੇਲੇ ਕੋਈ ਉਸ ਵੇਲੇ ਹੋਰ ਨਿਊਜ਼ ਚੈਨਲ ਨਹੀਂ ਸੀ। ਔਰ ਜਿਹੜੇ ਅਖਬਾਰ ਸੀ ਉਹ ਜ਼ਰੂਰ ਕਮਿਊਨਲ ਹੋ ਗਏ ਸੀ, ਜਿੱਦਾਂ ਕਿ ਟਾਈਮਸ ਆਫ ਇੰਡੀਆ ਦੇ ਅੰਦਰ
ਜਾਂ ਹਿੰਦੁਸਤਾਨ ਟਾਈਮਸ ਦੇ ਅੰਦਰ ਜਿਹੜੇ ਉਸ ਵੇਲੇ ਆਰਟੀਕਲ ਲਿਖੇ ਗਏ ਉਹਨਾਂ ਵਿੱਚ ਲਿਖਿਆ ਗਿਆ ਕਿ ਹਿੰਦੂਆਂ ਦੇ ਸਬਰ ਦਾ ਪਿਆਲਾ ਭਰ ਗਿਆ ਸੀ, ਇਸ ਕਰਕੇ ਹੋਇਆ। ਕਿਸੇ ਨੇ ਲਿਖਿਆ ਕਿ ਸਿੱਖਾਂ ਨੇ ਇਹ ਧੋਖਾਧੜੀ ਕਰਕੇ ਜਾਇਦਾਦਾਂ ਬਣਾ ਲਈਆਂ, ਇਸ ਕਰਕੇ ਗਰੀਬ ਲੋਕਾਂ ਨੇ ਹਮਲਾ ਕੀਤਾ। ਇਹਨਾਂ ਨੇ ਉਹੋ ਜਿਹੇ ਜਸਟੀਫਿਕੇਸ਼ਨ ਦਿੱਤੇ ਤੇ ਉਹ ਬਾਅਦ ਚੋਂ ਰਾਜੀਵ ਗਾਂਧੀ ਕਹਿੰਦਾ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਹੈ। ਇਹ ਜਿਹੜਾ ਬਾਇਸ ਹੈ ਇਹ ਸਿੱਖਾਂ ਦੇ ਖਿਲਾਫ ਮੀਡੀਆ ਵਿੱਚ ਵੀ ਰਿਹਾ ਤੇ ਸੱਚਾਈ ਹੈ ਕਿ ਸਿੱਖਾਂ ਨੂੰ ਜਿਹੜਾ ਇਨਸਾਫ ਹੋਣਾ ਚਾਹੀਦਾ ਸੀ ਉਹਦੇ ਲਈ ਮੀਡੀਆ ਨੇ ਉਹ ਦਬਾਅ ਕ੍ਰੀਏਟ ਨਹੀਂ ਕੀਤਾ। ਹਾਂ, ਉਸ ਜੁੱਤੀ ਤੋਂ ਬਾਅਦ ਜਦੋਂ ਇਸ਼ੂ ਦੁਨੀਆ ਭਰ ਤੇ ਖੜਾ ਹੋ ਗਿਆ, ਲਾਹਨਤਾਂ ਪੈਣ ਲੱਗ ਗਈਆਂ, ਉਹਦੇ ਬਾਅਦ ਥੋੜਾ ਜਿਹਾ ਫਰਕ ਆਉਣਾ ਸ਼ੁਰੂ ਹੋਇਆ। ਨਹੀਂ ਤੇ ਅਦਾਲਤਾਂ ਦੇ ਵਿੱਚ ਜਿਹੜਾ ਵਿਕਟਿਮ ਗਵਾਹ ਸੀ ਉਹਨੂੰ ਐਦਾਂ ਟਰੀਟ ਕੀਤਾ ਜਾਂਦਾ ਸੀ ਜਿਵੇਂ ਇਹ ਦੋਸ਼ੀ ਹੈ। ਪਰ ਹੁਣ ਉਹ ਮੀਡੀਆ ਇਹਨਾਂ ਕਾਤਲਾਂ ਨੂੰ ਘੱਟੋ ਘੱਟ ਕਾਤਲ ਕਹਿਣਾ ਸ਼ੁਰੂ ਕੀਤਾ ਹੈ ਤੇ ਥੋੜਾ ਜਿਹਾ ਪ੍ਰਭਾਵ ਬਦਲਣਾ। ਹੁਣ ਜਿਵੇਂ 84 ਦਾ ਇੱਕ ਕਤਲੇਆਮ ਦੀ ਮੈਂ ਜਿਹੜੀ ਗੱਲ ਨਵੰਬਰ ਦੀ ਸ਼ੁਰੂ ਕੀਤੀ, ਜਿੱਦਾਂ ਇਹ 3 ਸਾਲ 'ਚ ਅਸੀਂ ਕਾਮਯਾਬ ਹੋਏ, ਪਿਛਲੇ 3-3.5 ਸਾਲ 84 ਨਵੰਬਰ ਨੂੰ ਲੈ ਕੇ ਇਹਨਾਂ ਨੇ ਹੁਣ ਡੈਲੀਬਰੇਟਲੀ ਸਰਕਾਰ ਨੇ ਦੇਖਿਆ ਕਿ ਮੀਡੀਆ ਤਾਂ ਹੁਣ ਸਿੱਖਾਂ ਦੇ ਪੱਖ 'ਚ ਜਾਣ ਲੱਗ ਪਿਆ। ਹੁਣ ਤਾਂ ਇਹ ਸਿੰਪੈਥੀ ਕ੍ਰੀਏਟ ਹੋ ਰਹੀ ਹੈ। ਇਹਨਾਂ ਨੇ ਜੂਨ 84 ਦਾ ਇਸ਼ੂ ਲੈ ਕੇ ਫਿਰ ਉਹ ਬਰਾੜ ਵਾਲਾ ਇਸ਼ੂ ਬਣਾ ਕੇ ਉਹਦੇ ਬਾਅਦ ਗੱਲ ਕਰਨੀ ਸ਼ੁਰੂ ਕਰਤੀ, ਨਹੀਂ ਜੀ ਪੰਜਾਬ 'ਚ ਮਿਲੀਟੈਂਸੀ। ਇਹਨਾਂ ਕੋਲ ਇੱਕੋ ਹੀ ਹਥਿਆਰ ਹੈ, ਪੰਜਾਬ 'ਚ ਮਿਲੀਟੈਂਸੀ ਆ ਰਹੀ ਹੈ ਜੀ ਉਹ ਜੂਨ ਦੇ ਅੰਦਰ ਜੀ ਉਹ ਅੱਤਵਾਦੀ ਸੀ, ਉਹ ਜੀ ਹਥਿਆਰ ਸੀ। ਇਹ ਡਰਾ ਕੇ ਫਿਰ ਮੀਡੀਆ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਦੇਖੋ ਇਹ ਫਿਰ ਮਾਹੌਲ ਖਰਾਬ ਹੋ ਸਕਦਾ ਹੈ। ਤੁਸੀਂ ਐਕਚੁਅਲੀ ਇਹ ਨਵੰਬਰ 84 ਦਾ ਕੋਈ ਜਵਾਬ ਨਹੀਂ, ਜਾਣਬੁੱਝ ਕੇ ਪ੍ਰੋਪੇਗੈਂਡਾ ਰਚ ਕੇ ਜੂਨ 84 ਤੇ ਆਪਣਾ ਜਿਹੜਾ ਹੈਗਾ ਇਹ ਮਿਲੀਟੈਂਸੀ ਦੀ ਗੱਲ ਕਰਕੇ ਦੁਬਾਰਾ ਮੀਡੀਆ ਨੂੰ ਆਪਣੇ ਸਾਥ ਲੈਣ ਦੀ ਤੇ ਮਾਹੌਲ ਫਿਰ ਸਿੱਖਾਂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਹੇ। ਤੁਸੀਂ ਇਹਦੇ ਵਿੱਚ ਸਿੱਖ ਲੀਡਰਸ਼ਿਪ ਨੂੰ ਕਿੰਨਾ ਕੁ ਜ਼ਿੰਮੇਵਾਰ ਸਮਝਦੇ ਹੋ, ਜਿਹੜਾ ਅੱਜ ਤੱਕ 28 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ? ਸਿੱਖ ਲੀਡਰਸ਼ਿਪ ਵਿੱਚ ਕਿੰਨੀ ਜ਼ਿੰਮੇਵਾਰ ਹੈ? ਦੇਖੋ, ਸਿੱਖ ਲੀਡਰਸ਼ਿਪ ਦਾ ਬਹੁਤ ਵੱਡਾ ਫੇਲੀਅਰ ਹੈ, ਉਹ ਜ਼ਿੰਮੇਵਾਰ ਹੈ। ਪਰ ਵੱਡਾ ਜ਼ਿੰਮੇਵਾਰ ਜਿਹੜਾ ਉਹ ਹੁੰਦਾ ਹੈ ਜਿਹਨੇ ਇਨਸਾਫ ਕਰਨਾ ਹੁੰਦਾ। ਜੁਡੀਸ਼ਰੀ, ਪੁਲਿਸ, ਐਡਮਿਨਿਸਟ੍ਰੇਸ਼ਨ, ਸਰਕਾਰ, ਖਾਸ ਕਰਕੇ ਦਿੱਲੀ ਤੇ ਕੇਂਦਰ ਦੀ ਸਰਕਾਰ। ਹਾਂ, ਸੈਕੰਡਰੀ ਰੋਲ ਆਉਂਦਾ ਹੈ ਉਸ ਕਮਿਊਨਿਟੀ ਦਾ ਲੀਡਰ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰੇ। ਉਹ ਪ੍ਰੈਸ਼ਰ ਕਿਤੇ ਕ੍ਰੀਏਟ ਕਰਨ ਦੇ ਵਿੱਚ ਅਸੀਂ ਨਾਕਾਮ ਰਹੇ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਸੀ ਜਦੋਂ ਮੈਂ ਪੱਤਰਕਾਰਤਾ, ਜਦੋਂ ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਇਨਸਾਫ ਕਰਾਂਗੇ, ਪਰ ਇਨਸਾਫ ਨਹੀਂ ਕੀਤਾ। ਪਰ ਇਹਨਾਂ ਨੇ ਕੁਝ ਮੁਆਵਜ਼ੇ ਜ਼ਰੂਰ ਦਿੱਤੇ ਵਿਕਟਿਮਸ ਨੂੰ, ਕਿਸੇ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੇ। ਤੇ ਉਸ ਵੇਲੇ ਸਿੱਖ ਲੀਡਰਾਂ ਨੇ ਦਿੱਲੀ ਦੇ ਹੋਣ ਕਿ ਪੰਜਾਬ ਦੇ ਹੋਣ, ਉਹ ਕਹਿੰਦੇ ਅਸੀਂ ਤੁਹਾਨੂੰ ਮੁਆਵਜ਼ੇ ਲੈ ਕੇ ਦਿੱਤੇ। ਕੀ ਸਿੱਖਾਂ ਦੀ ਲੜਾਈ ਮੁਆਵਜ਼ੇ ਖਾਣ ਦੀ ਸੀ? ਕੀ ਅਸੀਂ ਉਹਨਾਂ ਦੇ ਸਾਹਮਣੇ ਭਿਖਾਰੀ ਬਣ ਕੇ ਪੈਸੇ ਮੰਗ ਰਹੇ ਸੀ? ਅਸੀਂ ਜ਼ਕਰੀਆ ਖਾਨ ਜਾਂ ਅਸੀਂ ਕਿਸੇ ਮੀਰ ਮੰਨੂ ਤੋਂ ਮੁਆਵਜ਼ੇ ਨਹੀਂ ਖਾਦੇ। ਪਰ ਉਹਨਾਂ ਕਾਤਲਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਿਨਿਸਟਰ ਬਣਾ ਰੱਖਿਆ, ਜਿਹੜੇ ਉਹਨਾਂ ਨੂੰ ਟਿਕਟਾਂ ਦਿੰਦੇ ਨੇ, ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣਾ ਰੱਖਿਆ, ਉਹਨਾਂ ਤੋਂ ਅਸੀਂ ਮੁਆਵਜ਼ੇ ਲਈਏ। ਇਹ ਮੁਆਵਜ਼ੇ ਲੈਣ ਦੀ ਵੀ ਕੀ ਸ਼ਰਤਾਂ? ਉਹਦੇ ਸਾਹਮਣੇ ਇੱਕ ਫਾਰਮ ਭਰਨਾ ਪੈਂਦਾ ਜਿਹਦੇ 'ਚ ਲਿਖਿਆ ਹੁੰਦਾ ਹੈ 1984 ਦੇ ਦੰਗਾ ਪੀੜਿਤ। ਇਹਦਾ ਮਤਲਬ ਜਿਹੜਾ ਲਿਖਦਾ ਹੈ ਪਹਿਲੇ ਮੰਗਦਾ ਕਿ ਮੈਂ ਦੰਗਾ ਪੀੜਿਤ ਹਾਂ, ਕਿਉਂਕਿ ਕਲੌਜ਼ ਇਹੋ ਜਿਹੀ ਹੈ ਜਿਹੜੀ ਤੁਹਾਡੇ ਉਹ ਰੂਲ ਰੈਗੂਲੇਸ਼ਨ ਨੇ ਉਹਦੇ ਵਿੱਚ ਦੰਗੇ ਦੇ ਪੀੜਿਤ ਨੂੰ ਦੇਣ ਦੀ ਗੱਲ ਹੈ। ਉਹਦੇ ਵਿੱਚ ਕੋਈ ਮੈਸੇਕਰ ਦੀ ਡੈਫੀਨੇਸ਼ਨ ਹੀ ਨਹੀਂ ਹੈ। ਜੇ ਲਿਖੋਗੇ ਨਾ ਕਿ ਮੇਰੇ ਜੀ ਘੱਲੂਘਾਰਾ ਹੋਇਆ ਸੀ ਤੇ ਉਹਦੇ ਤਹਿਤ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲ ਸਕਦਾ, ਕਿਉਂਕਿ ਉਹ ਕਹਿੰਦੇ ਨਾ ਤੇ ਇਹ ਸਾਬਿਤ ਹੋਇਆ ਕਿ ਘੱਲੂਘਾਰਾ ਸੀ ਤੇ ਤੁਹਾਨੂੰ ਇਹ ਮੰਨਣਾ ਪਏਗਾ ਪਹਿਲੇ ਕਿ ਦੰਗਾ ਸੀ। ਦੰਗਾ ਪੀੜਿਤ ਹੋ ਤੁਸੀਂ, ਫਿਰ ਦੰਗਾ ਪੀੜਿਤ ਦੇ ਤੌਰ ਤੇ ਤੁਸੀਂ ਫਾਰਮ ਭਰੋਗੇ, ਤੁਹਾਨੂੰ ਲੈਣਾ ਪਏਗਾ। ਤੇ ਸਿੱਖ ਲੀਡਰਾਂ ਨੇ ਉਹਦੇ ਤੇ ਕੱਛਾਂ ਵਜਾਈਆਂ ਕਿ ਅਸੀਂ ਬਹੁਤ ਕੁਝ ਲੈ, ਕਾਸ਼ ਕੇ ਖੜੇ ਹੋ ਕੇ ਕਹਿੰਦੇ ਕਿ ਅਸੀਂ ਮੁਆਵਜ਼ੇ ਆਪਣੀ ਕੌਮ ਆਪ ਦੇ ਦੇਗੀ, ਤੁਹਾਡੇ ਮੂੰਹ ਤੇ ਦੁਗਦੇ ਮਾਰਾਂਗੇ, ਪਰ ਸਾਨੂੰ ਸਾਡੇ ਕਾਤਲ ਦਿਓ। ਪਰ ਇਹ ਨਹੀਂ ਕਿਹਾ। ਇਸ ਕਰਕੇ ਮੈਂ ਇੱਕ ਹਾ ਦਾ ਨਾਰਾ ਮਾਰਿਆ ਤਾਂ ਕਿ ਉਹ ਜੁੱਤੀ ਮਾਰ ਕੇ ਘੱਟੋ ਘੱਟ ਇਹਨਾਂ ਦੀ ਇਨਸਲਟ ਤਾਂ ਕੀਤੀ ਜਾਏ। ਜੇ ਜ਼ਕਰੀਆ ਖਾਨ ਦੇ ਸਿਰ ਤੇ ਜੁੱਤੀ ਵੱਜੀ ਭਾਈ ਤਾਰੂ ਸਿੰਘ ਦੀ, ਤੇ ਮੈਂ ਨਹੀਂ ਕਹਿੰਦਾ ਕਿ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ, ਪਰ ਘੱਟੋ ਘੱਟ ਇੱਕ ਜੁੱਤੀ ਮਾਰ ਕੇ ਇੱਕ ਇਤਿਹਾਸ ਲਿਖਿਆ ਜਾਏ, ਹਾ ਦਾ ਨਾਰਾ ਮਾਰਿਆ ਜਾਏ ਕਿ ਅਸੀਂ ਤੁਹਾਡੇ ਤੋਂ ਕੋਈ ਮੁਆਵਜ਼ੇ ਨਹੀਂ, ਅਸੀਂ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਸਤੇ ਮੰਗ ਕਰਦੇ ਹਾਂ। ਔਰ ਅਸੀਂ ਮਰੇ ਨਹੀਂ, ਅਸੀਂ ਖਾਲਸਾ ਜੇ ਜਿਉਂਦਾ ਹੈ ਤੇ ਉਹ ਆਪਣੇ ਇਨਸਾਫ ਦੇ ਲਈ ਲੜਾਈ ਲੜ ਸਕਦਾ। 1947 ਚ ਜਦੋਂ ਭਾਰਤ ਵੰਡਿਆ ਗਿਆ ਉਦੋਂ ਸਿੱਖਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ, ਵਿਸ਼ਵਾਸ ਕਰਕੇ ਇੰਡੀਆ ਦੇ ਨਾਲ ਆਏ। ਉਹ ਉਦੋਂ ਵੀ ਸਿੱਖਾਂ ਦਾ ਨੁਕਸਾਨ ਹੋਇਆ, ਪੰਜਾਬ ਦਾ ਨੁਕਸਾਨ ਹੋਇਆ, ਫਿਰ 84 ਚ ਵੀ ਸਿੱਖਾਂ ਦਾ ਨੁਕਸਾਨ ਹੋਇਆ, 65 ਚ ਵੀ ਸਿੱਖਾਂ ਦਾ ਨੁਕਸਾਨ ਹੋਇਆ, 71 ਚ ਵੀ ਸਿੱਖ ਫੌਜੀ ਮਾਰੇ ਗਏ, ਫਿਰ ਨਵੰਬਰ 84 ਚ ਤਾਂ ਹੱਦ ਟੱਪ ਗਈ। ਤੁਹਾਨੂੰ ਲੱਗਦਾ ਨਹੀਂ ਵੀ ਇਹ ਸਿੱਖਾਂ ਨਾਲ ਬਾਰ-ਬਾਰ ਵਿਸ਼ਵਾਸਘਾਤ ਹੋ ਰਿਹਾ? ਹੁਣ ਸਿੱਖਾਂ ਨੂੰ ਵਿਸ਼ਵਾਸ ਕਰਨ ਨੂੰ ਹਟ ਜਾਣਾ ਚਾਹੀਦਾ। ਇਹ ਸੱਚਾਈ ਹੈ ਕਿ ਸਿੱਖਾਂ ਦੇ ਖਿਲਾਫ ਇਹ ਜਿਹੜੀ ਕਮਿਊਨਲ ਫੋਰਸਿਸ ਨੇ ਇਹਨਾਂ ਦੀ ਲੜਾਈ ਤੇ ਬਾਬੇ ਨਾਨਕ ਵੱਲੋਂ ਹੀ ਚੱਲੀ ਜਾਂਦੀ, ਉਸ ਵੇਲੇ ਤੋਂ ਚੱਲੀ। ਭਾਵੇਂ ਉਹ ਚੰਦੂ ਸੀ, ਭਾਵੇਂ ਉਹ ਤੁਹਾਡਾ
ਹਰਭਗਤ ਨਿਰੰਜਨੀਆ ਸੀ, ਤੇ ਭਾਵੇਂ ਉਹ ਗੰਗੂ ਬਾਹਮਣ ਸੀ, ਤੇ ਭਾਵੇਂ ਉਹ ਸੁੱਚਾ ਆਨੰਦ ਸੀ, ਤੇ ਭਾਵੇਂ ਉਹ ਆਰਿਆ ਸਮਾਜੀ ਸੀ, ਤੇ ਭਾਵੇਂ ਆ ਕੇ ਇਹਨਾਂ ਦੀਆਂ ਹੋਰ ਧਾਰਾਵਾਂ ਅੱਗੇ ਸ਼ੁਰੂ ਹੋ ਗਈਆਂ। ਤੇ ਜਦੋਂ 1947 ਦੇ ਅੰਦਰ ਦੇਸ਼ ਜਿਹੜਾ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ, ਉਸ ਵੇਲੇ ਇਹਨਾਂ ਨੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਕਿ ਸਿੱਖ ਜਿਹੜੇ ਨੇ ਹਿੰਦੂਆਂ ਦੀ ਰੱਖਿਆ ਲਈ ਬਣੇ ਸੀ, ਹੁਣ ਹਿੰਦੂ ਆਜ਼ਾਦ ਹੋ ਗਏ ਆ ਤੇ ਹੁਣ ਸਿੱਖਾਂ ਨੂੰ ਸਿੱਖ ਰਹਿਣ ਦੀ ਕੀ ਲੋੜ ਹੈ। ਇਹ ਬਿਆਨ ਇਹਨਾਂ ਦੇ ਕਈ ਗ੍ਰਹਿ ਮੰਤਰੀ ਤੱਕ ਦੇ ਅਹੁਦੇ ਤੇ ਰਹਿਣ ਵਾਲੇ ਲੋਕਾਂ ਨੇ ਦਿੱਤੇ। ਇਹਦਾ ਮਤਲਬ ਇਹ ਢਿੱਡੋਂ ਇਹਨਾਂ ਦੀ ਜਿਹੜੀ ਸਾਜ਼ਿਸ਼ ਸੀ ਔਰ ਇਹ ਸਿੱਖ ਆਇਡੈਂਟੀਟੀ ਦੇ ਖਿਲਾਫ ਸੀ। ਜਦੋਂ ਉਹਨਾਂ ਨੇ ਪੰਜਾਬੀ ਸੂਬਾ ਮੰਗਿਆ, ਜਦੋਂ ਸਾਰੇ ਦੇਸ਼ ਨੂੰ ਦੁਬਾਰਾ ਤੁਸੀਂ ਲੈਂਗੁਏਜ ਦੇ ਬੇਸ ਦੇ ਉੱਤੇ ਉੜੀਆ ਭਾਸ਼ਾ ਤੇ ਉੜੀਸਾ ਬਣ ਗਿਆ, ਮਰਾਠੀ ਭਾਸ਼ਾ ਤੇ ਮਹਾਰਾਸ਼ਟਰ ਬਣ ਗਿਆ, ਗੁਜਰਾਤੀ ਭਾਸ਼ਾ ਤੇ ਗੁਜਰਾਤ ਬਣ ਗਿਆ, ਬੰਗਾਲੀ ਹੈ ਤੇ ਉਹ ਬੰਗਾਲ ਬਣ ਗਿਆ। ਜਦੋਂ ਸਾਰੇ ਸਟੇਟਾਂ ਦੀ ਤਰਮੀਮ ਜਿਹੜੀ ਹੈ ਤੁਸੀਂ ਲੈਂਗੁਏਜ ਦੇ ਬੇਸ ਦੇ ਉੱਤੇ ਕੀਤੀ ਹੈ, ਤੇ ਜੇ ਇਹਨਾਂ ਨੇ ਪੰਜਾਬੀ ਸੂਬਾ ਮੰਗਿਆ ਤੇ ਫਿਰ ਇਹਦੀ ਖਿਲਾਫਤ ਕਿਉਂ ਹੋਈ? ਬਾਕੀ ਸਾਰੇ ਸੂਬੇ ਬਣ ਗਏ ਤੇ ਇਹ 10 ਸਾਲ ਬਾਅਦ ਕਿਉਂ ਰੋਲਦੇ ਰਹੇ ਇਹਨਾਂ ਨੂੰ? ਉਸ ਵੇਲੇ ਕਈ ਤਾਕਤਾਂ ਨੇ ਪੰਜਾਬੀ ਲੈਂਗੁਏਜ ਦੇ ਖਿਲਾਫ ਹੀ ਮਾਹੌਲ ਖੜਾ ਕੀਤਾ। ਤੁਹਾਨੂੰ ਪਤਾ ਹੀ ਹੈ ਜਦੋਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰੀਆਂ ਦੇਣੀਆਂ ਪਈਆਂ, ਸਿੱਖਾਂ ਨੂੰ ਮੋਰਚੇ ਲਾਣੇ ਪਏ, ਸਾਨੂੰ ਆਪਣੀ ਜਾਇਜ਼ ਮੰਗਾਂ ਵਾਸਤੇ ਵੀ ਮੋਰਚੇ ਲਾਉਣੇ ਪਏ। 1966 ਵਿੱਚ ਦਿੱਤਾ ਵੀ ਤੇ ਉਹਦੇ ਵਿੱਚ ਉਹਨੂੰ ਵੱਢ ਕੁੱਟ ਕੇ ਉਹਦੇ ਤੋਂ ਰਾਜਧਾਨੀ ਖੋਹ ਲਈ ਚੰਡੀਗੜ੍ਹ, ਉਹਦੇ ਤੋਂ ਪਾਣੀ ਖੋਹ ਲਿਆ, ਉਹਦੇ ਤੋਂ ਉਹਦੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ। ਇਹ ਜਾਣਬੁੱਝ ਕੇ ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕੀਤਾ ਗਿਆ? ਅੱਗੇ ਆ ਕੇ ਇਹੀ ਮਾਹੌਲ ਜਾਰੀ ਰਿਹਾ। ਤੇ ਜੇ ਸਿੱਖਾਂ ਨੇ ਐਮਰਜੈਂਸੀ ਲੱਗੀ, ਸਿੱਖ ਤਾਂ ਆਜ਼ਾਦ ਕੌਮ ਹੈ, ਜੇ ਐਮਰਜੈਂਸੀ ਲੱਗੀ ਸਿੱਖਾਂ ਨੇ ਉਹਦੇ ਖਿਲਾਫਤ ਕੀਤੀ ਤੇ ਉਹਦੀ ਵੀ ਦੁਸ਼ਮਣੀ, ਉਹਦੀ ਵੀ ਕਿਹੜ ਜਿਹੜੀ ਹੈ ਸਿੱਖਾਂ ਦੇ ਖਿਲਾਫ ਕੱਢਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਫਿਰ ਸਿੱਖੀ ਨੂੰ ਖਤਮ ਕਰਨ ਦੇ ਲਈ ਉਹ ਨਿਰੰਕਾਰੀਆਂ ਨੂੰ ਤੇ ਦੂਜਿਆਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਨੇ ਸਾਡੇ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਵੀ ਬਚਨ ਕਰਨੇ ਸ਼ੁਰੂ ਕਰ ਦਿੱਤੇ ਤੇ ਸਿੱਖਾਂ ਨੂੰ ਉਹਦਾ ਮੋੜਵਾਂ ਜਵਾਬ ਦੇਣਾ, ਢੁਕਵਾਂ ਦੇਣਾ ਜ਼ਰੂਰੀ ਸੀ। 1978 ਦਾ ਜਿਹੜਾ ਕਾਂਡ ਹੋਇਆ, ਉਸ ਵੇਲੇ ਸਿੱਖਾਂ ਨੇ ਕੀ ਕੀਤਾ? ਇਹਨਾਂ ਨੇ ਸਿੱਖਾਂ ਦਾ ਕਤਲੇਆਮ ਹੋ ਗਿਆ ਤੇ ਸਿੱਖਾਂ ਦੇ ਖਿਲਾਫ ਇੱਕ ਸਾਜ਼ਿਸ਼ ਸੀ। ਸਿੱਖ ਜਿਹੜਾ ਆ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਸ਼ੁਰੂ ਕੀਤੀ, ਉਹ ਮਾਹੌਲ ਨੂੰ ਲਿਆ ਕੇ ਰਾਜਨੀਤੀ ਆਪਣੀ ਘੋਲ ਕੇ ਫਿਰ ਉਹ ਮੈਜੋਰਟੀ ਵੋਟਾਂ ਹਾਸਲ ਕਰਨ ਵਾਸਤੇ ਉਹਨਾਂ ਫਿਰਕੂ ਤਾਕਤਾਂ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਨੇ 84 ਤੱਕ ਮਾਮਲਾ ਲੈ ਆਂਦਾ ਤੇ ਇਹ 84 ਦਾ ਕਤਲੇਆਮ ਕਰਾਤਾ। ਅੱਗੇ ਆ ਕੇ ਫਿਰ ਨਵੰਬਰ 84 ਕਤਲੇਆਮ ਕਰਾ ਦਿੱਤਾ। ਹੁਣ ਸਿੱਖ ਇਤਬਾਰ ਕਰੇ ਤੇ ਕਿੱਥੋਂ ਨਹੀਂ ਕਰੇ? ਅਸਾਈ ਹੈ ਤੁਸੀਂ ਜਿਹੜੀਆਂ ਅੱਜ ਮੰਗਾਂ ਖੜੀਆਂ ਹੋਈਆਂ ਉਸ ਪਾਸੇ ਤੁਸੀਂ ਧੱਕਿਆ। ਇਹ ਤੁਹਾਡੀ ਬੇਇਨਸਾਫੀ, ਤੁਹਾਡੀ ਬਦਨੀਅਤੀ, ਤੁਹਾਡੀ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ। ਅਸੀਂ ਤੇ ਕੁਰਬਾਨੀਆਂ ਕਰਦੇ ਰਹੇ। 65 ਦੀ ਜੰਗ ਅਸੀਂ ਜਿੱਤ ਕੇ ਦਿੱਤੀ, 71 ਦੀ ਜੰਗ ਅਸੀਂ ਜਿੱਤ ਕੇ ਦਿੱਤੀ ਤੇ ਇਹ ਜੇ ਕੀਤਾ ਇਹਦੇ ਦੋਸ਼ੀ ਆਪ ਨੇ। ਜਿਹੜੇ ਵਿਦੇਸ਼ਾਂ 'ਚ ਵਸਦੇ ਸਿੱਖ ਨੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਜਿੱਥੇ ਵੀ ਪੰਜਾਬ ਇੰਡੀਆ ਤੋਂ ਬਾਹਰ ਵਸਦੇ ਨੇ, ਉਹਨਾਂ ਦੀਆਂ ਬਲੈਕ ਲਿਸਟਾਂ ਬਣਾਈਆਂ ਹੋਈਆਂ ਨੇ ਇੰਡੀਆ ਸਰਕਾਰ ਨੇ ਜਾਂ ਇੱਥੋਂ ਦੀਆਂ ਅੰਬੈਸੀਆਂ ਨੇ, ਜਿਹਨੇ ਵੀ ਉਹਨਾਂ ਨੂੰ ਹਰਿਮੰਦਰ ਸਾਹਿਬ ਤੇ ਹੋਰ ਜਿਹੜੇ ਇਤਿਹਾਸਕ ਗੁਰਦੁਆਰੇ ਉਹਨਾਂ ਤੋਂ ਵਾਂਝੇ ਕੀਤਾ ਹੋਇਆ। ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਨਹੀਂ। ਤੁਹਾਨੂੰ ਲੱਗਦਾ ਨਹੀਂ ਜਦੋਂ ਸਿੱਖ ਅਰਦਾਸ ਕਰਦਾ ਉਹ ਕਹਿੰਦਾ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਨਨਕਾਣਾ ਸਾਹਿਬ, ਤੇ ਹੁਣ ਸਿੱਖਾਂ ਨੂੰ ਅਰਦਾਸ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਵੀ ਜਿਹੜੇ ਹਰਿਮੰਦਰ ਸਾਹਿਬ ਵੀ ਵਿਛੋੜਿਆ ਹੋਇਆ ਉਹਨਾਂ ਸਿੱਖਾਂ ਵਾਸਤੇ, ਕੇਸਗੜ੍ਹ ਵੀ ਵਿਛੋੜਿਆ ਹੋਇਆ, ਹੋਰ ਗੁਰਦੁਆਰਾ ਸਾਹਿਬਾਨ ਵੀ ਵਿਛੋੜਿਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਬਹੁਤ ਵੱਡਾ ਇੱਕ ਦੁੱਖ ਹੈ ਕਿ ਸਾਡੇ ਤੋਂ ਪਹਿਲਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਛੋੜ ਦਿੱਤੇ ਗਏ ਤੇ ਅੱਜ ਜਿਹੜੇ ਸਿੱਖ ਆਪਣੀ ਮਿਹਨਤ ਕਰਕੇ ਬਾਹਰ ਦੁਨੀਆ 'ਚ ਰਹਿੰਦੇ ਆ, ਅੱਜ ਉਹਨਾਂ ਨੂੰ ਜਾਣ ਬੁੱਝ ਕੇ ਦਰਬਾਰ ਸਾਹਿਬ ਤੇ ਹੋਰ ਤੋਂ ਵਿਛੋੜਿਆ ਜਾ ਰਿਹਾ। ਇਹ ਬਹੁਤ ਮਾੜੀ ਗੱਲ ਹੈ। ਦੁਨੀਆ ਦੇ ਵਿੱਚ ਕੋਈ ਵੀ ਦੇਸ਼ ਕਿਸੇ ਵੀ ਆਪਣੇ ਉਸ ਓਰੀਜਨ ਵਾਲੇ ਬੰਦੇ ਨੂੰ ਆਪਣੇ ਦੇਸ਼ 'ਚ ਆਉਣ ਤੋਂ, ਆਪਣੀ ਜਿਹੜੀ ਮਾਂ ਭੋਏ ਹੈ ਉਹਦੀ ਆਉਣ ਤੋਂ ਨਹੀਂ ਰੋਕਦਾ। ਜੇ ਕਿਸੇ ਖਿਲਾਫ ਕੋਈ ਕਾਨੂੰਨ ਜਾਂ ਕੇਸ ਹੈ ਤੇ ਆਏਗਾ ਤੇ ਉਹਦੇ ਖਿਲਾਫ ਕਾਰਵਾਈ ਹੋਏਗੀ। ਤੁਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹੋ? ਜੇ ਤੁਸੀਂ ਇਹ ਗੱਲ, ਇਹ ਪੀ ਚਿਦੰਬਰਮ ਹੋਮ ਮਿਨਿਸਟਰ ਸੀ, ਜਿਹੜੇ ਮੁੰਡੇ ਪਾਕ ਆਕੂਪਾਈਡ ਕਸ਼ਮੀਰ ਜਿਹਨੂੰ ਕਹਿੰਦੇ ਆ, ਪਾਕਿਸਤਾਨ ਵਾਲਿਆਂ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ, ਉਸ ਪਾਸੇ ਚਲੇ ਗਏ, ਇਹਨਾਂ ਨੇ ਉਹਨਾਂ ਨੂੰ ਆਫਰ ਦਿੱਤੀ ਅਗਰ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ, ਤੁਹਾਡੇ ਉੱਤੇ ਕੋਈ ਕੇਸ ਨਹੀਂ ਚਲਾਇਆ ਜਾਏਗਾ, ਤੁਸੀਂ ਵਾਪਸ ਇਸ ਕਸ਼ਮੀਰ ਆ ਸਕਦੇ ਹੋ, ਆਣਾ ਜਾਣਾ ਚਾਹੋ, ਤੁਹਾਨੂੰ ਕੋਈ ਦਿੱਕਤ ਨਹੀਂ। ਤੇ ਜਦੋਂ ਉਸੇ ਵੇਲੇ ਇਸੇ ਪੀ ਚਿਦੰਬਰਮ ਨੂੰ ਪੁੱਛਿਆ ਗਿਆ ਕਿ ਜਿਹੜੇ ਸਿੱਖ ਉਸ ਵੇਲੇ ਤਸ਼ੱਦਦ ਦੇ ਕਰਕੇ ਹਿੰਦੁਸਤਾਨ ਤੋਂ ਚਲੇ ਗਏ ਸੀ ਕਿ ਉਹ ਵਾਪਸ ਆਉਣਾ ਚਾਹੁੰਦੇ ਨੇ, ਤੇ ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਨਹੀਂ, ਇਹ ਦੋਨੋਂ ਡਿਫਰੈਂਟ ਨੇ। ਕਿਉਂ? ਉਹ ਆ ਸਕਦੇ ਆ, ਇਹ ਨਹੀਂ ਆ ਸਕਦੇ।
ਤੁਸੀਂ ਇਹ ਕਿਉਂ ਨਹੀਂ ਅਨਾਉਂਸ ਕਰਦੇ ਕਿ ਜਿਨ੍ਹਾਂ ਦੇ ਵੀ ਉਸ ਵੇਲੇ ਹਾਲਾਤ, ਜੰਗੀ ਹਾਲਾਤਾਂ ਦੇ ਅੰਦਰ ਕੋਈ ਵੀ ਜਿਹੜੀ ਕਾਰਵਾਈ ਹੋਈ ਨਿਕਲ ਗਏ, ਉਸ ਵੇਲੇ ਅਸੀਂ ਸਾਰਿਆਂ ਨੂੰ ਕੋਈ ਕੇਸ ਨਹੀਂ ਕਿਸੇ ਦੇ ਕਰਾਂਗੇ, ਸਾਰੇ ਵਾਪਸ ਆ ਸਕਦੇ। ਜੇ ਤੁਹਾਡੇ ਨਾਲ ਸੁਹਿਰਦਤਾ ਹੈ, ਤੁਸੀਂ ਤਾਂ ਕਿਸੇ ਦੇ ਖਿਲਾਫ ਕੇਸ ਵੀ ਨਹੀਂ, ਉਹਨੂੰ ਵੀ ਨਹੀਂ ਅੰਦਰ ਆਉਣ ਦੇ ਰਹੇ। ਔਰ ਇਹਦੇ ਖਿਲਾਫ ਵਾਕਈ ਮੁਹਿੰਮ ਚਲਾਉਣੀ ਚਾਹੀਦੀ ਹੈ। ਮੈਂ ਕਹਿੰਦਾ ਬਾਹਰਲੇ ਸਿੱਖਾਂ ਨੂੰ ਆਪਣੀ ਅਰਦਾਸ ਵਿੱਚ ਜੋੜ ਲੈਣਾ ਚਾਹੀਦਾ ਹੈ ਕਿ ਸਾਨੂੰ ਜਿਹੜਾ ਦਰਬਾਰ ਸਾਹਿਬ ਤੋਂ ਵਿਛੋੜਿਆ ਗਿਆ, ਉਹਦੇ ਖੁੱਲੇ ਦਰਸ਼ਨ ਦਿਦਾਰੇ ਮਹਾਰਾਜ ਬਖਸ਼ਣ, ਔਰ ਇਹਦੇ ਖਿਲਾਫ ਵਾਕਈ ਮੁਹਿੰਮ ਖੜੀ। ਕਾਨੂੰਨ ਦੇ ਮੁਤਾਬਕ ਦੇਸ਼ ਦੇ ਕੋਈ ਬਲੈਕ ਲਿਸਟ ਬਣ ਹੀ ਨਹੀਂ ਸਕਦੀ। ਕੋਰਟ ਦਾ ਕਹਿਣਾ ਹੈ, ਜੱਜ ਦਾ ਕਹਿਣਾ ਹੈ ਕਿ ਲਿਸਟ ਕਿਵੇਂ ਬਣ ਸਕਦੀ ਹੈ। ਅਗਰ ਉਹਦੇ ਖਿਲਾਫ ਕੋਈ ਦੋਸ਼ ਹੈ, ਦੇਖੋ ਇੱਥੇ ਤਾਂ ਤੁਸੀਂ ਇਹ ਪ੍ਰਤਿਅਰਪਣ ਸੰਧੀ ਹੁੰਦੀ ਹੈ ਕਿ ਵੀ ਸਾਡੇ ਦੇਸ਼ 'ਚ ਕੋਈ ਅਪਰਾਧ ਕਰਕੇ ਗਿਆ ਤੇ ਕਿਸੇ ਦੇਸ਼ 'ਚ ਲੁਕਿਆ, ਤੁਹਾਨੂੰ ਬੁਲਾਓ, ਉਹਨੂੰ ਅਸੀਂ ਮੰਗਵਾਉਣਾ ਚਾਹੁੰਦੇ ਹਾਂ, ਐਕਸਟ੍ਰੈਡੀਸ਼ਨ ਟ੍ਰੀਟੀ ਕਰਦੇ। ਇੱਥੇ ਤੁਸੀਂ ਜਿਹਦੇ ਖਿਲਾਫ ਕੁਝ ਵੀ ਨਹੀਂ ਹੈ ਉਹਨੂੰ ਕਹਿੰਦੇ ਸੀ ਵੜਨ ਨਹੀਂ ਦੇਣਾ। ਮੈਨੂੰ ਲੱਗਦਾ ਇੱਥੇ ਦੇ ਜਿਹੜੇ ਸਿੱਖ ਵੀ ਹੈ ਆਪਣੇ ਕੈਨੇਡਾ ਜਾਂ ਦੂਜੀ ਧਰਤੀ ਦੇ ਉੱਤੇ, ਇਹਨਾਂ ਨੂੰ ਆਪਣੀਆਂ ਸਰਕਾਰਾਂ ਦੇ ਕੋਲ ਜਾ ਕੇ ਮੰਗ ਕਰਨੀ ਚਾਹੀਦੀ ਹੈ ਕਿ ਮੈਂ ਤੁਹਾਡੇ ਦੇਸ਼ ਦਾ ਅੱਜ ਨਾਗਰਿਕ ਹਾਂ, ਪਰ ਮੇਰਾ ਧਾਰਮਿਕ ਹੱਕ ਹੈ ਕਿ ਮੈਂ ਆਪਣੇ ਓਰੀਜਨ ਤੇ ਮੈਂ ਆਪਣਾ ਮੱਕਾ ਜਿਹੜਾ ਮੇਰਾ ਦਰਬਾਰ ਸਾਹਿਬ ਹੈ ਜਾਣ ਦਾ ਮੇਰਾ ਹੱਕ ਬਣਦਾ। ਤੁਸੀਂ ਮੇਰੀ ਬਾਹ ਫੜੋ ਔਰ ਮੈਨੂੰ ਇਹ ਹੱਕ ਦਿਵਾਓ। ਇਹ ਤੁਹਾਨੂੰ ਕਹਿਣਾ ਚਾਹੀਦਾ ਕਿਉਂਕਿ ਮੈਂ ਤੁਹਾਡੇ ਦੇਸ਼ ਦਾ ਨਾਗਰਿਕ ਹਾਂ। ਜੇ ਕਿਸੇ ਨੂੰ ਜੇਰੂਸ਼ਲਮ ਜਾਣਾ, ਈਸਾਈ ਨੂੰ, ਜੇ ਕਿਸੇ ਮੁਸਲਮਾਨ ਨੂੰ ਮੱਕੇ ਜਾਣਾ, ਤੇ ਜੇ ਸਿੱਖ ਨੂੰ ਆਪਣੇ ਦਰਬਾਰ ਸਾਹਿਬ ਜਾਣਾ, ਆਪਣੀ ਮਾਂ ਭੋਏ ਪੰਜਾਬ ਜਾਣਾ, ਤੇ ਉਹਦੇ ਲਈ ਇਹ ਇੱਥੇ ਦੀ ਸਰਕਾਰਾਂ ਨੂੰ ਵੀ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਕਿ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਜਿਹੜਾ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਥਾਂ ਥਾਂ ਤੇ ਵਿਸ਼ਵਾਸਘਾਤ ਹੋ ਰਿਹਾ ਤੇ ਬੜੇ ਯੋਜਨਾਬੱਧ ਤਰੀਕੇ ਨਾਲ ਨਵੰਬਰ 1984 ਚ ਆਪਾਂ ਨੂੰ ਕਤਲ ਕੀਤਾ ਗਿਆ, ਇਹ ਦੁਬਾਰਾ ਵੀ ਹੋ ਸਕਦਾ। ਇਸ ਗੱਲ ਨੂੰ ਟਾਲਣ ਲਈ ਤੁਹਾਨੂੰ ਲੱਗਦਾ ਨਹੀਂ ਵੀ ਸਿੱਖਾਂ ਨੂੰ ਇੱਕ ਵੱਖਰੇ ਦੇਸ਼ ਦੀ ਮੰਗ ਕਰਨੀ ਚਾਹੀਦੀ ਆ, ਇਹੀ ਇੱਕ ਸੋਲੂਸ਼ਨ? ਜੋ ਸਾਡੇ ਨਾਲ ਹੋਇਆ, ਮੈਂ ਫਿਰ ਉਹੀ ਗੱਲ ਕਹਿਤੀ, ਜਿਹੜੀ ਸਿੱਖ ਦੀ ਮੰਗ ਸ਼ੁਰੂ ਹੋਈ ਹੈ ਉਹ ਇਹਨਾਂ ਦੇ ਤਸ਼ੱਦਦ ਕਰਕੇ ਹੀ ਹੋਈ ਹੈ। ਇਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਉਹ 84 ਦੇ ਵਿੱਚ ਕਤਲੇਆਮ ਕੀਤਾ, ਅੱਜ ਤੱਕ ਸਜ਼ਾਵਾਂ ਨਹੀਂ ਹੋਣ ਦਿੱਤੀਆਂ, ਨਹੀਂ ਤੇ ਸਿੱਖਾਂ ਨੇ ਤਾਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸੀ। ਤੇ ਸਿੱਖਾਂ ਨੂੰ ਅੱਜ ਆਪਣਾ ਵਿਚਾਰਨਾ ਜ਼ਰੂਰ ਪਏਗਾ ਕਿ ਉੱਥੇ ਸਾਨੂੰ ਕਿਸ ਤਰ੍ਹਾਂ ਨਾਲ ਅਸੀਂ ਚੱਲ ਸਕਦੇ ਹਾਂ। ਮੈਂ ਤਾਂ ਕਈ ਵਾਰ ਕਹਿੰਦਾ, ਸਾਨੂੰ ਕਹਿੰਦੇ ਜੀ ਗੜੇ ਮੁਰਦੇ ਨਾ ਉਖਾੜੋ। ਮੈਂ ਕਹਿੰਦਾ ਗੜੇ ਮੁਰਦੇ ਇਸ ਕਰਕੇ ਉਖਾੜਨੇ ਪੈਣੇ ਕਿ ਫੇਰ ਮੁਰਦਾ ਨਾ ਬਣਾ ਸਕੋ। ਤੁਸੀਂ ਸਾਨੂੰ ਇਹ ਅਸ਼ੋਰੈਂਸ ਦਿੰਦੇ ਹੋ ਕਿ ਸਿੱਖਾਂ ਨਾਲ ਦੁਬਾਰਾ ਨਹੀਂ ਕਤਲੇਆਮ ਹੋਏਗਾ, ਸਿੱਖਾਂ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ, ਸਿੱਖਾਂ ਦੀਆਂ ਮੰਗਾਂ ਦੇ ਉੱਤੇ ਅਸੀਂ ਸੁਹਿਰਦ ਰਹਾਂਗੇ, ਸਿੱਖਾਂ ਨੂੰ ਬਰਾਬਰੀ ਦੇ ਰਹਾਂਗੇ। ਗੱਲ ਤਾਂ ਇਹੀ ਹੈ, ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ ਸਿੱਖਾਂ ਵਾਂਗੂ। ਅਸੀਂ ਉੱਥੇ ਕੇਸਾਂ ਵਾਲੇ ਬਾਹਮਣਾਂ ਵਾਂਗੂ, ਕੇਸਾਂ ਵਾਲੇ ਹਿੰਦੂਆਂ ਵਾਂਗੂ ਨਹੀਂ ਰਹਿਣਾ ਚਾਹੁੰਦੇ। ਸਾਡੀ ਵੱਖਰੀ ਆਜ਼ਾਦ ਜਿਹੜੀ ਆਇਡੈਂਟੀਟੀ ਹੈ, ਸਾਡਾ ਜਿਹੜਾ ਕਲਚਰ ਹੈ, ਸਾਡਾ ਸਿੱਖ ਧਰਮ ਫੱਦ ਫੁੱਲ ਚੁੱਕੇ ਆ। ਸਾਡੇ ਲਈ ਫਿਰ ਦਰਦ ਹੋਏਗਾ, ਫਿਰ ਗੱਲ ਜਾਣ ਲੈਣ। ਸਾਡਾ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਨਮ ਸਥਾਨ ਹੈ, ਸਾਡਾ ਨੰਦੇੜ ਸਾਹਿਬ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ, ਸਾਡੇ ਸਥਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੂਰੇ ਹਿੰਦੁਸਤਾਨ 'ਚ ਫੈਲੇ ਹੋਏ ਹੈ। ਤੇ ਜੇ ਸਿੱਖ ਨੂੰ ਅੱਜ ਇਹ ਮੰਗ ਕਰਨ ਲਈ ਮਜਬੂਰ ਵੀ ਹੋਣਾ ਪੈਂਦਾ ਹੈ ਤੇ ਉਹ ਕੋਈ ਖੁਸ਼ ਹੋ ਕੇ ਨਹੀਂ ਕਰ ਰਿਹਾ, ਉਹਦੇ ਫਿਰ ਉਹਨੂੰ ਉਹ ਵਿਛੋੜੇ ਸਹਿਣੇ ਪੈਣਗੇ ਜਿਹੜੇ 47 ਚ ਸਹਿਣੇ ਪਏ। ਇਸ ਕਰਕੇ ਇਹਨਾਂ ਨੂੰ ਅੱਜ ਵੀ ਚੇਤ ਜਾਣਾ ਚਾਹੀਦਾ ਹੈ। ਬਾਕੀ ਜਿੱਥੇ ਤੱਕ ਗੱਲ ਹੈ, ਪੰਥ ਦੀ ਚੜ੍ਹਦੀ ਕਲਾ ਜਿਸ ਢੰਗ ਨਾਲ ਵੀ ਹੋ ਸਕਦੀ ਹੈ, ਦਾਸ ਉਹਦੇ ਨਾਲ ਹੈ। ਅਖੀਰ ਦੇ ਵਿੱਚ ਜਿਹੜੀ ਤੁਸੀਂ ਬੁੱਕ ਲਿਖੀ ਆ ਨਵੰਬਰ 1984 ਦੇ ਸਰਕਾਰੀ ਕਤਲੇਆਮ ਬਾਰੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਸਰਕਾਰੀ ਕਤਲੇਆਮ, ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਜਦੋਂ ਇਹ ਅਦਾਲਤਾਂ ਵਿੱਚ ਤਾਂ ਨਿਆਂ ਹੋਣਾ ਨਹੀਂ, ਕਿਉਂਕਿ ਹਕੂਮਤਾਂ ਆਪਣੇ ਹਿਸਾਬ ਨਾਲ ਚੱਲਦੀਆਂ, ਆਪਣੇ ਹਿਸਾਬ ਨਾਲ ਆਪਣਾ ਰੂਲਿੰਗ ਦਿੰਦੀਆਂ। ਇਹਨਾਂ ਨੇ ਤੇ ਗੁਰਦੁਆਰਾ ਆਪਣਾ ਜਿਹੜੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੀ ਲੁਟੇਰੇ ਦੱਸਿਆ। ਇਹਨਾਂ ਨੇ ਦੱਸਿਆ ਨਹੀਂ ਜੀ ਉਹ ਅਸਾਮ ਦੇ ਰਾਜੇ ਨਾਲ ਕੁਝ ਗੜਬੜ ਹੋ ਗਈ ਸੀ, ਉੱਥੇ ਇਹ ਗੜਬੜ ਹੋਈ। ਇਹ ਇਤਿਹਾਸ ਆਪਣੇ ਹਿਸਾਬ ਨਾਲ ਲਿਖਦੇ ਹੁੰਦੇ, ਪਰ ਸੱਚ ਦਾ ਇਤਿਹਾਸ ਲਿਖਣਾ ਜ਼ਰੂਰੀ ਹੈ। ਤੇ ਇਹ ਜਿਹੜੇ ਵਿਕਟਿਮ ਨੇ, ਇਹ ਜਿਹੜੇ ਵਿਚਾਰੇ ਮਾਰੇ ਗਏ, ਉਹਨਾਂ ਦੇ ਘਰ ਦੇ ਜਿਹੜੇ ਉਹਨਾਂ ਬੀਬੀਆਂ ਨੇ ਹੋਰ ਕਿੰਨੇ ਦਿਨ ਜਿਉਂਦੇ ਰਹਿਣਾ ਜਿਹੜੇ ਵਿਕਟਿਮ ਨੇ। ਇਹ ਜਦੋਂ ਇਹ ਜੁੱਤੀ ਸੁੱਟਣ ਤੋਂ ਬਾਅਦ ਮੈਨੂੰ ਜਰਨਲਿਸਟਾਂ ਨੇ ਕਿਹਾ ਕਿ ਸਾਨੂੰ ਤਾਂ ਪਤਾ ਨਹੀਂ ਕੁਝ ਵੀ। ਫਿਰ ਮੈਨੂੰ ਅਹਿਸਾਸ ਹੋਇਆ ਅਸੀਂ ਗੁਰਦੁਆਰਾ ਸਾਹਿਬਾਨ ਗੱਲ ਕਰਦੇ ਹਾਂ, ਬਾਹਰ ਮਾੜੀ ਮੋਟੀ ਗੱਲ ਕਰਦੇ ਹਾਂ, ਪਰ ਸਾਡੇ ਆਪਣੇ ਬੱਚਿਆਂ ਨੂੰ ਵੀ, ਹਿੰਦੁਸਤਾਨ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਪਤਾ ਹੀ ਨਹੀਂ 84 ਕੀ ਹੋਇਆ। ਇਸ ਕਰਕੇ ਇਹ ਜੇ ਵਿਚਾਰੇ ਚਲੇ ਗਏ ਦੁਨੀਆ ਤੋਂ, ਕੌਣ ਇਹਨਾਂ ਦਾ ਇਤਿਹਾਸ ਲਿਖੇਗਾ? ਇਹ ਇਤਿਹਾਸ ਆਪਣੇ ਹੱਥੀਂ ਇਹਨਾਂ ਦੀ ਜ਼ੁਬਾਨੀ ਲਿਖਣਾ ਪੈਣਾ। ਤੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਉਹਦੇ 'ਚ ਉਹਨਾਂ ਦੇ ਜਿਹੜੇ ਆਪਣੇ ਵਿਕਟਿਮ ਹੈ, ਜਿਹੜੇ ਸ਼ਾਂਤੀ ਕੌਰ, ਭਾਗੀ ਕੌਰ, ਸਤਪਾਲ ਕੌਰ, ਇਹਨਾਂ ਸਾਰਿਆਂ ਦੀ ਬੀਬੀਆਂ ਦੀ ਫਿਰ
ਇਹਨਾਂ ਦਾ ਕੀ ਆਰਮੀ ਦਾ ਰੋਲ, ਪੁਲਿਸ ਦਾ ਰੋਲ, 25 ਸਾਲ ਦਾ ਕੀ ਹੋਇਆ, ਕਿਉਂ ਨਿਆਂ ਨਹੀਂ ਹੋਇਆ, ਭਗਤ ਦਾ ਕੇਸ, ਟਾਈਟਲਰ ਦਾ ਕੇਸ, ਸੱਜਣ ਕੁਮਾਰ ਦਾ ਕੇਸ, ਇਹਨਾਂ ਦੇ ਕੇਸਾਂ 'ਚ ਕੀ ਹੋਇਆ, ਸਾਰੇ ਗੱਲ ਨੂੰ ਮੈਂ ਉਹਦੇ ਵਿੱਚ ਇਕੱਠਾ ਕੀਤਾ ਤੇ ਉਹ ਇਤਿਹਾਸ ਲਿਖਿਆ, ਕਿਉਂਕਿ ਉਹਨਾਂ ਦੀ ਜ਼ੁਬਾਨੀ ਕਲਮਬੰਦ ਕਰ ਦਈਏ। ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਡਾਕੂਮੈਂਟਰੀ ਵੀ ਬਣਾਈ ਜਾਏ ਤਾਂ ਕਿ ਉਹ ਵੀਡੀਓ ਰਿਕਾਰਡਿੰਗ ਸਾਡੇ ਕੋਲ ਹੋਵੇ। ਇਹ ਨਾ ਹੋਵੇ ਇਹ ਅੱਜ ਕਹਿੰਦੇ ਜੀ ਪਹਿਲਾ ਘੱਲੂਘਾਰਾ, ਸਾਨੂੰ ਕੀ ਪਤਾ ਹੋਇਆ ਕਿ ਨਹੀਂ ਹੋਇਆ, ਦੂਜਾ ਘੱਲੂਘਾਰਾ ਹੋਇਆ ਕਿ ਨਹੀਂ ਹੋਇਆ, ਪਤਾ ਨਹੀਂ ਜੀ। ਆਰਿਆ ਸਮਾਜੀਆਂ ਨੇ ਤਾਂ ਇਹ ਵੀ ਸ਼ੁਰੂ ਕਰ ਦਿੱਤਾ ਸੀ ਕਿ ਕਦੇ ਬੰਦ ਕਟਾਏ ਨਹੀਂ ਜਾ ਸਕਦੇ ਜੀ, ਖੋਪਰ ਲੋਹਾਏ ਨਹੀਂ ਜਾ ਸਕਦੇ, ਸਿੱਖ ਐਵੇਂ ਕਹਿੰਦੇ। ਇਹਨਾਂ ਨੇ ਅੱਗੇ ਆ ਕੇ ਇਹ ਸਭ ਕਹਿਣਾ, ਇਹਨਾਂ ਨੇ ਸਿੱਖਾਂ ਦੇ ਦੰਗੇ ਸਾਬਿਤ ਕਰ ਦੇਣੇ ਸੀ। ਇਹ ਕਤਲੇਆਮ ਦਾ ਇਤਿਹਾਸ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੇਰੀ ਕੋਸ਼ਿਸ਼ ਹੈ ਇਸ ਨੂੰ ਦੁਨੀਆ ਤੱਕ ਪਹੁੰਚਾਇਆ ਜਾਏ। ਸਾਰੇ ਮੈਂਬਰ ਆਫ ਪਾਰਲੀਮੈਂਟ, MLA, ਜਿਹੜੇ ਦੁਨੀਆ ਦੇ ਅੰਦਰ ਰਾਈਟਰ ਆ, ਜਿਹੜੇ ਦੁਨੀਆ ਦੇ ਅੰਦਰ ਲਾਇਬ੍ਰੇਰੀਜ਼ ਨੇ, ਜਿੱਥੇ ਆਪਣਾ ਹਿਊਮਨ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਤੱਕ ਪਹੁੰਚੇ, ਅੰਬੈਸੀਆਂ ਨੇ ਉਹਨਾਂ ਤੱਕ ਪਹੁੰਚੇ, ਜਿੰਨੇ ਜਰਨਲਿਸਟ ਪੱਤਰਕਾਰ ਵਸਦੇ ਉਹਨਾਂ ਤੱਕ ਪਹੁੰਚੇ, ਕਿਉਂਕਿ ਇਹਨਾਂ ਨੂੰ ਪਹੁੰਚਾ ਕੇ ਦੱਸੀਏ ਕਿ 84 ਵਿੱਚ ਕੀ ਹੋਇਆ ਔਰ ਸਿੱਖਾਂ ਦਾ ਦਰਦ ਕਿਉਂ ਹੈ, ਸਿੱਖ ਇੰਨਾ ਤੜਫਦੇ ਕਿਉਂ ਹੈ। ਇਹ ਦੱਸਣ ਦੇ ਮੈਂ ਇੱਕ ਮੁਹਿੰਮ ਲੈ ਕੇ ਚੱਲਿਆ ਤਾਂ ਕਿ ਇਹਨਾਂ ਨੂੰ ਡਿਫੈਂਸਿਵ ਕੀਤਾ ਜਾ ਸਕੇ। ਔਰ ਅਗਰ ਇਹ ਅਸੀਂ ਸਾਬਤ ਨਹੀਂ ਕਰ ਸਕੇ ਕਿ 84 ਦੇ ਅੰਦਰ ਸਿੱਖ ਦੋਸ਼ੀ ਨਹੀਂ, ਸਿੱਖ ਪੀੜਤ ਸੀ, ਤੇ ਫਿਰ ਸਾਡੀ ਸਿੱਖ ਕੌਮ ਦੇ ਅੰਦਰ ਆਉਣ ਵਾਲੀ ਜਨਰੇਸ਼ਨ ਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਆਏਗਾ। ਉਸ ਕੰਪਲੈਕਸ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਵਰ ਦ ਵਿਕਟਿਮਸ ਐਂਡ ਦੇ ਵਰ ਦ ਐਗਰੈਸਰ। ਇਹਨਾਂ ਨੇ ਸਾਨੂੰ ਮਾਰਿਆ ਸੀ ਔਰ ਇਹਦੇ ਖਿਲਾਫ ਅਸੀਂ ਨਿਆਂ ਦੀ ਲੜਾਈ ਲੜੀ ਹੈ। ਤੇ ਜੇ ਸਾਨੂੰ ਉਸ ਵੇਲੇ ਆਪਣੀ ਲੜਾਈ ਦੇ ਵਿੱਚ ਜੋ ਕੁਝ ਕਰਨਾ ਪਿਆ ਉਹਦਾ ਕਾਰਨ ਇਹ ਲੋਕ ਸੀ, ਤਦ ਹੀ ਅਸੀਂ ਆਪਣੇ ਇਤਿਹਾਸ ਨੂੰ ਠੀਕ ਕਰਕੇ ਸਾਬਤ ਕਰ ਸਕਾਂਗੇ। ਜਰਨੈਲ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਸਾਰੇ ਦੁਨੀਆ ਭਰ ਚ ਵਸਦੇ ਸਿੱਖਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਅਪੀਲ ਮੈਂ ਇਹੀ ਕਰਨੀ ਚਾਹਾਂਗਾ ਕਿ ਸਿੱਖ ਧਰਮ ਜਿਹੜਾ ਉਹ ਪਿਆਰ ਹੀ ਵੰਡਦਾ ਹੈ। ਬਾਬੇ ਨਾਨਕ ਨੇ ਪਿਆਰ ਹੀ ਵੰਡਿਆ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਭੇ ਸਾਂਝੀਵਾਲਤਾ ਦੀ ਗੱਲ ਹੀ ਦੱਸੀ ਹੈ, ਪਰ ਸਾਨੂੰ ਇੱਕ ਸਾਜ਼ਿਸ਼ ਦੇ ਵਿੱਚ ਪੀੜ ਕੇ, ਜਾਣ ਬੁੱਝ ਕੇ ਤਵੇ ਲਾ ਕੇ ਉਛਾਲਿਆ ਜਾਂਦਾ। ਜਦੋਂ ਤੜਫਦੀਆਂ ਤੇ ਕਹਿੰਦੀਆਂ ਤੜਫਦੇ ਬਹੁਤ ਨੇ। ਇਹ ਜਾਣ ਬੁੱਝ ਕੇ ਤੁਹਾਡੀ ਜਿਹੜੀ ਅਸਲ ਆਈਡੈਂਟੀਟੀ ਹੈ, ਜਿਹੜੀ ਪਿਆਰ ਦੀ, ਸੁਹਿਰਦਤਾ ਦੀ, ਮਾਨਸ ਕੀ ਜਾਤ ਸਭੇ ਕੇ ਪਹਿਚਾਨਬੋ, ਉਹਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਇਸ ਕਰਕੇ ਜਿੱਥੇ ਇਸ ਲੜਾਈ ਨੂੰ ਜਾਰੀ ਰੱਖਣਾ ਹੈ, 84 ਦੀ ਸਿੱਖਾਂ ਦੇ ਖਿਲਾਫ ਜਿਹੜੀ ਆ ਜਾਂ ਆਪਣੇ ਹੱਕ ਹਾਸਲ ਕਰਨ ਦੀ, ਨਿਆਂ ਦੀ, ਉਹ ਤਾਂ ਕਰਨੀ ਹੈ, ਪਰ ਨਾਲ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਹੈ ਉਹ ਦੁਨੀਆ ਦੇ ਸਾਹਮਣੇ ਸਹੀ ਢੰਗ ਨਾਲ ਸਾਬਤ ਹੋ ਸਕੇ, ਇਹ ਵੀ ਜ਼ਰੂਰਤ ਹੈ। ਇਹ ਨਾ ਹੋਵੇ ਸਾਡੀਆਂ ਖਬਰਾਂ ਸਿਰਫ ਗੁਰਦੁਆਰੇ 'ਚ ਲੜਨ ਦੀਆਂ, ਇੱਕ ਦੂਜੇ ਦੀ ਪੱਗਾਂ ਲਾਉਣ ਦੀਆਂ, ਜਾਂ ਕਿਤੇ ਹੋਰ ਭਰਮ ਭੁਲੇਖਿਆਂ ਦੀਆਂ ਕਿ ਅੰਧ ਵਿਸ਼ਵਾਸਾਂ ਦੀਆਂ ਹੀ ਆਉਂਦੀਆਂ। ਤੁਸੀਂ ਅਗਰ ਦੇਖੋ ਨਾ, ਨੈਸ਼ਨਲ ਮੀਡੀਆ ਭਾਵੇਂ ਇੱਥੇ ਦਾ ਹੋਵੇ ਭਾਵੇਂ ਇੰਡੀਆ ਦਾ ਹੋਵੇ, ਅਗਰ ਤੁਹਾਨੂੰ ਮੈਂ ਇੱਕੋ ਗੱਲ ਕਹਿੰਦਾ, ਪਿਛਲੇ 2 ਸਾਲ 'ਚ ਖਬਰਾਂ ਨੋਟ ਕਰਕੇ ਦੇਖ ਲਿਆ ਜੇ, ਕਿੰਨੀਆਂ ਖਬਰਾਂ ਪੋਜ਼ਿਟਿਵ ਛਪੀਆਂ ਤੁਹਾਡੀਆਂ ਤੇ ਕਿੰਨੀਆਂ ਨੈਗੇਟਿਵ ਛਪੀਆਂ। ਇੱਕ ਗੁਰਦੁਆਰੇ ਵਾਲੇ ਨੇ ਦੂਜੇ ਆ ਕੇ ਹਮਲਾ ਕਰਤਾ, ਜਾਂ ਸਿੱਖਾਂ ਦੇ ਨਾਲ ਇਹ ਹੋ ਗਿਆ, ਜਾਂ ਕਿਰਪਾਨ ਦੇ ਵਿੱਚ ਇਹ ਮਾਮਲਾ ਫਸ ਗਿਆ, ਜਿੰਨੀ, ਜਾਂ ਕਿਸੇ ਕੁੜੀ ਨੂੰ ਮਾਰਤਾ ਜੀ, ਇਹ ਬੱਚੀਆਂ ਨੂੰ ਮਾਰ ਦਿੰਦੇ ਆਪਣੀ ਕੁੜੀਆਂ ਨੂੰ, ਜੋ ਵੀ ਤੁਹਾਨੂੰ ਨੈਗੇਟਿਵ ਖਬਰਾਂ ਆਉਂਦੀਆਂ, ਇਹਦੇ ਨਾਲ ਦੁਨੀਆ 'ਚ ਤੁਹਾਡਾ ਅਕਸ ਬਣਦਾ। ਪੋਜ਼ਿਟਿਵ ਕੰਮ ਵੀ ਉਹਨੇ ਕਰਨੇ ਜ਼ਰੂਰੀ ਹੈ। ਉਸ ਸੱਚ ਨੂੰ, ਇੰਨਾ ਵੱਡਾ ਸਰਮਾਇਆ ਸਾਡੇ ਕੋਲ ਹੈ, ਉਹ ਨਾਲ ਦੇ ਨਾਲ, ਇਹਦੇ ਨਾਲ ਤੁਹਾਨੂੰ ਸਿੰਪੈਥੀ ਦੁਨੀਆ 'ਚ ਮਿਲੇਗੀ, ਇਹਦੇ ਨਾਲ ਤੁਸੀਂ ਸਹੀ ਸਾਬਤ ਹੋਵੋਗੇ, ਤੁਹਾਡੀ ਸਪੋਰਟ ਕਰਨਗੇ। ਇਸ ਕਰਕੇ ਇਹ ਅਪੀਲ ਜ਼ਰੂਰ ਕਰਾਂਗਾ ਕਿ ਜਿੱਥੇ ਅਸੀਂ ਅਨਿਆਂ ਦੇ ਖਿਲਾਫ ਲੜਾਈ ਲੜਨੀ ਹੈ, ਉੱਥੇ ਆਪਣੇ ਅਕਸ, ਆਪਣੀ ਆਈਡੈਂਟੀਟੀ, ਆਪਣੀ ਸਪਿਰਿਟ, ਆਪਣੀ ਇਮੇਜ ਨੂੰ ਵੀ ਸਾਂਭ ਕੇ ਰੱਖਣਾ। ਜਰਨੈਲ ਸਿੰਘ ਜੀ, ਅਖੀਰ 'ਚ ਮੈਂ ਸਮੂਹ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਧੰਨਵਾਦੀ ਹਾਂ ਤੁਹਾਡਾ ਜੀ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ